ਨਾਲ ਕੀ ਕਹਿੰਦਾ ਸਵਾਲ ਹੈ ਵੇ ਕਿ ਹੁਣ ਜਿਹੜਾ ਇਕਤਬਾਸ ਜਿਹੜੇ ਉਹ ਹਾਸ਼ੀਆ ਰਾਈ ਮੀਰ ਫਕੀਰ ਰਹਿਣਾ ਸੀ ਤੇ ਗਲਤ ਗੁਫ਼ਤਗੂ ਕਰਦਾ ਸੀ ਤੇ ਅਸੀਂ ਤੇ ਆਪਣੇ ਪੱਲਿਓਂ ਕੋਈ ਲਫ਼ਜ਼ ਵੀ ਨਹੀਂ ਪੜ੍ਹਦੇ। ਠੀਕ ਹੈ, ਅੱਜ ਮੈਂ ਖਾਲੀ ਉਹ 3-4 ਇਕਤਬਾਸਾਤ ਸਨ ਹੀਰਾ ਮੰਡੀ ਦੇ ਮੁਤਾਲਿਕ ਤੇ ਬਸ਼ੀਰੇ ਦੇ ਮੁਤਾਲਿਕ ਕਿ ਬਈ ਅਗਰ ਪਿਓ ਜ਼ਨਾ ਕਰਨ ਗਿਆ ਤੇ ਨਾਲ ਪੁੱਤਰ ਨੂੰ ਵੀ ਲੈ ਕੇ ਗਿਆ ਤੇ ਤਾਂ ਸੇ ਪੁੱਤਰ ਨੇ ਅਸਲ 'ਚ ਲਿਖੇ ਬਈ ਜਿਹੜਾ ਇਲਜ਼ਾਮ ਮੇਰੇ ਤੇ ਲਾ ਰਿਹਾ ਮੇਰੇ ਪਿਓ ਤੇ ਵੀ ਲੱਗਦਾ। ਦੋਵੇਂ ਮੱਝਾਂ ਦੀ ਭੈਣਾਂ ਹੁੰਦੀਆਂ ਨੇ, ਉਹ ਜਾਣਦੇ ਨੇ ਇੱਕ ਦੂਸਰੇ ਨੂੰ ਤੇ ਲਫ਼ਜ਼ ਬਲਫ਼ਜ਼ ਇਕਤਬਾਸ ਪੜਿਆ। ਠੀਕ ਹੈ, ਇਹਨਾਂ ਨੇ ਉਹ ਖਾਲੀ ਮਲਕ ਤਰਤੀਬ ਬਰਾਤ ਤੇ ਜਾਣਾ ਸੀ, ਸਾਰੇ ਸ਼ਾਤਮ ਉੱਤੇ ਚੁੱਕ ਕੇ ਮਾਂ ਭੈਣਾਂ ਦੀ ਗੱਲ ਦੇ ਰਹੇ ਨੇ ਕਿ ਬਲਕਿ ਉਹ ਪਤਾ ਨਹੀਂ ਲੱਗ ਰਿਹਾ ਕਿ ਇੱਕ ਦੂਜੇ ਨੂੰ ਕੱਢੀ ਜਾ ਰਹੇ ਨੇ। ਸਮਝੋ ਬਾਰੇ ਕੰਮ ਕਿਸੇ ਵੇਲੇ ਮਿਰਜ਼ਾਈ 3-4 ਆਪਸ ਵੀ ਉਹਨਾਂ ਨੂੰ ਨਹੀਂ ਸਮਝ ਆਉਂਦੀ ਵੀ ਸਾਡੀਆਂ ਆਵਾਜ਼ਾਂ ਸਾਡੇ ਨਾਲ ਹੀ ਟਕਰਾ ਰਹੀਆਂ ਨੇ, ਮੁਖਾਲਫ ਨੂੰ ਤਾਂ ਉਹਦਾ ਫਾਇਦਾ ਹੀ ਹੋ ਰਿਹਾ, ਉਹ ਚੁੱਪ ਕਰਕੇ ਮਿਊਟ ਲਾ ਲੈ। ਇਹ ਸਾਨੀ ਸਾਹਿਬ ਦੀ ਬਰਾੜ ਤੇ ਵੀ 2-3 ਵਾਰੀ ਹੋਇਆ, ਗਾਲਾਂ ਵੀ ਮਿਕਸ ਹੋ ਰਹੀਆਂ ਨੇ ਨਾਲ। ਲੇਕਿਨ ਸਮਝੋ ਬਾਰੇ ਮੈਂ ਤੇ ਨਹੀਂ ਲਿਖੀ ਨਾ ਉਹ ਇਕਤਬਾਸਾਤ ਤੇ ਮਿਰਜ਼ਾ ਸਾਹਿਬ ਦੇ ਹੋਣਹਾਰ ਪੁੱਤਰ 2 ਨੰਬਰ ਖਲੀਫਾ ਨੇ ਆਪ ਲਿਖੀ ਹੈ। ਕਹਿੰਦੇ ਤੂੰ ਪੜ੍ਹਦਾ ਕਿਉਂ ਹੈ ਤੇ ਇਹ ਕਿਉਂ ਸਾਡੇ ਉੱਤੇ ਪਾਬੰਦੀ ਲਾ ਰਹੇ ਕਿ ਪੜ੍ਹਨ ਦੀ ਵੀ ਪਾਬੰਦੀ ਹੋਣੀ ਚਾਹੀਦੀ। ਇਹ ਸਮਝੂ ਬਾਰੇ ਕੰਮ ਆਮਰ ਭਾਈ ਵਾਲਾ ਬਲਕਿ ਮੇਰੇ ਮੈਂ ਕਿਹਾ ਆਮਰ ਭਾਈ ਵਾਲਾ ਪੋਸਟਰ ਲਾਓ, ਜੋ ਮਰਜ਼ੀ ਲਾ ਲਓ। ਉਹ ਤਸਵੀਰ ਮੇਰੀ ਤਾਂ ਬਰਾੜ ਹੈ ਨਹੀਂ, ਮੈਂ ਲਾਣਾ ਕੋਈ ਚੰਗੀ ਤਸਵੀਰ ਨਹੀਂ ਮਿਲੀ। ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਆਲੂ ਛਿੱਲਿਆ ਤੁਸੀਂ ਨਾਲ ਲਾਇਆ ਉਹਦੇ ਹੈ। ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਦਾੜੀ ਮੁੱਛ ਮੁੰਨਿਆ ਮੈਂ ਆਲੂ ਜਿਹਾ ਛਿਲਕ ਤਰਿਆ ਕਿ ਰਹਿੰਦੀ ਬਸ। ਮੈਂ ਕਿਹਾ ਵੀ ਮੈਂ ਕੀ ਕਹਿੰਦਾ ਨੇ It is what it is. ਸਮਝ वो भी यही है. It is what it is. ਹਾਂ it is what it is. It is what it is। ਹਾਂ ਠੀਕ ਹੈ। ਹਾਂ ਮੈਂ ਕਿਹਾ ਮੈਂ 2 ਗੱਲਾਂ ਤੋਂ ਬਹੁਤ ਖੁਸ਼ ਹਾਂ ਔਰ ਅੱਲਾਹ ਤਾਲਾ ਇਹ ਖੁਸ਼ੀ ਲੰਬੀ ਰੱਖੇ ਤਾਂ ਕਿਆਮਤ ਰੱਖੇ। ਇੱਕ ਤੇ ਕਿ ਮੁਸਲਮਾਨਾਂ ਦੇ ਆਪਸ ਦੇ ਵਿੱਚ ਜਿਹੜੀਆਂ ਨਫ਼ਰਤਾਂ ਘੋਲ ਦਿੱਤੀਆਂ ਗਈਆਂ ਸੀ, ਅੱਲਾਹ ਤਾਲਾ ਨੇ ਰਹਿਮਤ ਦੀ ਬਾਰਿਸ਼ ਕਰ ਦਿੱਤੀ ਹੈ ਤੇ ਸਾਡੇ ਗੁਨਾਹਾਂ ਦੇ ਬਾਵਜੂਦ ਅੱਲਾਹ ਤਾਲਾ ਸਾਨੂੰ ਮਾਫ ਕਰ ਦਿੱਤਾ ਹੈ। ਉਹ ਮਸਲੇ ਮਸਾਇਲ ਖਤਮ ਹੋ ਗਏ ਨੇ, ਮੁਸਲਮਾਨ ਸਾਰੇ ਇਕੱਠੇ ਹੋ ਕੇ ਬਹਿ ਜਾਂਦੇ ਨੇ। ਤੇ ਦੂਜੀ ਜਿਹੜੀ ਗੱਲ ਹੈ ਉਹਦੇ ਤੋਂ ਮੈਂ ਖੁਸ਼ ਇਸ ਤੋਂ ਹਾਂ ਕਿ ਸਾਰੇ ਮੁਸਲਮਾਨ ਮਰਜ਼ੀਆਂ ਦੀਆਂ ਮਿਰਜ਼ਾ ਕਾਦੀਆਨੀ ਦਾ ਤੇਰੀ ਰਾਤ ਚੱਜ ਲਈ ਫਿਰਦੇ ਨੇ। ਨਹੀਂ ਅਮਰ ਭਾਈ ਮੈਂ ਜੰਗਲ ਦੇ ਵਿੱਚ ਵੇਖਿਆ ਖੁਸ਼ੀ ਦਾ ਇਜ਼ਹਾਰ ਨਹੀਂ ਕੋਈ ਸ਼ੇਰ ਕੋਈ ਹਾਥੀ, ਲੇਕਿਨ ਮੈਂ ਸ਼ੇਰ ਨੂੰ ਦਰਿਆਂਦਾ ਕੀ ਕਹਿੰਦੇ ਨੇ, ਸ਼ੇਰ ਕੀ ਕਰਦਾ ਕੀ ਲਫ਼ਜ਼ ਬੋਲੀ ਰਿਹਾ ਦਰਿਆਂਦਾ ਵੇਖਿਆ ਕਿ ਕੀ ਵੇਖਿਆ ਕੀ ਲਫ਼ਜ਼ ਨੇ ਪੰਜਾਬੀ ਦਾ। ਅਮਰ ਭਾਈ ਉਹ ਸ਼ੇਰ ਜਿਸਾ ਉੱਚੀ ਆਵਾਜ਼ ਨਾਲ ਬੋਲਦਾ ਦਰਿਆਂਦਾ ਸ਼ੇਰ ਧਾੜਦਾ ਜਿਸ ਵੇਲੇ ਸ਼ੇਰ ਜਿਸੇ ਧਾੜਦਾ ਉਹ ਵੇਖਿਆ। ਹੁਣ ਦਿਆ ਸਾਹਿਬ ਤੁਸੀਂ ਥੋੜੀ ਨਾ ਜ਼ਿਆਦਾ ਸਪੀਡ ਨਾ ਕਰਿਓ ਹੈ। ਇਹ ਅਮਨ ਨਜ਼ੀਰ ਸਾਹਿਬ ਵਾਸਤੇ ਨੇ ਜੰਗਲ ਦੇ ਵਿੱਚ ਸ਼ੇਰ ਜਿਹੜਾ ਸੀ ਨਾ ਬੋਲਦਾ ਪਿਆ ਸੀ ਤੇ ਨਜ਼ਰ ਪੇ ਆਂਦਾ ਸੀ ਕਿ ਅਮਨ ਜੀ ਤੁਸੀਂ ਤੇ ਫਿਰਕਾ ਨਜ਼ੀਰੀਆ ਦੇ ਤੁਸੀਂ ਤੇ ਖਲੀਫੇ ਹੋ ਨਾ, ਤੁਸੀਂ ਤੇ ਅੰਨੇ ਵਾਹ ਪੀਰ ਦੀ ਤਾਰੀਫ ਕਰਨੀ ਹੈ। ਅਸੀਂ ਤਾਂ ਜਿਆਦਾ ਮੈਂ ਇੱਕ ਮਿਸਾਲ ਦਿੱਤੀ ਹੈ ਤੇ ਕੋਈ ਸ਼ੇਰ ਹੈ ਕੋਈ ਚੀਤਾ ਹੈ ਕੋਈ ਹਾਥੀ ਹੈ, ਪਰ ਬੱਬਰ ਸ਼ੇਰ ਅਮਨ ਨਜ਼ੀਰ ਹੀ ਹੈ। ਉਹ ਤੁਸੀਂ ਖਲੀਫੇ ਹੋ, ਤੁਸੀਂ ਤੇ ਆਖਣਾ ਹੀ ਆਖਣਾ ਵਾ ਜੇ ਸਹੀ ਸ਼ੇਰ ਜਦੋਂ ਧਾੜਿਆ ਉਹ ਹਲੀਫਾ ਸਾਹਿਬ ਤੇ ਜਨਾਬ ਤੁਹਾਡੇ ਥੱਲੇ ਬੈਠੇ ਨੇ ਨਾ, ਸਾਨੂੰ ਨਾ ਹਲੀਫਾ ਕਹੋ। ਹਲੀਫਾ ਸਾਹਿਬ ਅੱਜ ਤੇ ਢਿੱਲਾ ਧਾੜਦਾ ਰਿਹਾ ਸ਼ੇਰ। ਯਾਰ ਉਹਨੂੰ ਕਹੋ ਨਾ ਉਹਨਾਂ ਦੀ ਗੈਸ ਕਢਾ, ਇਹਨਾਂ ਨੂੰ ਆਪਸ ਚ ਗੈਸ ਕੱਢਣ ਦਿਓ ਮਰਜ਼ਾਈਆਂ ਨੂੰ ਇੱਕ ਦੂਜੇ ਨਾਲ। ਇਹਨਾਂ ਦੇ ਉਹ ਜਿਸ ਤਰ੍ਹਾਂ ਇੱਕ ਪਤਾ ਵੀਡੀਓ ਮੈਂ ਵੇਖੀ ਹੈ ਟਿਕਟੌਕ ਦੇ ਉੱਤੇ, ਉਹ ਗੰਜੇ ਜੇ ਨਾ ਟਿੰਡਾਂ ਕਰਵਾਈਆਂ ਤੇ ਇੱਕ ਦੂਜੇ ਦੇ ਸਿਰ 'ਚ ਜੁੱਤੀਆਂ ਚੱਪਲਾਂ ਮਾਰਦੇ ਸੀ। ਅੰਨੇ ਵੀ ਤੇ ਗੰਜੇ ਵੀ ਤੇ ਇੱਕ ਦੂਜੇ ਦੇ ਸਿਰ ਦੇ ਵਿੱਚ ਜੁੱਤੀਆਂ ਮਾਰਦੇ ਸੀ। ਇਹਨਾਂ ਨੂੰ ਆਪਸ ਚ ਇੱਕ ਦੂਜੇ ਦੇ ਸਿਰ 'ਚ ਚੱਪਲਾਂ ਮਾਰਨ ਦਿਓ। ਸ਼ੇਬ ਰਾਜਾ ਨੂੰ ਕਹੋ ਰਾਜ ਛੋੜ ਦੇ, ਹਰ ਵੇਲੇ ਨਹੀਂ ਚੱਸ ਲਈਦੀ, ਕਿਸੇ ਵੇਲੇ ਚੱਸ ਲਈਦੀ। ਇਹਨਾਂ ਨੂੰ ਝਟਕਾ ਇਸ ਵੇਲੇ ਉਹ ਗੈਸ ਉਹਨਾਂ ਦੇ ਅੰਦਰ ਭਰੀ ਹੈ ਜਿਹੜੀ ਤੁਹਾਡੀ ਇਹ ਬਰਾੜ ਚੱਲੀ ਹੈ ਨਾ, ਇਸ ਬਰਾੜ ਦਾ ਉੱਥੇ ਰਿਐਕਸ਼ਨ ਜਾ ਕੇ ਦੇਖੋ। ਮੈਂ ਬਲੂਟੁੱਥ ਮੈਂ ਦੱਸਿਆ ਲਾਇਆ ਤੇ ਮੈਂ 2 ਬਰਾਡਾਂ ਐਟ ਅ ਟਾਈਮ ਸੁਣ ਰਿਹਾ ਹੁੰਦਾ ਨਾ, ਇੱਕ 'ਚ ਗੱਲ ਕਰ ਰਿਹਾ ਉਹਨਾਂ ਦੇ ਕੰਨ 'ਚ ਮੇਰੇ ਆਵਾਜ਼ ਦੂਜੀ ਬਰਾੜ ਦੀ ਪੈ ਰਹੀ ਹੁੰਦੀ ਕਈ ਵਾਰ, ਤੇ ਮੈਂ ਸੁਣ ਰਿਹਾ ਸੀ ਕਸਮ ਅੱਲਾ ਵਹਦਹੁ ਲਾ ਸ਼ਰੀਕ ਦੀ, ਉਹਦੀ ਨਲੀ ਚੁੱਚ ਦੀ ਆਵਾਜ਼, ਉਹਦੀ ਉਹ ਰਾਜਾ ਤੇ ਬੋਲਦਾ ਹੀ ਨਹੀਂ ਪਿਆ, ਕਮਾਲਤ ਇਸਲਾਮ ਦੀ ਉਹ ਇੰਜ ਨੇ ਜਿਵੇਂ ਲਾਸ਼ਾਂ ਹਲਕੀਆਂ ਸਰਗੋਸ਼ੀਆਂ ਨਹੀਂ ਕਰਦੀਆਂ, ਮੁਰਦੇ ਹੋਏ ਪਏ ਨੇ, ਉਹ ਮਰੇ ਪਏ ਨੇ ਵੇਖ ਕੇ ਮੁਸਲਮਾਨਾਂ ਨੂੰ। ਤੁਸੀਂ ਉਹਨਾਂ ਦੀ ਗੈਸ ਨਾ ਕਢਾਓ, ਮਲਕ ਦੀ ਬਰਾੜ ਤੇ ਚੜਨ ਦੀ ਕੋਈ ਜ਼ਰੂਰਤ ਨਹੀਂ। ਉੱਥੇ ਉਹ
ਹਰਾਮੀ ਬੈਠੇ ਆ ਜਿਹਨੂੰ ਮਿਰਜ਼ਾ ਕਾਦੀਆਨੀ ਨੇ ਹਰਾਮਜ਼ਾਦਾ ਕਰਾਰ ਦਿੱਤੇ ਆ ਨਾ, ਉਹ ਬੈਠੇ ਆ ਉੱਥੇ। ਕੱਲ ਵੀ ਗਾਲਾਂ ਕੱਢਦਾ ਸੀ ਪਿਆ ਨਬੀ ਦੀ ਟੀਵੀ ਨੂੰ, ਇਸ ਲਾਂਤੀ ਤੋਂ ਪਿੱਛੇ ਰਹੋ, ਕਿਉਂ ਜਾਂਦੇ ਹੋ ਐਸੀ ਬਰਾੜ ਦੇ ਉੱਤੇ। ਉਹਨੂੰ ਸਵੇਬ ਰਾਜਾ ਨੂੰ ਮੇਰਾ ਮੈਸੇਜ ਦਿਓ ਵੀ ਉੱਤਰ ਕੇ ਆ ਜਾਓ। ਉਸੇ ਟਾਈਮ ਅਸੀਂ ਛਾਲ ਮਾਰ ਛੜੀ, ਜਦੋਂ ਉਹ ਲਾਂਤੀ ਜ਼ੁਰੇ ਇਬਨ ਬਗਾਵਤ ਤੇ ਚੜਿਆ, ਉਸੇ ਟਾਈਮ ਅਸੀਂ ਛਾਲ ਮਾਰ ਛੜੀ। ਕਿਉਂਕਿ ਇਹ ਨੰਗੀਆਂ ਗਾਲਾਂ ਕੱਢਦੇ ਨੇ, ਇਹਨਾਂ ਦੇ ਸਾਹਮਣੇ ਜਾਣ ਬੁੱਝ ਕੇ ਨਾ ਜਾਓ। ਹਾਂ ਕਿਰੇ ਆ ਜਾਣ ਸਾਹਮਣੇ ਤੇ ਮਜਬੂਰੀ ਬਣ ਜੇ ਤੇ ਫਿਰ ਉੱਥੋਂ ਜ਼ਾਹਿਰ ਮੁਸਲਮਾਨ ਨੂੰ ਦੌੜਨਾ, ਉਹਦੀ ਗੈਰਤ ਇਜਾਜ਼ਤ ਨਹੀਂ ਦਿੰਦੀ। ਲੇਕਿਨ ਇਹ ਖੁਦ ਜਿੱਥੇ ਲਾਂਤੀ ਬੈਠੇ ਨੇ ਹਰਾਮੀ ਬੇ ਜਿਹੜੇ ਗਾਲਾਂ ਪੇ ਕੱਢਦੇ ਨੇ ਨਬੀ ਪਾਕ ਨੂੰ, ਨਬੀ ਪਾਕ ਦੇ ਘਰਾਣੇ ਨੂੰ, ਜ਼ਰੂਰਤ ਕੀ ਉਸ ਬਰਾੜ ਦੇ ਉੱਤੇ ਚੜਨ ਦੀ। ਹੋਰ ਬੰਦੇ ਬੜੇ ਨੇ ਜਿੱਥੇ ਗੱਲ ਜਾ ਕੇ ਕੀਤੀ ਜਾ ਸਕਦੀ ਹੈ, ਜਿਹੜੇ ਨੰਗੀਆਂ ਗਾਲਾਂ ਨਹੀਂ ਕੱਢਦੇ। ਸ਼ਾਤਮੀਅਤ ਤੇ ਸਾਰੇ ਹੀ ਮਿਰਜ਼ਾਈ ਕੱਢਦੇ ਨੇ, ਸ਼ਾਤਮੀਅਤ ਤੇ ਮਿਰਜ਼ਾਈਅਤ ਦੀ ਬੁਨਿਆਦ ਹੈ। ਲੇਕਿਨ ਕੋਈ ਗਾਲ ਲਪੇਟ ਕੇ ਕੱਢਦੇ ਨੇ, ਇਲਜ਼ਾਮੀ ਰੰਗ ਦਾ ਨਾਂ ਦੇ ਕੇ, ਕੋਈ ਨੰਗੀਆਂ ਗਾਲਾਂ ਕੱਢਦੇ ਨੇ। ਇੰਨਾ ਤੇ ਬੰਦੇ ਨੂੰ ਅਹਿਸਾਸ ਹੋਣਾ ਚਾਹੀਦਾ ਨਾ ਕਿ ਜਿਹੜੇ ਨੰਗੀਆਂ ਗਾਲਾਂ ਕੱਢਦੇ ਨੇ ਕਮ ਸੇ ਕਮ ਉਹਨਾਂ ਨੂੰ ਤੇ ਅਵਾਇਡ ਕਰਨਾ ਚਾਹੀਦਾ। ਜਿਹੜੇ ਸ਼ਾਤਮੀਅਤ ਦੂਸਰੀ ਕਰਦੇ ਨੇ, ਕਰਦੇ ਤਾਂ ਵੀ ਸ਼ਾਤਮੀਅਤ, ਉਹਨਾਂ 'ਚ ਫਿਲਹਾਲ ਦਾ ਕੋਈ ਨਹੀਂ। ਪਰ ਇੰਝ ਨਾ ਕਰੋ ਯਾਰ, ਇੰਝ ਫਿਰ ਦੂਜਿਆਂ ਮੁਸਲਮਾਨਾਂ ਦੇ ਦਿਲ ਦੁਖਦੇ ਨੇ ਵੇਖ ਕੇ, ਤੁਹਾਨੂੰ ਵੇਖ ਕੇ ਦੂਸਰੇ ਮੁਸਲਮਾਨਾਂ ਦੇ ਦਿਲ ਦੁਖਦੇ ਨੇ ਕਿ ਦੇਖੋ ਇਹ ਉੱਥੇ ਗਿਆ ਤੇ ਇਹਦੀ ਵਜ੍ਹਾ ਤੋਂ ਉੱਥੇ ਸ਼ਾਤਮੀਅਤ ਹੋਈ ਹੈ, ਇਹਦੀ ਵਜ੍ਹਾ ਤੋਂ ਨੰਗੀਆਂ ਗਾਲਾਂ ਪਈਆਂ। ਥੋੜਾ ਜਿਹਾ ਚੀਜ਼ਾਂ ਨੂੰ ਅਵੈਲਿਊਏਟ ਵੀ ਕਰਨਾ ਸਿੱਖੋ। ਅੱਲਾਹ ਤਾਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ। ਮੈਂ ਦੱਸਿਆ ਕਿ ਦੋ ਚੀਜ਼ਾਂ ਦੀ ਮੈਨੂੰ ਬਹੁਤ ਖੁਸ਼ੀ ਹੈ। ਇੱਕ ਤੇ ਮੁਸਲਮਾਨ ਆਪਸ 'ਚ ਲੜਨਾ ਛੋੜ ਗਏ ਨੇ, ਦੂਸਰਾ ਇਹ ਕਿ ਹਰ ਮੁਸਲਮਾਨ ਨਾੜੀ ਵੀ ਤੇ ਖਿਲਾੜੀ ਵੀ, ਉਹਦੇ ਹਰ ਇੱਕ ਦੇ ਹੱਥ ਵਿੱਚ ਮਿਰਜ਼ਾ ਕਾਦੀਆਨੀ ਦਾ ਹਰ ਵਕਤ ਕੋਈ ਨਾ ਕੋਈ ਹਵਾਲਾ, ਕੋਈ ਨਾ ਕੋਈ ਤਹਿਰੀਰ ਹੈ। ਬਸ ਇਹ ਹੀ ਮੈਂ ਚਾਹੁੰਦਾ, ਅੱਲਾ ਇਹਨੂੰ ਤਾਂ ਕਿਆਮਤ ਤੱਕ ਚਲਾਏ। ਤੇ ਮੁਸਲਮਾਨਾਂ ਨੂੰ ਇੰਨੀ ਤਾਂ ਸਮਝ ਆ ਜਾਣੀ ਚਾਹੀਦੀ ਕਿ ਮੁਖਾਲਫ ਦੇ ਮੁਸਲਮਾਨ ਚੋਂ ਦਲੀਲ ਪੇਸ਼ ਕਰਨਾ ਇਹ ਹੀ ਮੁਖਾਲਫਾਨਾ ਗੁਫ਼ਤਗੂ ਦੀ ਬੁਨਿਆਦ ਹੈ ਔਰ ਅਸਲੂਬ ਹੈ। ਜਿਹਨੂੰ ਇੰਨਾ ਵੀ ਨਹੀਂ ਪਤਾ ਕਿ ਮੁਖਾਲਫਾਨਾ ਗੁਫ਼ਤਗੂ ਦਾ ਬੁਨਿਆਦੀ ਤਰੀਕਾਕਾਰ ਕੀ ਹੈ, ਉਹ ਮੁਸਲਮਾਨਾਂ ਦੀ ਨੁਮਾਇੰਦਗੀ ਕਰਨ ਦੀ ਖਾਹਿਸ਼ ਰੱਖਦਾ ਹੈ, ਸ਼ੌਕ ਰੱਖਦਾ ਹੈ, ਜਜ਼ਬਾ ਰੱਖਦਾ ਹੈ। ਅੱਲਾਹ ਉਹਦੇ ਜਜ਼ਬੇ 'ਚ ਬਰਕਤ ਦੇਵੇ, ਲੇਕਿਨ ਉਹ ਫਾਇਦਾ ਨਹੀਂ ਹੈ, ਨੁਕਸਾਨ ਦੇਗਾ ਨਾ। ਉਹ ਆਪਣੇ ਮੁਸਲਮਾਤ ਉਹਦੇ ਅੱਗੇ ਪੇਸ਼ ਕਰੇਗਾ, ਮਿਰਜ਼ਾਈ ਦੇ ਅੱਗੇ ਉਹਨਾਂ ਨਾਲ ਹੀ ਖਿਲਵਾੜ ਪਿਆ ਕਰੇਗਾ। ਭਾਈ ਨਹੀਂ, ਮਿਰਜ਼ਾਈ ਦੇ ਅੱਗੇ ਮਿਰਜ਼ਾਈ ਦੇ ਮੁਸਲਮਾਤ ਰੱਖੋ, ਜਿਹਨੂੰ ਵੇਖ ਕੇ ਮਿਰਜ਼ਾਈ ਦੀਆਂ ਚੀਕਾਂ ਨਿਕਲਦੀਆਂ। ਜਿਹੜਾ ਮਰਜ਼ੀ ਹਵਾਲਾ, ਚੰਗਾ ਮਾੜਾ, ਉਹ ਤੁਹਾਡੀ ਆਪਣੀ ਜੱਜਮੈਂਟ ਹੈ। ਬਸ ਜ਼ਿਆਦਾ ਸਖਤ ਹਵਾਲਾ ਦਈਏ ਤੇ ਫਿਰ ਜ਼ਿਆਦਾ ਸਖਤ ਰਿਐਕਸ਼ਨ ਹੀ ਆਉਂਦਾ ਨਾ। ਅੱਗੇ ਤੇ ਅੰਡਰਸਟੂਡ ਗੱਲ ਹੈ ਨਾ, ਸੋਚ ਸਮਝ ਕੇ ਮਾਹੌਲ ਦੇ ਮੁਤਾਬਕ ਹਵਾਲਾ ਦਿਓ, ਲੇਕਿਨ ਦਿਓ ਉਹਨਾਂ ਨੂੰ ਉਹਨਾਂ ਦੀਆਂ ਕਿਤਾਬਾਂ 'ਚ ਹਵਾਲੇ। ਤੇ ਵੇਖੋ ਫਿਰ ਇੱਥੇ ਮਿਰਜ਼ਾਈ ਕਿੰਨੇ ਕੁ ਦਿਹਾੜੇ ਕੱਢਦੇ ਨੇ ਟਿਕਟਾਕ ਤੇ। ਤਰੀਖ ਨੋਟ ਕਰ ਲਓ, ਦਿਹਾੜਾ ਨੋਟ ਕਰ ਲਓ। ਮਿਰਜ਼ਾਈ ਇਨਸ਼ਾਅੱਲਾ ਨਜ਼ਰ ਨਹੀਂ ਆਵਣਗੇ ਟਿਕਟਾਕ ਦੇ ਉੱਤੇ। ਅਗਰ ਤੁਸੀਂ ਮਿਰਜ਼ਾਈਆਂ ਦੇ ਸਾਹਮਣੇ ਉਹਨਾਂ ਦੀਆਂ ਇਬਾਰਤਾਂ ਰੱਖੋਗੇ, ਹਰ ਬੰਦੇ ਨੂੰ ਉਹਦੇ ਮੁਸਲਮਾਤ 'ਚ ਦਲੀਲ ਦਿੱਤੀ ਜਾਏ ਤੇ ਉਹਨੂੰ ਉਹ ਬੋਝ ਲੱਗਦਾ ਹੈ, ਮੁਸ਼ਕਿਲ ਲੱਗਦਾ ਹੈ ਕਿ ਭਾਈ ਮੇਰੀ ਕਿਤਾਬ ਹੈ, ਮੇਰੀ ਤਹਿਰੀਰ ਹੈ, ਤੇ ਉਹ ਲਾਮਹੱਲਾ ਮੇਰੇ ਅੱਗੇ ਪੈ ਰੱਖਦਾ ਹੈ। ਸੁਣਨ ਵਾਲਾ ਬੰਦਾ ਇਹ ਹੀ ਆਖੇਗਾ ਕਿ ਭਾਈ ਮੇਰੀ ਕਿਤਾਬ ਦੇ ਵਿੱਚ ਇਹ ਗਲਤ ਗੱਲ ਲਿਖੀ। ਉਹਦਾ ਦਫਾ ਕਰਨਾ ਉਹਦੀ ਮਜਬੂਰੀ ਬਣ ਜਾਂਦੀ ਹੈ, ਉਹਦੇ ਤੋਂ ਦੌੜ ਨਹੀਂ ਸਕਦਾ। ਲੇਕਿਨ ਮਿਰਜ਼ਾਈਆ ਦਾ ਲਿਟਰੇਚਰ, ਮੈਂ ਕਸਮ ਖਾ ਕੇ ਕਹਿਣਾ, ਐਸਾ ਹੈ ਕਿ ਨਾ ਸਿਰਫ ਇਹ ਕਿ ਬੋਝ ਹੈ ਬਲਕਿ ਮੁਸੀਬਤ ਹੈ ਮਿਰਜ਼ਾਈਆਂ ਵਾਸਤੇ। ਰਾਤੀ ਸੈਣੀ ਸਾਹਿਬ ਦੀ ਬਰਾੜ ਤੇ ਮੈਂ ਉਹ ਸ਼ੇਰ ਪੜ੍ਹ ਦਿੱਤਾ ਜਿਹੜਾ ਸਾਦੁੱਲਾ ਲੁਧਿਆਣਵੀ ਰਹਿਮਹੁੱਲਾਹ ਤੇ ਮਿਰਜ਼ਾ ਕਾਦੀਆਨੀ ਨੇ ਲਿਖਿਆ ਸੀ। ਆਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਮ ਤਮੁਤ ਬਿਲਖਜ਼ੀ ਯਾ ਇਬਨ ਅਲ-ਬਗਾ। ਲਓ ਜੀ, ਪਹਿਲਾਂ ਤੇ ਮਿਰਜ਼ਾਈ ਕਹਿਣ ਲੱਗੇ ਕਿ ਇਬਨ ਅਲ-ਬਗਾ ਦਾ ਮੈਂ ਨਾ, ਸੈਣੀ ਸਾਹਿਬ ਕਹਿੰਦੇ ਮੇਰਾ ਕੀ ਮੈਂ ਨਾ ਇਬਨ ਅਲ-ਬਗਾ ਦਾ। ਮੈਂ ਕਿਹਾ ਤਾਂ ਮੈਨੇ ਕਹਿੰਦੇ ਨਹੀਂ ਉਹ ਕੁਰਾਨ 'ਚ ਬਗਾ ਇੰਜ ਆਇਆ ਉਂਝ ਆਇਆ। ਮੈਂ ਕਿਹਾ ਜੇ ਅੱਛਾ ਜੀ ਮਿਰਜ਼ਾਈ ਸਾਰੇ ਸੁਭਾਨ ਅੱਲਾਹ ਸੈਣੀ ਸਾਹਿਬ ਸਾਡੇ ਰਲੋ, ਮਦਦ ਕਰੋ, ਸਾਡੀ ਮਦਦ ਕਰੋ। ਮੈਂ ਕਿਹਾ ਸਾਹਿਬ ਦੇ ਕੀਤੇ ਤਰਜਮੇ ਤੋਂ ਮੁਕਰਨ ਲੱਗੇ ਹੋ। ਮਿਰਜ਼ਾ ਸਾਹਿਬ ਆਪ ਇਹਦਾ ਤਰਜਮਾ ਕੀਤੇ ਹੈ ਨਸਲੇ ਬਦਕਾਰਾਂ। ਜਿਸ ਵੇਲੇ ਉਹ ਰੱਖਿਆ ਸਾਹਮਣੇ, ਉਹ ਜਿਹੜਾ ਸੀ ਨਾ ਬਾਗੀ ਵਾਲਾ ਮਹੀਨਾ, ਤੇ ਉਹ ਕੁਰਾਨ ਦਾ ਲਫ਼ਜ਼ ਤੇ ਗ੍ਰਾਮਰ ਦੀ ਰੂਹ ਨਾਲ ਤੇ ਲਿਸਾනුਲ ਅਰਬ, ਉਹ ਸਾਰਾ ਪ੍ਰੋਗਰਾਮ ਉਹਨਾਂ ਦਾ ਅਧੂਰਾ ਰਹਿ ਗਿਆ। ਮਿਰਜ਼ਾ ਕਦੇ ਨੇ ਆਪ ਤਰਜਮਾ ਕੀਤਾ ਨਸਲੇ ਬਦਕਾਰਾਂ। ਜਿਸ ਵੇਲੇ ਨਸਲੇ ਬਦਕਾਰਾਂ ਅੱਗੇ ਰੱਖਿਆ ਤੇ ਨਵਾਂ ਪੰਜਰ ਸੁਣਿਓ, ਕਹਿੰਦਾ ਹੈ ਨਸਲੇ ਬਦਕਾਰਾਂ ਦਾ ਮਤਲਬ ਨਸਲੇ ਬਦਕਾਰਾਂ ਨਹੀਂ ਹੈ। ਫਿਰ ਅਗਲਾ ਪੰਜਰ, ਉਹ ਯਕੀਨ ਜਾਣੋ ਉਹਨਾਂ ਦੇ ਆਪਣੇ ਬੰਦੇ ਥੱਲੇ ਬਹਿ ਕੇ ਐਨੇ ਇਰੀਟੇਟ ਹੋਏ ਕਿ ਇੱਕ ਦੋ ਬੰਦਾ ਉੱਤੇ ਆ ਗਿਆ ਜਿਹੜਾ ਦਲੇਰੀ ਨਾਲ ਨਬੀ ਪਾਕ ਨੂੰ ਗਾਲੀ ਸ਼ਾਲੀ ਦੇ ਲੈਂਦਾ ਨਾ। ਉਹ ਜ਼ਿਸ਼ਾਨ ਅਕਬਰ ਦਾ ਨਾਇਕ UK 'ਚ ਹੁੰਦਾ ਹੈ। ਹਰਾਮਜ਼ਾਦਿਆ, ਤੈਨੂੰ ਮੁਸਲਮਾਨ ਢੀਕਦੇ ਨੇ ਪਏ
इंशाल्लाह जब तक तन्नू तेरे इस जुल्म दा तेरी ज्यादती दा बदला नहीं दिता जाएगा तन्नू कैफरे किरदार उन्नी देर तक तेरे जैसे हरामजादे नाल कदों किसी दा दिल करदा गल करन दे हरामजादे कि पाकिस्तान नाल मूंह कर ते दस भी मैं ओ ईशान अकबर जिन्हें नबी पाक नू हुसैनी दी बरात ते गालां कढ़ियां ने ते मैं आ गया लाहौर एयरपोर्ट ते उतरन लगा मेरा कर लो कुछ एक वजह ते हो ਉਹ ਉੱਤੇ ਆ ਗਿਆ ਹੋਰ ਵੀ ਕੁਛ ਸ਼ਾਇਦ ਇੱਕ ਦੋ ਆ ਗਿਆ ਉਹਨਾਂ ਮਰਜ਼ਾਈਆਂ ਨੂੰ ਆ ਕੇ ਝਿੜਕਣਾ ਸ਼ੁਰੂ ਕਰ ਦਿੱਤਾ ਉਹਨਾਂ ਆਖਿਆ ਯਾਰ ਗੱਲ ਸੁਣੋ ਜਿਹੜੀ ਮਸੀਹ ਮੌਤ ਦੀ ਇਬਾਰਤ ਲਿਖੀ ਹੈ ਬਗੈਰ ਤੋਂ ਉਹਦੇ ਤੋਂ ਕਿਉਂ ਬਦੌੜਦੇ ਹੋ ਗੈਰਤ ਕਰੋ ਜੋ ਉਹਨੇ ਲਿਖਿਆ ਤੁਸੀਂ ਉਹਨੂੰ ਔਨ ਕਰੋ ਤੁਸੀਂ ਕੁਰਾਨ ਤੇ ਹਮਲਾ ਕਰੋ ਕੁਰਾਨ 'ਚ ਲਿਖਿਆ ਜ਼ਨੀਮ ਕੁਰਾਨ 'ਚ ਫਲਾਣਾ ਲਫ਼ਜ਼ ਲਿਖਿਆ ਤੁਸੀਂ ਕੁਰਾਨ ਤੇ ਹਮਲਾ ਕਰੋ ਲੇਕਿਨ ਇਹ ਬਗੈਰਤੀ ਨਾ ਦਿਖਾਓ ਇਹਦਾ ਸਾਨੂੰ ਕੋਈ ਫਾਇਦਾ ਨਹੀਂ ਇਹਦੇ ਨਾਲ ਸਾਨੂੰ ਥੱਲੇ ਇਰੀਟੇਸ਼ਨ ਹੋਣ ਲੱਗੀ ਕਿ ਪਹਿਲੇ ਤੁਸੀਂ ਇੱਕ ਪੰਚਰ ਲਾਇਆ ਕਿ ਬਗਾਇਆ ਦਾ ਮੈਂ ਨਾ ਫਾਹਿਸ਼ਾ ਔਰਤ ਨਹੀਂ ਹੁੰਦਾ ਦੂਜਾ ਪੰਚਰ ਲਾਇਆ ਜੇ ਕਿ ਨਸਲੇ ਬਦਕਾਰਾਂ ਦਾ ਮਤਲਬ ਨਸਲੇ ਬਦਕਾਰਾਂ ਨਹੀਂ ਹੁੰਦੇ ਜਿਹੜੇ ਥੱਲੇ ਸੁਣਨ ਵਾਲੇ ਬੰਦੇ ਨੇ ਉਹ ਰੋਟੀ ਨੂੰ ਚੋਚੀ ਕਹਿੰਦੇ ਨੇ ਇਹੋ ਜਿਹਾ ਗੰਦਾ ਪਰਸੈਪਸ਼ਨ ਨਾ ਦਿਓ ਤੁਸੀਂ ਜੋ ਲਿਖਿਆ ਉਹਨੂੰ ਕਬੂਲ ਕਰ ਲਓ ਤੇ ਜਵਾਬ 'ਚ ਤੁਸੀਂ ਕੁਰਾਨ ਤੇ ਹਮਲਾ ਕਰ ਦਿਓ ਉਹਨੇ ਆ ਕੇ ਉੱਤੇ ਮਤਲਬ ਉਹ ਮਿਰਜ਼ਾਈਆਂ ਦੀਆਂ ਇਬਾਰਤਾਂ ਮਿਰਜ਼ਾਈਆਂ ਵਾਸਤੇ ਇੰਨੀ ਇਰੀਟੇਸ਼ਨ ਦਾ ਬਾਇਸ ਹੋ ਰਹੀ ਹੁੰਦੀਆਂ ਨੇ ਕਿ ਖੁਦ ਜਿਹੜੇ ਬੰਦੇ ਥੱਲੇ ਇਹਨਾਂ ਦੇ ਮਿਰਜ਼ਾਈ ਬੈਠੇ ਹੁੰਦੇ ਨੇ ਨਾ ਉਹ ਇਹਨਾਂ ਪੰਚਰਾਂ ਤੋਂ ਇਰੀਟੇਟ ਹੋ ਕੇ ਉੱਤੇ ਆ ਕੇ ਗੱਲ ਪੈ ਜਾਂਦੇ ਨੇ ਆਪਣੇ ਭਰਾਵਾਂ ਦੇ ਵੀ ਕੀ ਬਕਵਾਸ ਕਰਨ ਲੱਗੇ ਹੋ ਜੋ ਲਿਖਿਆ ਸੋ ਲਿਖ ਕੇ ਉਹਨੂੰ ਔਨ ਕਰੋ ਮਰਦ ਕਾਨੂੰ ਲੱਗੇ ਹੋ ਤਾਰਕ ਜੋਹਾਨ ਜੋ ਸਿੱਧੀਆਂ ਗਾਲਾਂ ਮੈਂ ਕਰਦਾ ਪਿਆਂਦਾ ਠੀਕ ਹੈ ਇਹੋ ਹੀ ਹੈ ਜੋ ਹਜ਼ਰਤ ਸਾਹਿਬ ਨੇ ਲਿਖਿਆ ਨਸਲੇ ਬਦਕਾਰਾਂ ਆਖਿਆ ਤੇ ਨਸਲੇ ਬਦਕਾਰਾਂ ਹੀ ਹੈ ਜੋ ਉਹਨਾਂ ਨੇ ਆਖਿਆ ਹੈ ਹੀ ਨਸਲੇ ਬਦਕਾਰਾਂ ਇਹ ਜਿਹੜੇ ਨੇ ਇਹ ਪਰਦੇ ਪਾਣ ਇਹ ਕਪੜਾ ਪਾਣ ਮਿਰਜ਼ੇ ਕਾਦੀਆਨੀ ਦੀ ਤਹਿਰੀਰ ਤੇ ਅੰਜਾਮੇ ਆਤਮ ਦੀ ਤਹਿਰੀਰ 282 ਸਫਾ 11ਵੀਂ ਜਿਲਦ ਇਹ ਕਪੜਾ ਪਾਣ ਉੱਤੇ ਤੇ ਆਖਣ ਕਿ ਇਨਸ਼ਾਅੱਲਾ ਕੂੜ ਹੀ ਹੋਵੇ ਇਨਸ਼ਾਅੱਲਾ ਕੂੜ ਹੀ ਹੋਵੇ ਨਾ ਹੀ ਇਸ ਭਾਰਤ ਦਾ ਦਫਾ ਕਰਨਾ ਪਵੇ ਸੋ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਜਿਹੜੀਆਂ ਮਿਰਜ਼ਾ ਕਾਦੀਆਨੀ ਦੀਆਂ ਇਬਾਰਤਾਂ ਤੁਸੀਂ ਸਾਰਿਆਂ ਭਾਈਆਂ ਨੇ ਹੱਥ 'ਚ ਫੜ ਲੀਆਂ ਨੇ ਨਾ ਮੇਰਾ ਦਿਲ ਵੇਖ ਕੇ ਬਾਗ ਹੋ ਗਿਆ ਵੱਲਾ ਮੈਂ ਟਿਕਟਾਕ ਦੇ ਜਦੋਂ ਆਇਆ ਪਹਿਲੀ ਵਾਰੀ ਇੰਨੀ ਖੁਸ਼ੀ ਔਰ ਰਾਹਤ ਮਹਿਸੂਸ ਕਰਨਾ ਔਰ ਸਕੂਨ ਮਹਿਸੂਸ ਕਰਨਾ ਮੈਂ ਤੁਹਾਨੂੰ ਪਤਾ ਹੈ ਤੁਸੀਂ ਬਰਾਡ ਆਨ ਕੀਤੀ ਹੋਵੇ ਤੇ ਮੈਂ ਸਾਰਾ ਕੰਮ ਛੋੜ ਛਾੜ ਕੇ ਇੱਧਰ ਹੀ ਆਉਣਾ ਵਾ ਲੇਕਿਨ ਜਿਸ ਵੇਲੇ ਉੱਥੇ ਪਲੇਟਫਾਰਮ ਇਸ ਤਰ੍ਹਾਂ ਦਾ ਬਣਿਆ ਹੋਵੇ ਸੱਜੇ ਹੋਵੇ ਤੇ ਮੈਂ ਤਾਂ ਉੱਥੇ ਗਿਆ ਵਾਂ ਕਿ ਇਹਨੂੰ ਹੋਰ ਇਹਦੇ ਉੱਤੇ ਬਰਕਤ ਦਿੱਤੀ ਜਾਏ ਇਸ ਗੁਫ਼ਤਗੂ ਦੇ ਵਿੱਚ ਹੋਰ ਇਜ਼ਾਫਾ ਕੀਤਾ ਜਾਏ ਤੇ ਮਿਰਜ਼ਾਈਆਂ ਦੇ ਘਰਾਂ 'ਚੋਂ ਇਹ ਆਵਾਜ਼ਾਂ ਜਿਹੜੀਆਂ ਮੈਂ ਹੁਣ ਬਲੂਟੁੱਥ ਨਾਲ ਸੁਣ ਰਿਹਾ ਨਾ ਦੂਜੇ ਪਾਸੇ ਬਸ ਮੁਰਦਾ ਆਵਾਜ਼ਾਂ ਬਿਲਕੁਲ ਮੁਰਦਾ ਆਵਾਜ਼ਾਂ ਬੋਲ ਰਿਹਾ ਹਲਕੀ ਹਲਕੀ ਆਵਾਜ਼ ਨਾਲ भाई मौलवी ने कर दिया ना इनको सोचना चाहिए कि पाबंदी क्यों लगाई है हमारी किताबों पर क्यों पाबंदी लगाई है भाई जवाद भाई लोग सोचने नहीं ना देते आम बंदे को सोचना चाहिए आवाज़ ही नहीं उत्ती निकल रही है वल्ला मुसलमानों ने इकट्ठा बैठे वेख के और ਜਿਹੜਾ ਕੋਈ ਸਾਡਾ ਮੁਸਲਮਾਨ ਭਰਾ ਢਿੱਲਾ ਮੱਠਾ ਹੋਵੇ ਸਾਡਾ ਸਾਰਿਆਂ ਦਾ ਹੱਕ ਬਣਦਾ ਹੈ ਉਹਦੀ ਬਰਾੜ ਤੇ ਜਾਣਾ ਉਹਦੇ ਮਗਰ ਜਾਣਾ और उन्होंने मुस्तैद करना उन्होंने स्टैंड बाई करवाना उन्होंने खड़ा करवाना वड़ाई साहब ने काफ़ी ज़्यादा ही पता नहीं ट्विटर की वजह तो कह लो या किसी वजह तो कह लो काफ़ी ज़्यादा ही लचक इन्होंने दे दी सी बहुत ज़्यादा ही लचक का मुजाहरा कर दिता सी जिहदी वजह तो उन्होंने भी मुसलमानों की नाराज़गी बन गई तो मसले मसाइल बन गए तो हुण खुद बड़ी स्ट्रांग आवाज़ नाल सुबह गल कर रहे सी अल्लाह उन्होंने और मजबूत बनाए तो और उन्होंने ईमान ईमान वाला बंदा तो ये बकवास सुन ही नहीं सकता ना जिस तरह की ना इम्तियाज़ भाई गुस्से च आके बोलन लगे सी कि इहो जी कुफरियात और मुगलजात और लगवियात और शातमियत नूं सुनना ही कुफर है सुनना ही हराम है जो कोई वो अपनी बराडां दे उत्ते हाँ सिर्फ वो बंदा सुने जिन्हें उन्हां दी जाके मंजी ठोकनी होवे जिन्हें उन्हां दा रद्द करना वैसे ढिलिया हो के बहन दी उत्ते कोई जरूरत किहड़ी है बस उन्हां नाल रिश्तेदारी करनी है जदों मिर्ज़ा कादियानी दा मुंडा कहंदा है हमार दो ही चीज़ें होती हैं एक समाजी माशरती एक होता है मजहबी आपका ताल्लुक मजहबी तल्लक ख़त्म कर दिया है नमाजें अलहदा कर दी गई कि इनके पीछे नमाजें नहीं पढ़नी समाजी और माशरती तल्लक ख़त्म कर दिया गया रिश्ते नाते करने बंद कर दिए गए कि तुसां मुसलमानों ने कोई रिश्ता नाता नहीं करना असां हुण होरां नाल की करना है किहड़ी साडी उन्हां नाल दोस्ती है हुण मिर्ज़ाई चाहते ने साडे नाल दोस्ती लानी वो चाहते ने साडे जो कोई बंदा ढिली मट्ठी गल करे ते थोड़ा जिहा भी प्यार दा मुज़ाहरा करे ते असीं उहनूं जफ्फी पा लईए असीं उहदे पैरां नूं झट्टीए उहदी जुत्ती नूं झट्टीए लेकिन नहीं ਅਸੀਂ ਕਹਿੰਦੇ ਨਹੀਂ ਜੇ ਕੋਈ ਮੁਸਲਮਾਨ ਰਵਾਲ ਵੀ ਢਿੱਲ ਮਜ਼ਾਰਾ ਕਰਦਾ ਹੈ ਨਾ ਸਾਰੇ ਮੁਸਲਮਾਨ ਉਹਦੇ ਮਗਰ ਹੋਇਆ ਕਰੋ ਉਹਨੂੰ ਫਾਲੋ ਕਰਿਆ ਕਰੋ ਉਹਨੂੰ ਆਖਿਆ ਕਰੋ ਮੇਰਾ ਭਰਾ ਨਾ ਜੇ ਤੂੰ ਮੁਸਲਮਾਨ ਹੈ ਕਿਉਂਕਿ ਸੋਸ਼ਲ ਮੀਡੀਆ ਪਤਾ ਤਾਂ ਕੋਈ ਨਹੀਂ ਨਾ ਹੁੰਦਾ ਇੱਕ ਬੰਦਾ ਆ ਕੇ ਤਾਰਫ ਕਰਾਂਦਾ ਕਹਿੰਦਾ ਮੈਂ ਸ਼ੀਆ ਵਾਂ ਮੈਂ ਸੁੰਨੀ ਆ ਮੈਂ ਬਰੇਲਵੀ ਆ ਮੈਂ ਦੇਵਬੰਦੀ ਆ
ਪਹਿਲ ਦੀ ਸਾ ਪਤਾ ਨਹੀਂ ਉਹ ਪਹੁੰਚੀ ਹੋਵੇ, ਹੋ ਸਕਦਾ ਗਲਤੀ ਬਿਆਨ ਕਰ ਰਿਹਾ, ਗਲਤ ਬਿਆਨ ਵੀ ਲੋਕ ਕਰਦੇ ਹੀ ਨੇ। ਉਹਨੂੰ ਜਦ ਤੱਕ ਕਲੀਅਰ ਨਾ ਹੋ ਜੇ ਉਹਦੇ ਨਾਲ ਤਕਲੀਫ ਵੀ ਸਹਿਣੀ ਪੈਂਦੀ ਹੈ, ਜਬਰ ਵੀ ਸਹਿਣਾ ਪੈਂਦਾ ਹੈ। ਇਹ ਸਮੀਰ ਹੈ ਤੇ ਉਹ ਜਿਹੜਾ ਤਾਰਫ ਆਪਣਾ ਕਰਾਂਦਾ ਕਿ ਮੈਂ ਇਸਮਾਈਲੀ ਸ਼ੀਆ ਵਾਂ, ਠੀਕ ਮੰਨ ਲਿਆ। ਉਹਦੇ ਸਾਹਮਣੇ ਉਹਦਾ ਦਿਲ ਨਹੀਂ ਕਰਦਾ ਕਿ ਉਹਨਾਂ ਨਾਲ ਕੋਈ ਸਖਤ ਲਫ਼ਜ਼ ਬੋਲਣ ਤੇ ਜਦੋਂ ਅਸੀਂ ਮਿਰਜ਼ਾ ਕਾਦੀਆਨੀ ਦੀਆਂ ਤਹਿਰੀਰਾਂ ਉਹਦੇ ਅੱਗੇ ਪੜ੍ਹਦੇ ਹਾਂ ਤੇ ਉਹ ਆਪ ਲਾਹਨਤਾਂ ਪਾਉਣ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹ ਨਬੀ ਪਾਕ ਦੀ ਬੇਟੀ ਨੂੰ ਇਹਨਾਂ ਗਾਲ ਕੱਢੀ, ਉਹ ਕਹਿੰਦਾ ਮੈਂ ਦੀਵਾਰ ਨੂੰ ਹੱਥ ਮਾਰਿਆ, ਮੇਰਾ ਹੱਥ ਹੀ ਜ਼ਖਮੀ ਹੋ ਗਿਆ। ਇਹ ਹਰਾਮੀ ਕੁੱਤੀ ਦਾ ਬੱਚਾ ਕਹਾਂ ਸੇ ਆ ਗਿਆ। ਪੰਜਾਬੀ ਨੂੰ ਨਹੀਂ ਸਮਝ ਆਉਂਦੀ, ਉਰਦੂ 'ਚੋਂ ਪਤਾ ਨਹੀਂ ਕਹਿੰਦਾ ਮੈਂ ਕਸ਼ਮੀਰ ਦਾ ਵਾਂ। ਲੇਕਿਨ ਇਹੋ ਜਿਹੇ ਬੰਦੇ ਨੂੰ ਉੱਥੇ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ, ਟਫ ਹੁੰਦਾ ਹੈ। ਕੱਲ ਮੈਂ ਗਿਆ ਮੈਂ ਤੇ ਅੱਲਾ ਲਾਲਾ 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 ਹੋ ਗਈ ਜਾਂਦੇ ਹੀ। ਜੋ ਹੀ ਮੈਂ ਗਿਆ ਤੇ ਮਰਜਾਈ ਉੱਥੇ ਕ੍ਰਿਸ਼ਨਾ ਨਾਲ ਗੱਲ ਕਰਨ ਲੱਗੇ ਸੀ ਤੇ ਉਹ ਬਾਅਦ 'ਚ ਗਵਈਆ ਪਿਆ ਕੇ ਸਾਡੇ ਤੇ ਉਹਨੇ ਹਮਲਾ ਹੀ ਕਰ ਦਿੱਤਾ ਨਾ ਇੱਕੋ ਦਮ ਅਚਾਨਕ ਆ ਕੇ। ਤੇ ਉੱਥੇ ਕੁੱਤੇ ਲਾ ਕੇ ਮਰ ਦੜਾਏ ਨੇ ਮੈਂ ਉੱਥੋਂ ਸਮੀਰ ਦੀ ਬਰਾੜ ਤੋਂ। ਸੋ ਇਹੋ ਜਿਹੀ ਬਰਾੜ ਦੇ ਉੱਤੇ ਥੋੜਾ ਬਹੁਤਾ ਜਾ ਕੇ ਰੰਬੜਾਂ ਤੇ ਪੈਂਦਾ ਹੈ, ਗਲਾ ਗੁਲਾ ਤੇ ਬਹਿ ਜਾਂਦਾ ਹੈ। ਲੇਕਿਨ ਇਹ ਹੀ ਜੋਹਦ ਮਸਲਸਲ, ਇਹ ਹੀ ਜਿਹਾਦ ਹੈ। ਇੱਥੇ ਹੁਣ ਤਲਵਾਰ ਵਾਲਾ ਜਿਹਾਦ ਨਹੀਂ ਪਿਆ ਹੁੰਦਾ, ਇੱਥੇ ਕਲਮੀ ਜਿਹਾਦ ਹੀ ਪਿਆ ਹੁੰਦਾ ਹੈ, ਇਲਮੀ ਜਿਹਾਦ ਹੀ ਪਿਆ ਹੁੰਦਾ ਹੈ, ਜ਼ਬਾਨਾਂ ਨਾਲ ਹੀ ਲਿਸਾਨੀ ਜਿਹਾਦ ਹੀ ਪਿਆ ਹੁੰਦਾ ਹੈ। ਇਹ ਹੀ ਕਰੋ, ਜਦ ਤੱਕ ਦੂਸਰਾ ਨਹੀਂ ਹੁੰਦਾ ਤਬ ਤੱਕ ਇਹ ਕਰੋ। ਔਰ ਇਹਨਾਂ ਦੇ ਮਗਰ ਕੁੱਤੇ ਲਾਓ ਕਿ ਤੁਹਾਡੀ ਐਸੀ ਦੀ ਤੈਸੀ। ਤੁਸੀਂ ਕਿਸੇ ਮੁਸਲਮਾਨ ਨੂੰ ਇਹ ਦੱਸੋਗੇ ਕਿ ਤੁਸੀਂ ਕੋਈ ਮੁਸਲਮਾਨਾਂ ਦਾ ਫਿਰਕਾ ਹੋ ਜਾਂ ਤੁਹਾਡਾ ਕੋਈ ਇਸਲਾਮ ਨਾਲ ਤਲਕ ਹੈ ਜਾਂ ਤੁਸੀਂ ਇਸਲਾਮ ਦਾ ਦਫਾ ਕਰਨਾ ਹੈ। ਤੁਸੀਂ ਉਹ ਹਰਾਮੀ ਗੰਦੀ ਜ਼ਲੀਲ ਕੌਮ ਹੋ, ਨਿਜਸ ਕੌਮ ਹੋ, ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਪੈਗੰਬਰ ਇਸਲਾਮ ਤੇ ਬਿਲਖਸੂਸ ਔਰ ਦੀਗਰ ਅੰਬਿਆ ਦੇ ਉੱਤੇ ਬਿਲਅਮੂਮ ਬਕਵਾਸ ਕਰਨਾ ਔਰ ਭੌਂਕਣਾ ਹੈ ਔਰ ਸ਼ਾਤਮੀਅਤ ਕਰਨੀ। ਤੁਹਾਡਾ ਲਿਟਰੇਚਰ ਹੀ ਸਾਰਾ ਇਸ ਗੰਦਗੀ ਨਾਲ ਭਰੇ ਹੈ। ਤੁਹਾਡੇ ਜੈਸੀ ਗੰਦੀ ਔਰ ਨਿਜਸ ਕੌਮ ਅੱਲਾ ਦੀ ਇਸ ਧਰਤੀ ਦੇ ਉੱਤੇ ਮੌਜੂਦ ਹੀ ਨਹੀਂ ਹੈ। ਅੱਲਾ ਲਲਾਨ ਮੈਂ ਕਹਿ ਰਿਹਾ ਹਾਂ। ਜਿਹੜੇ ਬੰਦੇ ਵੜਾਏ ਸਾਹਿਬ ਕੋਈ ਗੱਲ ਸਵੇਰੇ ਸੁਣਾਉਂਦੇ ਸਨ ਕਿ ਇੱਕ ਦੋ ਬੰਦਾ ਜਿਹੜਾ ਉਹਨੇ ਨਾ ਸੁਣ ਕੇ ਉਹ ਡਾਕਟਰ ਜ਼ਕਰੀਆ ਨੇ ਜਿਹੜੀ ਸ਼ਾਤਮੀਅਤ ਕੀਤੀ ਉਮੁਲ ਮੋਮਿਨੀਨ ਸੈਦਾ ਆਇਸ਼ਾ ਸਦੀਕਾ ਤਾਹਿਰਾ ਤੈਯਬਾ ਰਜ਼ੀ ਅੱਲਾਹ ਤਾਲਾ ਅਨਹਾ ਦੀ, ਕਹਿੰਦੇ ਉਹ ਸੁਣ ਕੇ ਇੱਕ ਮਿਰਜ਼ਾਈ ਜਿਹੜਾ ਉਹ ਥੋੜਾ ਜਿਹਾ ਸ਼ੌਕ ਉਹਨੂੰ ਲੱਗਾ ਹੈ। ਕਹਿੰਦੇ ਵੀ ਮੇਰਾ ਖਿਆਲ ਹੈ ਕਿ ਉਹਦੇ ਤੇ ਸਹੀ ਮਿਰਜ਼ਾਈਅਤ ਦਾ ਇਹ ਰੰਗ ਨਹੀਂ ਚੜਿਆ। ਜੇ ਉਹਨੂੰ ਸਹੀ ਮਿਰਜ਼ਾਈਅਤ ਦੀ ਅਸਲੀਅਤ ਦਾ ਪਤਾ ਲੱਗ ਗਿਆ ਤਾਂ ਉਹਨੂੰ ਪਤਾ ਲੱਗ ਜਾਏਗਾ ਕਿ ਮਿਰਜ਼ਾਈਅਤ ਇਹੋ ਕੁਝ ਹੈ। ਉਹ ਥੋੜਾ ਜਿਹਾ ਕਨਪੋਲ ਸੀ, ਉਹ ਥੋੜਾ ਜਿਹਾ ਨਾ ਜਿਵੇਂ ਕਹਿੰਦੇ ਨੇ ਨੱਕ ਮੂੰਹ ਵੱਟੇ ਵੀ ਇਹ ਕੀ ਬਕਵਾਸ ਕੀਤੀ ਸਾਡੇ ਮਿਰਜ਼ਾਈ ਭਰਾ ਨੇ। ਇਹ ਜਿਹੜਾ ਵਿਰਕ ਹੈ ਜਿਹੜਾ ਵੜਾਈ ਸਾਹਿਬ ਦਾ ਗਰਾਈ ਹੈ ਪਿੰਡ ਦਾ, ਕਹਿੰਦੇ ਇਹ ਕਿਹੜੀ ਸ਼ਾਦ, ਇਹਦੇ 'ਚ ਇਤਰਾਜ਼ ਵਾਲੀ ਕਿਹੜੀ ਗੱਲ ਹੈ? ਇਹ ਤੇ ਇਲਜ਼ਾਮੀ ਜਵਾਬ ਹੈ। ਇਹਦੇ ਇਤਰਾਜ਼ ਵਾਲੀ ਕਿਹੜੀ ਗੱਲ ਹੈ? ਜਿਹੜੇ ਸਹੀ ਮਿਰਜ਼ਾਈ ਜਿਨ੍ਹਾਂ ਧਤੂਰਾ ਪੀ ਲਿਆ, ਜਿਨ੍ਹਾਂ ਅੰਮ੍ਰਿਤ ਛਕ ਲਿਆ ਬਦਬਖਤਾਂ ਨੇ, ਉਹਨਾਂ ਦੀ ਨਜ਼ਰ 'ਚ ਕੋਈ ਸ਼ਾਤਮੀਅਤ ਨਹੀਂ ਹੈ। ਜੋ ਮਰਜ਼ੀ ਇਹ ਬਕਵਾਸ ਕਰਦੇ ਜਾ। ਮੌਲਵੀ ਸਾਹਿਬ ਇਹ ਲਫ਼ਜ਼ ਨਜਸ ਹੁੰਦਾ, ਨਿਜਸ ਨਹੀਂ ਹੁੰਦਾ। ਠੀਕ ਕਰ ਲਓ ਆਪਣਾ ਲਫ਼ਜ਼। ਮੈਂ ਆਪਣੀ ਗਲਤੀ ਤੋਂ ਰਜੂ ਕਰਨਾ, ਜਿਹੜੇ ਮੈਂ ਕੀੜੇ ਕੱਢ ਬੈਠਾ ਮੌਲਵੀ ਤੇਰੇ ਸਵੇਰੇ ਤੇਰੇ ਤੇ ਇਮਤਿਆਜ਼ ਭਾਈ ਦੇ ਕੀੜੇ ਕੱਢ ਬੈਠਾ, ਮੇਰੇ ਖੱਤੇ ਹੀ ਪੈ ਗਿਆ ਮੌਲਵੀ। ਇਹ ਮੈਨੂੰ ਮਾਫੀ ਲਾ दो मौलवी को, ਅੱਗੇ ਮੈਨੂੰ ਟੋਕਿਆ। अच्छा मैं आमिर भाई एक बात कहना चाह रहा हूँ। अच्छा वो बात ये है कि सबसे पहले तो इस बात की जो है वो बहुत खुशी है और आपने बिल्कुल सही आइडेंटिफाई किया ये बात कि मुसलमान जो हैं वो एक दूसरे की इस्लाह करने के लिए देखें कैसे पुख्ता हैं कि एक दूसरे की इस्लाह के लिए एक दूसरे से लड़ भी पड़ते हैं। अब देखें हम जितने भी यहाँ पर दोस्त बैठते हैं कोई किसी से फेस टू फेस तो नहीं मिला हुआ। मैं बड़े ही कम लोगों को नहीं लड़े भाई, ऐसी कोई नहीं लड़े भाई, ऐसी नहीं लड़े। नहीं बस तुसी नहीं लड़े यार, मैं ਤੁਹਾਡੀ ਨਹੀਂ पे करना मौलवी बड़ा ਇੱਕ ਤੇ ਸਾਡੇ ਵੱਡੇ ਭਰਾ ਜਿਹੜੇ ਨੇ ਨਾ ਜ਼ਿਆ ਰਸੂਲ ਭਾਈ ਹੈ, ਤੁਹਾਡੀ ਇਜਾਜ਼ਤ ਨਾਲ ਪਾਣ ਤੁਹਾਨੂੰ ਨਹੀਂ ਕਹਿ ਰਿਹਾ, ਤੁਸੀਂ ਇਸ ਗੱਲ ਦੇ ਵਿੱਚ ਤੁਸੀਂ ਨਹੀਂ ਜੇ ਹੈਗੇ, ठीक हो गया। अच्छा मतलब एक दूसरे की इस्लाह, यही है वो निज़ाम हिदायत अमर बिल मारूफ पर जो खड़ा है, नहीं अनिल मुनकर पर जो खड़ा है। जो निज़ाम हिदायत हमें अल्लाह सुब्हाना व तआला ने ऐसा मुकम्मल करके दे दिया है कि अगर मुसलमान सिर्फ कुरान और सुन्नत की अकामत दीन के लिए कोशिश करें और एक दूसरे की इस्लाह करें, और ये कुरान मजीद के अंदर आयत है कि बाज़ मोमिनों में से मतलब मोमिनात में से और मोमिनों में से ऐसे हैं जो एक दूसरे को अमर बिल मारूफ और नहीं अनिल मुनकर करते हैं। तो इसकी वजह से हमारी जो है ना वो इस्लाम जो है वो ज़िंदा है और क़यामत तक इसी के ज़रिए से हमने एक दूसरे की इस्लाह करके आगे बढ़ना है। जहाँ तक रहा वक्ती गुस्सा और गम, तो वो रिज़ॉल्व हो जाता है। अल्टीमेटली जो चीज़ बेसिकली नुक्ते की बात है वो ये है कि हमारा ताल्लुक़ क्योंकि नबी दो आलम सल्लल्लाहु अलैहि वसल्लम के साथ है,
ہمارے آپس میں کوئی بھی اختلافات ہوں، لیکن نبی علیہ الصلوۃ والسلام کی ذات پر ہم سارے ایک دوسرے کے ساتھ سیسا پلائی دیوار بن کے کھڑے ہیں، ہمارے آپس کے جو بھی ہوں، لیکن جب نبی علیہ الصلوۃ والسلام کی بات آتی ہے تو ہم اپنے ان جو رنجشیں ہیں، اپنے غم و غصے کو بھول کے صرف نبی علیہ الصلوۃ والسلام کی ناموس کے لیے سارے اکٹھے ہو جاتے ہیں۔ یہ ہمارے اوپر اللہ کا سب سے بڑا فضل ہے۔ اور وہ جو آیت ہے نا وَاعْتَصِمُوا بِحَبْلِ اللَّهِ جَمِيعًا وَلَا تَفَرَّقُوا، اب دیکھیں اللہ سبحانہ وتعالیٰ نے اس آیت میں فرمایا ہے کہ تم لوگ جو تھے وہ ایک گڑھے کے کنارے کھڑے تھے، ایک دوسرے سے پھٹے ہوئے تھے، مفہوماً بیان کر رہا ہوں، اللہ نے الفت ڈال دی تمہارے دلوں میں آپس میں۔ پھر فرمایا رحماء بینہم، یہ مسلمانوں کی، مومنوں کی نشانی ہے۔ اشداء علی الکفار، کفار کے لیے اشد ہوتے ہیں۔ رحماء بینہم، آپس میں رحیم ہوتے ہیں۔ تو الحمدللہ آج بڑی خوشی ہوئی الحمدللہ۔ تو اللہ تعالیٰ ایسے اس برکت کو آگے بڑھائے اور مطلب شیر و شکر ہوں، تمام مسلمان ایک جگہ پہ بیٹھیں اور اس چیز کو جو ہے وہ آگے لے کے مل کے چلیں، ٹھیک ہے۔ تو یہ میرا اس پہ ایک تھا۔ اور اب یہ اس موقع کی مناسبت سے کچھ اشعار میں نے لکھے ہیں ابن ماجہ کی حالت کے اوپر، اگر آپ اجازت دیں تو میں ان کو پڑھ کے آپ کو سنا دوں، تو اس کے بعد پھر گفتگو آگے بڑھاتے ہیں۔ ضرور سنائیں۔ وہ نغمہ بھی نیچے فرمایا شاعری وہ بھی سنائیں گے، لیکن نا ایک بات جو آپ نے کہی ہے نا، اس میں تھوڑا سا میری طرف سے ایک کمنٹ لے لیں۔ جس طرح سے ہر مناظر کو یہ چاہیے کہ وہ مرزائی کے ذہن کو ریڈ کرے پہلے بات کرنے سے، کہ میں یہ اس کے آگے اعتراض یا سوال رکھوں گا تو مرزائی اس کا کیا جواب دے گا، پہلے اس کی صلاحیت کو جج کرے، اس کے ایویلیویٹ کرے کہ میرے اس سوال کا وہ کیا جواب دینے والا ہے، پھر اس کے آگے رکھے۔ اسی طرح سے مسلمان جب اپنے مسلمان بھائی کی اصلاح کی کوشش کرتا ہے نا، نیت سب کی اچھی ہی ہوتی ہے، میں کسی کی بھی نیت کو برا نہیں کہتا، لیکن اس کو بھی ایویلیویٹ کرنا چاہیے، میری اس بھائی کے ساتھ کتنی فرینکنیس ہے، کتنا وہ میری بات کو برداشت کر لے گا، کن لفظوں کے ساتھ میں اس کی اصلاح کروں، کس موقع پر اصلاح کروں، کس طریقے سے اصلاح کروں اور کیسے اصلاح کروں۔ کئی دفعہ انکڑی اصلاح، انکڑی گل جو ہوتی ہے نا، وہ اصلاح سے زیادہ فساد کا باعث بن جاتی ہے۔ یہاں پر ہم نے دیکھا ہے اصلاح کے نام پر براڈیں ایک دوسرے کے نام کی لگائی ہوئی ہیں، وہ اصلاح ہو رہی ہے، تو ذلیل کرنے کے لیے ایک دوسرے کو گالم گلوچ کیا جا رہا ہے نا، وہ اصلاح نہیں ہے۔ تو اصلاح یہ ہے کہ آپ پہلے اپنے آپ کو کھڑا کر کے آئینے کے سامنے دیکھیں کہ میں نے عامر نذیر کی ٹوکا ٹکائی کرنی ہے، اس کی غلطی بیان کرنی ہے، وہ کتنا میری بات کو جر لے گا۔ اب ضیاء بھائی ہیں، مجھے پتہ ہی ہے نا اس بندے سے جتنا مجھے پیار ہے، تو اس کی بات تو مجھے غصہ نہیں لگتی، لیکن ہر بندے کی بات مجھ سے شاید برداشت نہ ہو، اس طرح کی ٹوکا ٹکائی۔ یہ میرے کہنے کا مطلب ہے کہ میں بھی ہر بندے کو جب یہ ٹوکوں تو مجھے بھی جج کرنا چاہیے کہ یہ بندہ کیا میں اس کو یہاں ٹوکوں یا اس کو واٹس ایپ پہ رابطہ کروں۔ عامر اکبر یہاں آگے، میں نے ان کو واٹس ایپ پہ میسج کیا، انہوں نے واٹس ایپ سے میسج ریڈ کر کے یہاں ٹک ٹاک ابراج کے اوپر ہی بولنا شروع کر دیا، کہتے ہیں میں ادھر ہی جواب دے دیتا ہوں، کوئی ایسی بات نہیں ہے۔ تو میرا کہنے کا مطلب یہ ہے کہ ہر بندے کے ساتھ اپنی فرینکنیس کو جج کر کے بات کریں کہ بھئی اس کے ساتھ میں کس حد تک بھی بات کر جاؤں گا تو یہ برا نہیں منائے گا۔ یہ ہمیں ایز اے مناظر، ایز اے ڈیبیٹر، دوسرے کی سوچ، جس طرح مرزائی کے دماغ کو آپ ریڈ کرتے ہیں نا، اپنے بھائی کو بھی ریڈ کریں، اس کی سوچ کو ریڈ کریں۔ جب تک آپ کی اس کے ساتھ 100% اس طرح کی فرینکنیس نہیں ہو جاتی کہ آپ جو بھی کہہ دیں گے وہ برا نہیں مانے گا، تب تک اس کے ساتھ کوئی سخت لفظ، سخت طریقے سے اس کی اصلاح کی کوشش نہ کریں، اس سے پھر بگاڑ پیدا ہوتا ہے اور فائدے کی بجائے نقصان ہوتا ہے۔ بس مجھے یہی ایڈ کرنا تھا کہ یہ ضرور اصلاح کریں اپنے بھائیوں کی، لیکن احسن انداز سے۔ ادعو الی ہم سبیل ناظرین اور ربک سامعین بالحکمت، ڈبل جی جزاک اللہ جی، ڈبل ٹیپ کا آرڈر آ گیا جی جی، پڑھیں جی، پڑھیں، آیت پڑھیں۔ وہ قرآن کی آیت ہے نا، ادعو الی سبیل ربک بالحکمت والموعظۃ الحسنہ وجادلہم باللتی ہی احسن۔ آپ نے اگر کسی کو بلانا ہے سیدھی راہ کی طرف، اس کی اصلاح کرنی ہے، اس کی غلطی اس کو بتانی ہے، تو خاص کر اپنے بھائیوں میں پہلی پریورٹی یہ رکھیں کہ ہمارے درمیان کوئی اصلاح کے نام پر نفرت نہیں پیدا ہونی چاہیے۔ کرنی میں نے اصلاح ہے، ہو جائے تو ٹھیک ہے، نہ ہو جائے تو میں نے اس سے لڑنا نہیں ہے۔ اگر اس کو برا لگے فوراً معذرت کر لیں، یار میں نے پیار سے آپ کو سمجھانے کی کوشش کی، آپ کو برا لگا، میں معافی چاہتا ہوں، کوئی بات نہیں، ٹھیک ہے نا۔ لیکن ایسا نہ کریں کہ زبردستی ڈنڈے کے ساتھ اصلاح اس کے اندر نہ دینے کی کوشش کریں۔ بھائی اتنے مجھے ایڈ کرنا تھا، کریں، وہ سنائیں شعر، وہ پھر وہ نغمہ ضیاء بھائی والا بھی سنائیں گے انشاءاللہ۔
अच्छा जी, चलें जी, इस मौके की मुनासिबत से मैं तन्हाई में बैठा कुछ सोच रहा था, तो कुछ चंद अशार जो हैं वो ऐसे टूटे फूटे हैं, कोई इतने ख़ास वज़न में नहीं है, तो इसके लिए मतलब मैं कोई शायर तो नहीं हूँ, लेकिन थोड़ा सा जो है वो इसके ऊपर कोशिश की है। वो ये है कि जी इब्न माजा का हाल ज़ार, ये जी इस नज़म का उन्वान है। वो कुछ ऐसे है कि इब्न माजा ने शर्त लगाई, खुद को बड़ा होशियार समझा। इब्न माजा ने शर्त लगाई, खुद को बड़ा होशियार समझा। कहता था मैं ना हारूंगा, दिल में बड़ा वक़ार समझा। खेला दाव तकदीर के, खेले दाव तकदीर के साथ, किस्मत ने आंख दिखा दी। हंसते हंसते शर्त हारी, हंसते हंसते शर्त हारी, जीब की रौनक लुटा दी। हंसते हंसते शर्त हारी, जीब की रौनक लुटा दी। $1000 उड़ गए ऐसे, $1000 उड़ गए ऐसे, जैसे ख्वाब में आया हो। इब्न माजा बस ये कहता है काश ये सब माया हो। इब्न माजा बस ये कहता है काश ये सब माया हो। आगे है जी, सबक ये है, सबक ये है। अब इसमें सबक आ रहा है जी, आखिरी शेर है, वो मुलाहिज़ा फरमा ले, उसके बाद मैं खामोश होता हूँ। कितने गया, पेज ही पलट गया कितने हो। सबक ये है अहले महफिल, शर्त में अकल ना सोना। सबक ये है अहले महफिल, शर्त में अकल ना सोना, वरना इब्न माजा की तरह होगा बस रोना ही रोना। जी जज़ाकल्लाह जी, बहुत शुक्रिया। वाह जी वाह, ज़बरदस्त जी, वेरी वेल डन। आप अच्छे शायर बन सकते हैं, थोड़ी सी आप टाइम दें तो। जी जी, मैं ज़रूर आपकी शागिर्दी में अपने आप को पेश करता हूँ। नहीं मेरी शागिर्दी नहीं भाई, अपने आप ਨੂੰ टाइम ਦਿਓ ਤੇ ਮਾਸ਼ਾਅੱਲਾ ਬੜੇ ਅੱਛੇ शागिर्द आ गया, शायर बन सकते हो। ठीक है ठीक है, चलो जी जारी करो, जारी ऑन। मेरा ख्याल है कि सबको, सारे जितने खास करके मुनाजर जितने हैं ना, इन सब को चाहिए कि 2-2 4-4 अशार इब्न माजा पर लिखें, इस भगोड़े पर लिखें जिसकी पिक्चर लगाई हुई है कि ये $1000 का चैलेंज करके बकौल मिर्ज़ा कादियानी के झूठे आदमी की ये निशानी होती है कि वो जहला के सामने बड़ी लाफो गजाफ मारता है, लेकिन जब दामन झटक कर पूछा जाए तो वहीं घुस जाता है जहाँ से निकला था। तो अब ये भगोड़ा जो हमें दिखाई नहीं दे रहा 3 रोज से टिकटॉक की ब्राड पर, और मिर्ज़ाई सारे बेगैरत बन के अपने अपने घरों में अपने अपने बिलों में घुसे हुए हैं, कोई एक भी गैरतमंद नहीं है, एक भी इनमें से रजुल रशीद नहीं है जो ये कहे कि नहीं यार कौमी गैरत का तकाजा है। हर गुजरने वाले दिन के साथ इनकी गैरत मरती जाती है। टिकटॉक पर सबसे पहले हमने इनसे 300 यूरो जीता, तो वो भी ऐसे ही लंबा लेट गया था। नज़ीर बिलाल भी, वो भी ज़मीन को जफ्फा डाल के लेट गया था, लेकिन जब अजीम बाटा आया तो हमने उसके सामने बात रखी तो उसकी गैरत जाग गई और उसने हमारे आगे वो $300 पेश कर दिए कुछ ना कुछ ले दे के बाद। हालांकि मिर्ज़ाई उसको मना कर रहे थे कि ना देना ना देना, लेकिन उसने कहा कि ये ज़िल्लत मिर्ज़ाई जमात की तरफ से, दिस इज़ अनएक्सेप्टेबल फॉर मी, मैं ज़रूर दूंगा, आप ना दो मैं दे दूंगा। तो उसने दे दिए। दूसरी बार थोड़ा सा और इंजेक्शन देकर निकलवाने पड़े, हालांकि उसमें भी हमने जमा नहीं करवाए थे। चौहान साहब ने जो फैसला किया था उसमें भी हमने कोई किसी थर्ड पार्टी के पास पैसे नहीं रखवाए हुए थे, लेकिन इनमें से बंदे उठे, उन्होंने हमें ज़मानत दी कि भाई जज का फैसला आ गया है, हम ये पैसे अदा करेंगे, हमें गैरत है, हमने अपनी जेब से दी। ये आगे मोहम्मद हुसैन साहब, हाँ ये मोहम्मद हुसैन साहब, अगर आप तशरीफ लाएं ऊपर तो अच्छा होगा। तो इन्होंने दे दिए, दिलवा दिए, मुझे नहीं पता इन्होंने कैसे दिलवा दिए, लेकिन ये उस वक्त आए हमारे पास जब इन्होंने कहा कि हमें रिव्यू का कोई दें और कुछ ना कुछ करें, लेकिन पैसे हम आपको यकीन दिलाते हैं कि जज का फैसला है तो पैसे आपको मिलेंगे। बावजूद इसके कि वो इमरान कालू नामी बच्चा छुरी लेकर वो कहता है बकौल टोनी साहब के
अपनी नस काटने के लिए छुरी हाथ में पकड़कर बैठा हुआ था कि मैं नस काट लूंगा, खुदकुशी कर लूंगा, लेकिन इन्होंने पैसे हमें दे दिए। लेकिन अब हर गुजरने वाले दिन के साथ वो गैरत जो है, गैरत है बड़ी चीज जहाने तगोदो में, पहनाती है दरवेश को पहनाती है ताजे सरेदारा। गैरत बड़ी चीज है, लेकिन ये गैरत मरती जा रही है। अब की बार कोई उठ नहीं रहा, कोई गैरत में आ नहीं रहा, लेकिन हम उनको सूए मारेंगे। बर्फ वाला सूआ मोटा होता है हमारे पास, वो मोटा मज को लगाने वाली, ड्रिप लगाने वाली वो मोटी नीडल होती है हमारे पास, लगाएंगे इंशाल्लाह। तो इनको उठना ही पड़ेगा। मज नू बोतल लाई मेरे सामने कैल्शियम दी, वल्ला मेरी होगी 30-32 साल उम्र तब की बात। मेरे देखते ही वो डॉक्टर जो था, क्या इसको बोलते हैं, माहिर हैवानियात, उसने, डॉक्टर ने मेरे सामने उसको कैल्शियम की ड्रिप लगाई। बैठी हुई माँ जो उठ नहीं रही थी, उठ के चल पड़ी। तो हमारे पास भी ऐसी कैल्शियम की ड्रिपें हैं, मोटी मोटी सुइयां हैं, लगाएंगे, कोई ना कोई उम्मीद है उठ जाएगा। लेकिन अभी तक मैं सोच रहा हूँ कि मिर्ज़ाइन में खाना खाली है ते इजाजत दो। मैं किसी शेर दी तलब कीती ते शेर ते मिर्जा गालिब साहब दा, एक थोड़ी जी तरमीम मेरे नाल तुहानू सुना मैं उनके लिए लीम साहब के लिए जगह छोड़ता हूँ, आप उनको ऊपर ले लें, ठीक है? लीम साहब को ऊपर आए ना, लीम साहब। हाँ जी, हाँ जी। साजी तुहानू तो फिर एक शेर ही बंदे अपने माजा वाले केस दे होते कि जलील करके जिस फकीर को रुखसत किया तूने है आमिर, वो हारने नहीं सिर्फ तुझे देखने आया था। वो उत्ते चढ़े है दुबर्रर जे शेर मेरी तारीफ की गई है, मैं दोबारा सुनाया जाए। ठीक है जिया भाई दा नगमा मैं ता बार बार प्ले करे ना, मेरा भी जिक्र किया, मेरी तारीफ की। ठीक हो गया। जलील करके जिस फकीर को रुखसत किया तूने है आमिर, वो हारने नहीं सिर्फ तुझे देखने आया था। वो तो मैं भी ਤੁਹਾਡਾ ਨਾਮ ਵਿੱਚ ਨਗਮੇ ਤਾਂ ਹੀ ਪਾਇਆ, ਮੈਂ ਕਿਹਾ ਜੇ ਤੁਹਾਡਾ ਨਾਮ ਪਾਵਾਂਗਾ ਤਾਂ ਚੱਲੇਗਾ, ਵਰਨਾ ਨਹੀਂ ਚੱਲਣਾ। ਨਗਮਿਆਂ ਨੂੰ ਚਲਾਉਣ ਦਾ, ਗਜ਼ਲਾਂ ਨੂੰ ਚਲਾਉਣ ਦਾ ਤਰੀਕਾ ਨੋਟ ਕਰੋ। ਵਿੱਚ ਮੇਰਾ ਨਾਮ ਜ਼ਿਕਰ ਕਰੋਗੇ ਜ਼ਿਆਦਾ ਪਪੂਲਰ ਹੋਏਗਾ, ਜ਼ਿਆਦਾ ਚੱਲੇਗਾ, ਕਿਉਂਕਿ ਪ੍ਰੋਪਗੇਸ਼ਨ ਜ਼ਿਆਦਾ ਹੋਣੀ ਹੈ। ਨਜ਼ਮ ਦੇ ਵਿੱਚ ਤਰਮੀਮ, ਮੈਂ ਆਪਣੀ ਨਜ਼ਮ ਦੇ ਵਿੱਚ ਤਰਮੀਮ ਕਰਕੇ ਥੋੜੀ ਦੇਰ ਬਾਅਦ ਦੁਬਾਰਾ ਸੁਣਾਣਾ। ਕੋਈ ਗੱਲ ਨਹੀਂ, ਨਵੀਂ ਲਿਖ ਲਓ, ਨਵੀਂ ਲਿਖ ਲਓ, ਹਮੇਸ਼ਾ ਮੇਰਾ ਨਾਮ ਵਿੱਚ ਪਾਓਗੇ, ਜ਼ਿਆਦਾ ਚੱਲੇ ਕਰੇਗਾ। ਅੱਛਾ ਥੱਲੇ ਮੁਹੰਮਦ ਸਾਹਿਬ ਉਹਨਾਂ ਨੂੰ ਮੈਂ ਦੇਖੋ ਆਮਦ ਹੋ ਰਹੀ ਹੈ ਮੈਨੂੰ, ਮੈਂ ਤੁਹਾਨੂੰ ਲਿਖਿਆ, ਮੈਂ ਕਿਹਾ मोहम्मद हुसैन ना डरो ना घबराओ, ऊपर आओ ऊपर आओ। ਮੁਹੰਮਦ ਹੁਸੈਨ ਸਾਹਿਬ ਨੇ ਜਿਹੜਾ ਨਾਮ ਸੁਜੈਸਟ ਕੀਤਾ ਹੈ ਨਾ ਇਸ ਡੀਲ ਦੇ ਵਿੱਚ, ਉਹ ਬੜਾ ਖੁਦ ਪਸੰਦੀ। ਸੌਰੀ ਗੱਲ ਪੂਰੀ ਕਰੋ, ਬਾਅਦ जी करो जावे। खुद पसंदी, खुद पसंदी, खुद परस्ती, खुद एतमादी, आमर वाबी आमर वाबी आमर वाबी। ये तो बड़ा वाला सुआ तुसी ते उस्ताद ने मारन लगे यार बैठ के मेरे साथ। हेलो मौलवी साहब ने क्या पीछे गेम पे पांदे ਮੈਨੂੰ ਗਾਲਾਂ ਕੱਢਦੇ ਪਏ ਹੋ, ਮੈਨੂੰ ਖਬਰ ਆਈ ਹੈ ਪਿੱਛੇ ਕੋਈ ਬਰੇਲਵੀ ਮੌਲਵੀ ਮੈਨੂੰ ਗਾਲਾਂ ਕੱਢਣ ਲੱਗੇ। शेर सुनाया सी, खुद पसंदी, खुद परस्ती, खुद एतमादी, आमर वाबी आमर वाबी आमर वाबी। खुद एतमादी ਤੇ ਠੀਕ ਹੈ ਨਾ, ਚਲੋ ਬਾਕੀ ਠੀਕ ਹੈ। ਖੁਦ ਪਸੰਦੀ ਮੈਨੂੰ ਪਤਾ ਮੇਰੇ ਚ ਹੈ ਵੇ, ਮੈਂ ਮੰਨਣਾ ਤੇ ਇਹਦੀ ਮੈਂ ਕੋਈ ਇਨਕਾਰ ਹੀ ਨਹੀਂ ਕਦੇ ਕੀਤਾ। ਇੱਥੇ ਇੱਕ ਦਿਨ ਵੱਲਾ ਇਟਲੀ ਬੈਠੇ, ਨਵੇਂ ਉਦੋਂ ਆਏ ਸੀ, 2007-8 ਦੀ ਗੱਲ, ਮੁੰਡਿਆਂ ਨਾਲ ਰਹਿੰਦੇ ਸੀ ਤੇ ਇੱਕ ਮੁੰਡਾ ਸੀ ਪਿੰਡੀ ਦਾ ਬੜਾ ਹੁਸ਼ਿਆਰ ਜਿਹਾ, ਤੇ ਉਹਨੇ ਕਿਹਾ ਬਈ ਅੱਜ ਆਪਣੀ ਸਭ ਤੋਂ ਵੱਡੀ ਬੁਰਾਈ ਬਿਆਨ ਕਰਨੀ, ਤੇ ਪਰਚੀਆਂ ਪੁਰਚੀਆਂ ਪਾਈਆਂ। ਤੇ ਇੱਕ ਬੰਦੇ ਦਾ ਨਾਂ ਨਿਕਲਿਆ ਭਲਾ ਮਾਸ ਜਿਹਾ ਸੀ ਮੁੰਡਾ ਸਾਡੇ ਨਾਲ ਰਹਿੰਦਾ, ਕਹਿੰਦਾ ਮੇਰੇ ਸਭ ਤੋਂ ਵੱਡੀ ਬੁਰਾਈ ਕਿ ਮੈਂ ਸਿਗਰਟ ਪੀਣਾ ਸੀ। ਹੱਸ ਕੇ ਵੀ ਇਹਦੇ ਤੋਂ ਵੱਡੀ ਤੇਰੇ 'ਚ ਬੁਰਾਈ ਕੋਈ ਨਹੀਂ ਹੈ। ਤੇ ਉਹ ਸ਼ਰਮਿੰਦਾ ਜਿਹਾ ਹੋਵੇ ਬਈ ਬੁਰਾਈਆਂ ਤੇ ਇਹਨੇ ਦੱਸਣ ਤੇ ਦਿਲ ਨਹੀਂ ਕਰਦਾ। ਮੇਰਾ ਨੰਬਰ ਸੀ ਦੂਜਾ, ਮੈਂ ਕਿਹਾ ਮੇਰੇ 'ਚ ਇਹ ਸਭ ਤੋਂ ਵੱਡਾ ਐਬ ਹੈ ਕਿ ਮੈਂ ਖੁਦ ਪਸੰਦ ਬਹੁਤ ਹਾਂ। ਮੈਂ ਆਪਣੇ ਨਾਲ ਦਾ ਕਿਸੇ ਨੂੰ ਸਮਝਦਾ ਨਹੀਂ ਹੈ, ਇਹ ਮੇਰੇ 'ਚ ਬੜਾ ਨਕਸ ਹੈ। ਮੈਂ ਇਹਨੂੰ ਬੜੀ ਕੋਸ਼ਿਸ਼ ਕਰਨਾ ਕਰੈਕਸ਼ਨ ਕਰਨੀ, ਪਰ ਮੇਰੇ ਕੋਲ ਹੁੰਦਾ ਨਹੀਂ ਹੈ। ਇਹ ਬਹੁਤ ਮਰਦਾ ਨਹੀਂ ਮੇਰੇ ਕੋਲ, ਬੜਾ ਮੈਨੂੰ ਸ਼ੈਤਾਨ ਨੂੰ ਭਾਈ ਜੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਜੋ ਕੰਮ ਤੁਸੀਂ ਕਰ ਰਹੇ ਹੋ ਨਾ, ਉਹਦੇ ਅੱਗੇ ਇਹ ਗੱਲ ਬੜੀ ਹਲਕੀ, ਬੜੀ ਛੋਟੀ ਜੀ ਹੈ, ਬਿਲਕੁਲ ਮਾਮੂਲੀ, ਇਹਦੀ ਕੋਈ ਵਕਤ ਨਹੀਂ ਹੈ। ਇਹਦੇ ਤੋਂ ਵੱਡਾ ਵੀ ਕੋਈ ਖੁਦਗਰਜ਼ੀ ਦਾ ਕੋਈ ਵੱਡਾ ਵੀ ਲਫ਼ਜ਼ ਹੁੰਦਾ ਨਾ,
ਅਨਾਪਰਸਤੀ ਜੇ ਤੋਂ ਵੱਡਾ ਵੀ ਉਹ ਵੀ ਚੱਲ ਜਾਣਾ ਸੀ ਬੜੇ ਆਰਾਮ ਨਾਲ। ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਵੇਖੋ, ਇਨਸਾਨ ਦੀ ਜ਼ਾਤੀ ਤੌਰ ਤੇ, ਇਨਸਾਨ ਦੀ ਜ਼ਾਤੀਆਤ ਦੇ ਵਿੱਚ ਪਰਸਨਲੀ ਕਈ ਕਮੀਆਂ, ਕੁਤਾਹੀਆਂ, ਐਬ, ਬੁਰਾਈਆਂ ਹਰ ਇਨਸਾਨ 'ਚ ਹੁੰਦੀਆਂ ਨੇ। ਇਨਸਾਨ ਖਤਾ ਦਾ ਪੁਤਲਾ ਹੈ। ਅਸਲ ਹੈ ਵੇਖੋ ਵੀ ਬੰਦਾ ਕੰਮ ਕਿਹੜਾ ਕਰ ਰਿਹਾ, ਵੱਡੇ ਲੈਵਲ ਤੇ ਕਿਹੜਾ ਕੰਮ ਕਰ ਰਿਹਾ, ਵੱਡੇ ਲੈਵਲ ਤੇ ਕੀ ਕੰਮ ਕਰ ਰਿਹਾ। ਤੇ ਉਹ ਵੇਖੋ ਨਾ, ਹੁਣ ਕੋਈ ਬੰਦਾ ਤੁਹਾਨੂੰ ਗਾਲ ਕੱਢ ਰਿਹਾ ਹੋਏ ਤੇ ਉੱਥੇ ਖਲੋਤੇ ਹੋਣ ਕੋਈ 10 ਬੰਦੇ, ਤੇ ਵਿੱਚੋਂ ਇੱਕ ਬੰਦਾ ਜਿਹੜਾ ਵਾ ਉਹ ਉੱਠ ਕੇ ਉਹਦੇ ਗਲ ਪੈ ਜਾਏ ਵੀ ਤੂੰ ਅਮਰ ਨਜ਼ੀਰ ਭਾਈ ਨੂੰ ਗਾਲ ਕਿਉਂ ਕੱਢੀ। ਤੇ ਵਕਤ ਇੱਕ ਆਏਗਾ ਕਿ ਜਦੋਂ ਉਹ 10 ਬੰਦੇ ਤੇ ਉਹ ਵਿੱਚ ਉਹ ਬੰਦਾ ਵੀ ਜਿਹੜਾ ਤੁਹਾਡੀ ਖਾਤਰ ਲੜਿਆ ਹੋਏਗਾ, ਉਹ ਅਗਰ ਕੋਈ ਸੇਮ ਹੀ ਗੱਲ ਤੁਹਾਡੇ ਖਿਲਾਫ ਕਰਨ, ਤੁਹਾਡੇ ਖਿਲਾਫ ਕਰਨ ਸੇਮ ਗੱਲ, ਜਾਂ ਤੁਹਾਡੀ ਕਿਸੇ ਗੱਲ ਨੂੰ ਉਹ ਨਾ ਮੰਨਣ, ਕਿਸੇ ਵੀ ਇੱਕ ਹੁਕਮ ਨੂੰ, ਗੱਲ ਨੂੰ, ਕਿਸੇ ਨਸੀਹਤ ਨੂੰ ਉਸ 10 ਦੇ 10 ਹੀ ਨਾ ਮੰਨਣ, ਕੁਦਰਤੀ ਤੌਰ ਤੇ ਤੁਸੀਂ ਉਹ ਜਿਹੜਾ ਬੰਦਾ ਤੁਹਾਡੀ ਖਾਤਰ ਲੜਿਆ ਹੋਏਗਾ ਨਾ, ਉਹਨੂੰ ਤੁਸੀਂ ਥੋੜਾ ਬਹੁਤ ਰਿਲੀਫ ਜ਼ਰੂਰ ਦੇਣਗੇ। ਵੀ ਨਹੀਂ ਠੀਕ ਹੈ, ਬੰਦੇ ਕੋਲ ਇਹ ਤੇ ਗੱਲ ਇਹਨੇ ਮੇਰੀ ਨਹੀਂ ਮੰਨੀ, ਲੇਕਿਨ ਇਹ ਬੰਦਾ ਮੇਰੀ ਖਾਤਰ ਲੜਦਾ ਰਿਹਾ, ਲਿਹਾਜ਼ਾ ਇਹ ਦੂਜਿਆਂ ਨਾਲੋਂ ਬਿਹਤਰ ਹੈ। ਇਹ ਹੈ ਆਮ ਬੰਦੇ ਦੀ ਮਿਸਾਲ। ਤੇ ਅੱਲਾਹ ਤਾਲਾ ਤੇ ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਉਹ ਤੇ ਕੁਛ ਭੁੱਲਣ ਵਾਲੇ ਹੈ ਹੀ ਨਹੀਂ ਨਾ। ਜਦੋਂ ਅੱਲਾਹ ਤਾਲਾ ਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਤਕਰੀਮ ਇੰਨੀ ਪਿਆਰੀ ਕਿ ਦੁਨੀਆ ਦੇ ਬਿਹਤਰੀਨ ਇਨਸਾਨ ਅੰਬਿਆ ਤੋਂ ਬਾਅਦ ਦੁਨੀਆ ਦੇ ਸਭ ਤੋਂ ਬਿਹਤਰੀਨ, ਸਭ ਤੋਂ ਸੁਲਝੇ ਹੋਏ, ਸਭ ਤੋਂ ਅਕਲਮੰਦ, ਸਭ ਤੋਂ ਬਾਸ਼ਊਰ, ਬਾਸਲੀਕਾ ਜਿਹੜੇ ਇਨਸਾਨਾਂ ਦਾ ਗਰੋਹ ਸੀ ਉਹ ਸਹਾਬਾ ਕਰਾਮ ਨੇ। ਜਦੋਂ ਅੱਲਾਹ ਤਾਲਾ ਨੇ ਉਹਨਾਂ ਨੂੰ ਵੀ ਮਨਾ ਕਰ ਦਿੱਤਾ ਕਿ ਤੁਸੀਂ ਐਸ ਪੈਗੰਬਰ ਤੋਂ ਉੱਚੀ ਆਵਾਜ਼ ਵੀ ਨਹੀਂ ਕਰਨੀ, ਤੇ ਇੱਥੋਂ ਅੰਦਾਜ਼ਾ ਲਾ ਲਓ ਬਕਾਇਦਾ ਨਸ ਨਾਜ਼ਲ ਕਰ ਦਿੱਤੀ ਕਿ ਅੱਲਾਹ ਤਾਲਾ ਨੂੰ ਆਪਣੇ ਮਹਿਬੂਬ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਤਕਰੀਮ ਕਿੰਨੀ ਪਿਆਰੀ ਆ। ਤੇ ਜਿਹੜਾ ਬੰਦਾ ਇੱਥੇ ਦੁਨੀਆ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਔਰ ਨਮੂਸ ਵਾਸਤੇ ਲੜਦਾ ਹੋਏ, ਮੈਂ ਦਿਲੀ ਯਕੀਨ ਨਾਲ ਕਹਿਣਾ ਕਿ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਉਹਦੇ ਕਈ ਗੁਨਾਹ ਸਿਰਫ ਐ ਸਦਕੇ ਮਾਫ ਕਰ ਦੇਗਾ। ਕਈ ਉਹਨੇ ਜਿਹੜੇ ਹਕੂਕੁੱਲਾ ਦੇ ਵਿੱਚ ਕੁਤਾਹੀਆਂ ਕਮੀਆਂ ਕੀਤੀਆਂ ਹੋਣਗੀਆਂ, ਮੁਮਕਿਨ ਹੈ ਅੱਲਾਹ ਤਾਲਾ ਐ ਸਦਕੇ ਹੀ ਮਾਫ ਕਰਦਾ ਹੈ ਕਿ ਇਹਨੇ ਵੇਖੋ ਮੇਰੇ ਮਹਿਬੂਬ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਅਜ਼ਮਤ ਵਾਸਤੇ ਰਾਤਾਂ ਨੂੰ ਉੱਠ ਕੇ ਜਾਗ ਕੇ ਨੀਂਦਾਂ ਖਰਾਬ ਕਰਕੇ ਆਪਣੇ ਕੰਮ ਦੇ ਮਿਹਨਤ ਮਜ਼ਦੂਰੀ ਦੇ ਦੌਰਾਨ ਵੀ ਇਹ ਦੁਸ਼ਮਣ ਰਸੂਲ ਨਾਲ ਲੜਦਾ ਰਿਹਾ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ। ਇਨਸ਼ਾਅੱਲਾ ਕਿਆਮਤ ਵਾਲੇ ਦਿਨ ਇਹਦਾ ਪਤਾ ਲੱਗੇਗਾ ਸਭ ਨੂੰ ਕਿ ਇਸ ਕੰਮ ਦੀ ਕਿੰਨੀ ਵੈਲਿਊ ਤੇ ਕਿੰਨੀ ਅਹਿਮੀਅਤ ਸੀ। ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਇਹ ਕੰਮ ਕਰੋ ਤੇ ਬਾਕੀ ਸਾਰੀਆਂ ਚੰਗੇ ਕੰਮ ਛੱਡ ਦਿਓ, ਨਹੀਂ, ਉਹ ਫਰਾਇਜ਼ ਉਹ ਜ਼ਰੂਰੀ ਨੇ, ਲੇਕਿਨ ਗੱਲ ਸਮਝਾਉਣ ਵਾਸਤੇ ਕਿ ਅਗਰ ਉੱਥੇ ਕੋਈ ਕੁਤਾਹੀ ਸਾਡੇ ਕੋਲ ਹੋ ਵੀ ਗਈ, ਅੱਲਾਹ ਉਹ ਮਾਫ ਕਰ ਦੇਗਾ। ਲੇਕਿਨ ਜੇ ਤੁਹਾਡੇ ਸਾਹਮਣੇ ਕਿਸੇ ਦੁਸ਼ਮਣ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਹਮਲਾ ਕੀਤਾ ਤੇ ਤੁਸੀਂ ਖਾਮੋਸ਼ ਰਹਿ, ਚੁੱਪ ਰਹਿ, ਬਾਵਜੂਦ ਇਸ ਦੇ ਕਿ ਤੁਹਾਡੇ ਕੋਲ ਇਲਮ ਸੀ, ਨੌਲੇਜ ਸੀ, એનર્ਜੀ ਸੀ, ਟਾਈਮ ਸੀ, ਸੋਰਸਸ ਸੀ, ਤੇ ਚੁੱਪ ਰਹਿ, ਇਹ ਤੁਹਾਡੀ ਮਾਫੀ ਕੋਈ ਨਹੀਂ ਜੀ ਹੋਣੀ। ਠੀਕ ਹੈ, ਕੁਰਾਨ ਪਾਕ ਦੇ ਵਿੱਚ ਅੱਲਾਹ ਤਾਲਾ ਨੇ ਇਹ ਤਨਬੀਹ ਫਰਮਾਈ ਅਨ ਤਹਬਤ ਅਅਮਾਲੁकुम व अंतुम ला तशऊरून ਕਿ ਐਸਾ ਨਾ ਹੋਏ ਤੁਸੀਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਆਵਾਜ਼ ਤੋਂ ਉੱਚੀ ਆਵਾਜ਼ ਕਰੋ ਜਾਂ ਉਹਨਾਂ ਨੂੰ ਐਸੇ ਬੁਲਾਓ ਜੈਸੇ ਤੁਸੀਂ ਆਪਸ 'ਚ ਇੱਕ ਦੂਸਰੇ ਨੂੰ ਬੁਲਾਉਂਦੇ ਹੋ। ਸਭ ਤੋਂ ਰਿਸਪੈਕਟੇਬਲ, ਮੈਂ ਪਹਿਲੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਰਿਸਪੈਕਟੇਬਲ ਜਿਹੜਾ ਜੁਮਲਾ ਹੈ ਨਾ ਆਪਣੇ ਭਾਈਆਂ ਵਾਸਤੇ, ਉਹ ਹੁੰਦਾ ਬਾਈ। ਇਹ ਬੜਾ ਇੱਕ ਮੁਤਬਰ ਤੇ ਬੜਾ ਇੱਕ ਪਿਆਰਾ ਜਿਹਾ, ਬੜਾ ਬਾਇੱਜ਼ਤ ਤੇ ਰਿਸਪੈਕਟਫੁਲ ਜੁਮਲਾ ਹੈਗਾ ਕਿਸੇ ਨੂੰ ਭਾਈ ਕਹਿ ਕੇ ਬੁਲਾਣਾ। ਆਮਰ ਭਾਈ, ਯੂਸਫੀ ਭਾਈ, ਨਈਮ ਭਾਈ, ਮਲਕ ਭਾਈ, ਬਾਬਰ ਭਾਈ, ਸਭ ਨੂੰ ਅਸੀਂ ਭਾਈ ਕਹਿ ਕੇ ਬੁਲਾਉਂਦੇ ਹਾਂ, ਬੜਾ ਰਿਸਪੈਕਟ ਦਾ ਜੁਮਲਾ ਵਾ। ਲੇਕਿਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ, ਉਹਨਾਂ ਦੀ ਸ਼ਾਨ ਇੰਨੀ ਵਰਾਉਲ ਵਰਾਏ ਕਿ ਉਹਨਾਂ ਦੀ ਤਾਜ਼ੀਮ ਇਸ ਤੋਂ ਬੜੀ ਉੱਚੇ ਵੇ। ਆਪਸ 'ਚ ਅਸੀਂ ਕਹਿ ਸਕਦੇ ਹਾਂ ਨਾ ਕਿ ਆਮਰ ਭਾਈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਉਹਨਾਂ ਦਾ ਨਾਮ ਲੈ ਕੇ ਇਹ ਵੀ ਨਹੀਂ ਕਹਿ ਸਕਦੇ ਅਸੀਂ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਭਾਈ। ਇਹ ਵੀ ਉਹਨਾਂ ਦੀ ਸ਼ਾਨ ਦੇ ਮੁਤਾਬਕ ਨਹੀਂ ਹੈ ਜੁਮਲਾ। ਅੱਲਾਹ ਤਾਲਾ ਨੇ ਇਸ ਤੋਂ ਵੀ ਮਨਾ ਕਰ ਦਿੱਤਾ ਕਿ ਤੁਸੀਂ ਜਿਸ ਤਰੀਕੇ ਆਪਸ 'ਚ ਇੱਕ ਦੂਸਰੇ ਨੂੰ ਮੁਖਾਤਬ ਕਰਦੇ ਹੋ, ਇੰਝ ਉਹਨਾਂ ਨੂੰ ਮੁਖਾਤਬ ਨਹੀਂ ਕਰਨਾ। ਫਿਰ ਤਨਬੀਹ ਫਰਮਾ ਦਿੱਤੀ ਕਿ ਐਸਾ ਨਾ ਹੋਏ ਤੁਹਾਡੇ ਅਮਾਲ ਜ਼ਾਇਆ ਕਰ ਦਿੱਤੇ ਜਾਣ ਤੇ ਤੁਹਾਨੂੰ ਖਬਰ ਵੀ ਨਾ ਹੋਏ। ਇਹ ਬੜੀ ਵੱਡੀ ਗੱਲ ਆ। ਇੱਕ ਬੰਦੇ ਨੂੰ ਪਤਾ ਹੁੰਦਾ ਕਿ ਇਹ ਗੁਨਾਹ ਆ, ਇਹ ਗਲਤ ਕੰਮ, ਚੋਰੀ ਕੀਤੀ, ਚਕਾਰੀ ਕੀਤੀ, ਠੀਕ ਆ, ਕੋਈ ਹਕੂਕੁੱਲਾ ਜਿਹੜੇ ਉਹ ਛੱਡੇ, ਕੋਈ ਇਬਾਦਤਾਂ ਛੱਡੀਆਂ, ਫਰਜ਼ ਫਰਾਇਜ਼ ਛੱਡੇ, ਉਹ ਬੰਦੇ ਨੂੰ ਪਤਾ ਵੇ ਕਿ ਇਹ ਮੈਂ ਗਲਤ ਕਰ ਰਿਹਾ ਵਾਂ। ਉਹ ਛੱਡੇ ਨਾ ਛੱਡੇ, ਲੇਕਿਨ ਉਹਨੂੰ ਪਤਾ ਹੁੰਦਾ ਕਿ ਭਈ ਇਹ ਗਲਤ ਆ, ਇਹਦਾ ਗੁਨਾਹ ਵਾ, ਇਹਦੀ ਪਕੜ ਹੋਏਗੀ।
ਲੇਕਿਨ ਇਹ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤ, ਉਹਨਾਂ ਦੀ ਨਾਮੂਸ, ਉਹਨਾਂ ਦੀ ਇੱਜ਼ਤ, ਇਹ ਇੰਨੇ ਕਿ ਇਹਦੇ ਵਿੱਚ ਬਰੀਕ ਇੱਕ ਦੀਵਾਰ ਆ, ਇੱਕ ਬਰੀਕ ਇਹਦੇ ਵਿੱਚ ਲਾਈਨ ਆ ਕਿ ਜਿਹੜੀ ਕਰਾਸ ਹੁੰਦਿਆਂ ਬੰਦੇ ਨੂੰ ਖਬਰ ਹੀ ਨਹੀਂ ਹੁੰਦੀ ਕਿ ਇਹ ਬੰਦਾ ਕਰਾਸ ਕਰ ਗਿਆ। ਐਸੇ ਗੱਲ ਨੂੰ ਤੇ ਅੱਲਾਹ ਤਾਲਾ ਨੇ ਫਰਮਾਇਆ ਕਿ ਤਾਂ ਹੋ ਸਕਦਾ ਕਿ ਤੁਹਾਡੇ ਅਮਲ ਸਾਰੇ ਜ਼ਾਇਆ ਹੋ ਜਾਣ। ਐਸ ਨਬੀ ਰਹਿਮਤ ਸੱਲੱਲਾਹੁ ਅਲੈहि ਵਸੱਲਮ ਦੀ ਸ਼ਾਨ ਦੇ ਵਿੱਚ ਹਲਕੀ ਜੀ ਤੁਸੀਂ ਗੁਸਤਾਖੀ ਕਰ ਦਿੱਤੀ, ਤੁਹਾਡੇ ਸਾਰੇ ਅਮਲ ਅੱਲਾਹ ਤਾਲਾ ਤੁਹਾਡੇ ਮੂੰਹ ਤੇ ਮਾਰ ਦੇਵੇ ਤੇ ਤੁਹਾਨੂੰ ਪਤਾ ਵੀ ਨਾ ਲੱਗੇ ਕਿ ਮੈਂ ਕੀ ਕਰ ਬੈਠਾ। ਤੇ ਜਿਹੜਾ ਉਸ ਮਹਿਬੂਬ ਹਸਤੀ ਵਾਸਤੇ ਲੜੇਗਾ ਇਸ ਦੁਨੀਆ ਤੇ ਦੁਸ਼ਮਣਾਂ ਦਾ ਮੂੰਹ ਭੰਨੇਗਾ ਕਿਆਮਤ ਵਾਲੇ ਦਿਨ, ਇਨਸ਼ਾਅੱਲਾਹ ਤਾਲਾ ਉਹ ਉਹਨਾਂ ਮਹਿਬੂਬ ਲੋਕਾਂ ਦੇ ਵਿੱਚ ਹੋਏਗਾ ਜਿਹੜੇ ਅੱਲਾਹ ਤੇ ਅੱਲਾਹ ਦੇ ਰਸੂਲ ਨੂੰ ਬਹੁਤ ਪਿਆਰੇ ਨੇ। ਅੱਲਾਹ ਤਾਲਾ ਸਾਰਿਆਂ ਨੂੰ ਇਹ ਤੌਫੀਕ ਦੇ। ਤੇ ਮੈਨੂੰ ਵੀ ਜਿਹੜੇ ਜਿੰਨੇ ਭਰਾਵਾਂ ਨਾਲ ਵੀ ਪਿਆਰ ਆ, ਖੁਸੂਸਨ ਅਮਰ ਨਜ਼ੀਰ ਭਾਈ ਐਸੇ ਵਜ੍ਹਾ ਤੋਂ, ਹਾਲਾਂਕਿ ਇਹ ਵਹਾਬੀ ਹੈ, ਮੈਂ ਬਰੇਲਵੀ ਹਾਂ, ਤੇ ਮੈਨੂੰ ਇਹਨਾਂ ਨਾਲ ਪਿਆਰ ਸਿਰਫ ਇਹਨਾਂ ਦੇ ਇਸ਼ਕ ਰਸੂਲ ਸੱਲੱਲਾਹੁ ਅਲੈहि ਵਸੱਲਮ ਦੀ ਵਜ੍ਹਾ ਤੋਂ। ਅਲ-ਹੁബ്ബੁ ਲਿல்லாਹਿ ਵਲ ਬੁਗਜ਼ੁ ਲਿல்லாਹ। ਯਾਰ ਸੂਦ ਵੈਸੇ ਸਾਡਾ ਇੱਕ ਵੱਡਾ ਵੈਰ ਹੈ। ਹਾਂਜੀ ਬਿਲਕੁਲ। ਅਮਰ ਭਾਈ ਸੌਰੀ ਨਹੀਂ ਭਾਈ ਕੀ ਕਹਿ ਰਹੇ ਹੋ? ਮੈਂ ਆਖਿਆ ਇਹ ਤੇ ਪਿਆਰ ਇਸ ਵਜ੍ਹਾ ਤੋਂ ਨਾ, ਵਰਨਾ ਸਾਡਾ ਤੇ ਸੁਹਾਬੀ ਦਾ ਇੱਟ ਵੱਟੇ ਦਾ ਵੈਰ ਹੈ। ਹਾਂ ਬਿਲਕੁਲ ਗੱਲ ਠੀਕ ਆ। ਅਸੀਂ ਅਗਰ ਇਸ ਮੈਦਾਨ ਤੋਂ ਨਿਕਲ ਜਾਈਏ ਨਾ, ਆਪਣੇ ਮਸਲ ਕੀ ਮਾਮਲਾਤ ਦੇ ਵਿੱਚ ਚਲੇ ਜਾਈਏ, ਤਾਂ ਬਿਲਕੁਲ ਅਸੀਂ ਰੋਜ਼ ਇੱਕ ਦੂਏ ਦਾ ਗਿਰਬਾਨ ਭਾਵੇਂ ਫੜਿਆ ਹੋਏ ਕਹਿ ਰਹੇ ਨੇ ਕਿ ਭਾਈ ਤੁਸੀਂ ਲੋਕ ਸਾਰੇ, ਲੇਕਿਨ ਉਹ ਗੱਲਾਂ ਜਿਹੜੀਆਂ ਨੇ ਨਾ ਬੈਠੇ ਹੋ, ਜੀ ਜੀ ਮੇਰੀ ਆਵਾਜ਼ ਆ ਰਹੀ ਹੈ? ਆਓ ਕਰਦੇ, ਉਹ ਜਿਹੜੀਆਂ ਮਾਮਲਾਤ ਨੇ ਨਾ ਉਹ ਬੜੇ ਛੋਟੇ ਲੈਵਲ ਦੇ ਨੇ, ਉਹ ਬਹੁਤ ਹੇਚ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤ ਅਕਦਸ ਦੇ ਸਾਹਮਣੇ। ਉਂਝ ਤਾਂ ਬੰਦਾ ਆਪ ਦੁਨੀਆਦਾਰੀ ਦੇ ਮਾਮਲਾ 'ਚ ਵੀ ਇੱਕ ਦੂਜੇ ਨਾਲ ਲੜਦਾ ਪਿੱਟਦਾ ਰਹਿੰਦਾ ਸਾਰਾ ਦਿਨ, ਇਹੀ ਕੰਮ ਇਨਸਾਨ ਨੂੰ ਸਾਰੀ ਜ਼ਿੰਦਗੀ ਹੁੰਦਾ। ਲੇਕਿਨ ਉਹ ਹਸਤੀ, ਉਹ ਮੁਕੱਦਸ ਬਾਰਗਾਹ ਇੰਨੀ ਉੱਚੀ ਆ ਕਿ ਉੱਥੇ ਆ ਛੋਟੇ ਮੋਟੇ ਮਸਾਇਲ ਤੇ ਉਹ ਨਜ਼ਰ ਹੀ ਨਹੀਂ ਆਉਂਦੇ ਬੰਦੇ ਨੂੰ। ਅੱਛਾ, ਮੈਂ ਇੱਕ ਛੋਟਾ ਜਿਹਾ ਵਾਕਿਆ ਸੁਣਾਉਣਾ ਹੈ, ਜੇ ਇਜਾਜ਼ਤ ਹੈ, ਜੇ ਕਿਸੇ ਗੱਲ ਕਰਨੀ ਤਾਂ ਕਰ ਲਓ। ਉਸ ਤੋਂ ਪਹਿਲੇ ਨਾਰਾ ਲਵਾਉਣਾ ਹੈ। ਕਾਫੀ ਦਿਨ ਹੋ ਗਏ ਮੈਂ ਨਾਰਾ ਹੀ ਲਾਓ ਆਮਿਰ ਭਾਈ। ਤੇ ਸੌਰੀ ਆਮਿਰ ਭਾਈ, ਥੱਲੇ ਬਹੁਤ ਵਾਰੀ ਫਰਮਾਇਸ਼ ਆਈ ਹੈ ਉਸ ਗਾਣੇ ਦੀ ਨਾ, ਸੁਣਾਉਣ ਲੱਗਿਆ। ਮੈਂ ਤਾਂ ਕਹਿੰਦਾ, ਰਾਤੀ ਮੈਂ ਗਿਆ ਹੁਸੈਨ ਸਾਹਿਬ ਦੇ ਬਰਾੜ ਤੇ ਨਾ, ਤੇ ਉੱਥੇ ਉਹਨਾਂ ਨੇ ਪੀਰ ਨਸੀਰੁੱਦੀਨ ਸਾਹਿਬ ਦੀ ਇੱਕ ਵੀਡੀਓ ਆਨ ਕੀਤੀ ਸੀ, ਜਿਹਦੇ ਵਿੱਚ ਉਹ ਕਹਿ ਰਹੇ ਸੀ, ਇਹੋ ਹੀ ਹੱਥ ਨਾਪਣ ਵਾਲੀ ਹਦੀਸ ਬਿਆਨ ਕਰ ਰਹੇ ਸੀ। ਵੱਲਾ ਆਲਮ ਉਹਨਾਂ ਨੇ ਕਿਸੇ ਤਾਰੀਖੀ ਕਿਤਾਬ 'ਚ ਪੜ੍ਹੀ ਹੈ ਜਾਂ ਉਹਨਾਂ ਕੋਲੋਂ ਸਬਕ ਲਸਾਨੀ ਹੋ ਗਈ ਹੈ। ਉਹ ਕਹਿ ਰਹੇ ਸੀ ਕਿ ਨਬੀ ਪਾਕ अलैहिस्सलातु वस्सलाम ਦੇ ਸਾਹਮਣੇ ਅਜ਼ਵਾਜ ਨੇ ਹੱਥ ਨਾਪਣੇ ਸ਼ੁਰੂ ਕਰ ਦਿੱਤੇ ਤੇ ਨਬੀ ਪਾਕ ਨੇ ਫਰਮਾਇਆ, ਉਹ ਨਹੀਂ, ਉਹ ਭਲਿਓ ਮਾਨਸੋ, ਮੇਰਾ ਮਤਲਬ ਇਹ ਨਹੀਂ ਸੀ, ਜ਼ਾਹਿਰੀ ਹੱਥ ਮੇਰਾ ਮਤਲਬ ਮੁਰਾਦ ਨਹੀਂ ਸੀ। ਮੈਂ ਤੇ ਸਖਾਵਤ ਵਾਲਾ ਹੱਥ ਆਖਿਆ ਵੀ ਤੁਹਾਡੇ 'ਚ ਉਹ ਪਹਿਲੇ ਫੌਤ ਹੋ ਸੀ ਜਿਹਦਾ ਸਖਾਵਤ ਵਾਲਾ ਹੱਥ ਲੰਬਾ ਹੈ, ਤੇ ਉਹ ਹਜ਼ਰਤ ਮੈਮੂਨਾ ਦਾ ਸੀ ਤੇ ਉਹ ਪਹਿਲੇ ਫੌਤ ਹੋ ਗਈ ਹੈ ਨਬੀ ਪਾਕ ਦੀ ਜ਼ਿੰਦਗੀ 'ਚ। ਇਸ ਤਰ੍ਹਾਂ ਕਰਕੇ ਉਹਨਾਂ ਨੇ ਇਹ ਕਿੱਥੋਂ ਪੜ੍ਹ ਰਹੇ ਸਨ, ਸਮਝ ਨਹੀਂ ਆਈ। ਮੈਂ ਉਹੀ ਜਵਾਬ ਜਿਸ ਵੇਲੇ ਮੈਨੂੰ ਦੇਣੇ ਦੀ ਨੌਬਤ ਆਈ ਤੇ ਮੇਰਾ ਜਵਾਬ ਸੁਣੋਗੇ ਤੇ ਫਿਰ ਵਿੱਚ ਆ ਜਾਏਗਾ ਕਿੱਥੋਂ ਪੜ੍ਹ ਰਹੇ ਸੀ। ਹੁਸੈਨੀ ਸਾਹਿਬ ਨੇ ਉਹ ਵੀਡੀਓ ਸੁਣਾਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਹੁਸੈਨੀ ਸਾਹਿਬ, ਗੱਲ ਇਹ ਵੇ ਕਿ ਇਹ ਜਿਹੜੇ ਅਵਾਮੀ ਖਤੀਬ ਹੁੰਦੇ ਨੇ ਨਾ, ਅਵਾਮੀ ਖਤੀਬ ਆਮ ਤੌਰ ਤੇ ਹਿਸਟੋਰੀਕਲ ਜਿਹੜੇ ਇਵੈਂਟਸ ਹੁੰਦੇ ਨੇ, ਤਾਰੀਖੀ ਵਾਕਿਆਤ ਹੁੰਦੇ ਨੇ, ਉਹਨਾਂ ਨੂੰ ਬਿਆਨ ਕਰਦੇ ਨੇ। ਉਹਨਾਂ ਦੇ ਮੱਦੇ ਨਜ਼ਰ ਪੇਸ਼ ਨਜ਼ਰ ਇਹ ਹੁੰਦਾ ਹੈ ਕਿ ਜਿਹੜੇ ਸੁਣਨ ਵਾਲੇ ਸਾਹਮਣੇ ਨੇ ਉਹਨਾਂ ਨੂੰ ਕਿਹੜੀ ਗੱਲ ਪਸੰਦ ਆਉਂਦੀ ਹੈ। ਮੈਂ ਇੱਥੇ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਤਰਜਮਾ ਕਰਨਾ ਸ਼ੁਰੂ ਕਰ ਦੇਵਾਂ ਨਾ, ਤੇ ਇਹ ਜਿਹੜੇ 56 ਬੰਦੇ ਬੈਠੇ ਹੋਏ, ਇਹਦੇ 'ਚ ਵੀ ਮੇਰੇ ਖਿਆਲ 16 ਕੁ ਰਹਿ ਜਾਂਦੇ, 40 ਕੁ ਖਿਸਕ ਜਾਂਦੇ ਵੀ ਤਰਜਮਾ ਪੈ ਸੁਣਾਉਂਦਾ। ਜੇ ਮੈਂ ਵਾਕਿਆ ਸੁਣਾਇਆ, ਸਭ ਦੇ ਕੰਨ ਮੇਰੇ ਵੱਲ ਤੋਂ ਹੋ ਗਏ ਨੇ ਵੀ ਇਹ ਕਿਹੜਾ ਵਾਕਿਆ ਸੁਣਾਉਣ ਲੱਗਾ, ਕੀ ਵਾਕਿਆ ਹੋਇਆ ਸਾਡੀ ਸਭ ਦੀ ਬਰਾਤ। ਇਨਸਾਨੀ ਨੇਚਰ ਹੈ ਕਿ ਉਹ ਵਾਕਿਆਤ ਨੂੰ ਦਿਲਚਸਪੀ ਨਾਲ ਸੁਣਦੇ ਹੈ ਤੇ ਨਸੀਹਤ ਨੂੰ ਘੱਟ ਗੌਰ ਨਾਲ ਸੁਣਦੀ ਹੈ ਤੇ ਘੱਟ ਕਬੂਲ ਕਰਦੀ। ਮੈਂ ਆਖਿਆ ਵੀ ਉਹ ਨੇ ਅਵਾਮੀ ਖਤੀਬ, ਉਹਨਾਂ ਨੇ ਕਿਸੇ ਤਾਰੀਖੀ ਕਿਤਾਬ 'ਚ ਕੋਈ ਇਹ ਵਾਕਿਆ ਕਿਸ ਤਰ੍ਹਾਂ ਪੜ੍ਹਿਆ ਔਰ ਉਹ ਬੇਸਨਦ ਜੀ ਗੱਲ ਹੈ, ਦਰੁਸਤ ਗੱਲ ਨਹੀਂ ਹੈ, ਕਿਉਂਕਿ ਇਹ ਹਦੀਸ ਸਹੀ ਹਦੀਸ ਤੋਂ ਸਾਬਤ ਹੈ ਕਿ ਨਬੀ ਪਾਕ ਦੇ ਫੌਤ ਹੋਣ ਤੋਂ ਬਾਅਦ ਹੱਥ ਨਾਪੇ ਗਏ, ਔਰ ਜਦੋਂ ਹੱਥ ਨਾਪੇ ਗਏ ਤੇ ਤਾਂ ਉਮਹਾਤੁਲ ਮੋਮਿਨੀਨ ਕਹਿੰਦੀਆਂ ਨੇ ਕਿ ਅਸੀਂ ਉਸ ਤੋਂ ਵੀ ਬਾਅਦ ਜਦੋਂ ਸੈਯਦਾ ਜ਼ੈਨਬ ਫੌਤ ਹੋਈਆਂ ਨੇ ਤੇ ਫਿਰ ਸਾਡੇ ਤੋਂ ਉਕਦਾ ਖੁੱਲਿਆ, ਫਿਰ ਸਾਨੂੰ ਸਮਝ ਆਈ ਕਿ ਨਬੀ ਪਾਕ ਦੀ मुराद ਕੀ ਸੀ, नबी पाक क्या कहना चाहते थे, नबी पाक की बात का सही मफहूम सही मानी हमें उस वक़्त समझ आया जब सईदा ज़ैनब फौत हो गई, वरना हमने समझा सईदा सौदा का हाथ लम्बे तो हो। सही हदीस तो साबित है।
ਲੇਕਿਨ ਪੀਰ ਨਸੀਰੁੱਦੀਨ ਸਾਹਿਬ ਨੇ ਜਿਹੜੀ ਗੱਲ ਸੁਣਾਈ ਹੈ, ਅੱਲਾ ਉਹਨਾਂ ਦੀ ਲਗਜ਼ਸ਼ ਮਾਫ ਫਰਮਾਏ, ਉਹਨਾਂ ਨੇ ਕਿਸੇ ਤਾਰੀਖੀ ਕਿਤਾਬ 'ਚ ਪੜ੍ਹੀ ਹੋਏਗੀ ਜਾਂ ਉਹਨਾਂ ਕੋਲ ਸਬਕ ਲਿਸਾਨੀ ਹੋਏਗੀ, ਲੇਕਿਨ ਗੱਲ ਦਰੁਸਤ ਨਹੀਂ। ਮੈਂ ਇਹ ਗੱਲ ਸੁਣਾ ਦਿੱਤੀ ਤੇ ਹੁਸੈਨੀ ਸਾਹਿਬ ਨੇ ਬੜੇ ਖੁਸ਼ੀ ਦਾ ਇਜ਼ਹਾਰ ਕੀਤਾ ਵੀ ਆਹ ਕੋਈ ਹਵਾਲਾ ਨਹੀਂ ਉਹਨਾਂ ਦਿੱਤਾ, ਅਗਰ ਉਹ ਕੋਈ ਹਵਾਲਾ ਦਿੰਦੇ ਤਾਂ ਫਿਰ ਅਸੀਂ ਕੰਪੇਅਰ ਕਰ ਸਕਦੇ ਸੀ, ਲੇਕਿਨ ਇਸ ਤਰ੍ਹਾਂ ਹੀ ਮਾਲੂਮ ਹੁੰਦਾ। ਉਹਦੇ ਬਾਅਦ ਥੋੜ੍ਹੀ ਦੇਰ ਬਾਅਦ ਫਿਰ ਮਿਰਜ਼ਾਈ ਦੀ ਜਿਸ ਵੇਲੇ ਆਮ ਰੂਟੀਨ ਸ਼ੁਰੂ ਹੋਈ ਮਿਰਜ਼ਾਈ ਚਤਰੋਲ ਦੀ, ਤੇ ਮਿਰਜ਼ਾਈ ਉਹੋ ਹੀ ਰੰਡੀ ਰੋਣਾ ਲੈ ਕੇ ਫਲਾਣਾ ਕਿਹੜੇ ਫਿਰਕੇ ਨਾਲੇ, ਫਲਾਣਾ ਕਿਹੜੇ ਫਿਰਕੇ ਨਾਲੇ, ਇਹ ਆਪਣੇ ਕਾਬਰ ਤੋਂ ਇਨਕਾਰ ਨਹੀਂ ਕਰਦੇ, ਕਾਬਰ 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 ਲਾ ਦਿੱਤਾ। ਤੇ ਮੈਂ ਹੁਸੈਨੀ ਸਾਹਿਬ ਨੂੰ ਆਖਿਆ, ਮੈਂ ਹੁਸੈਨੀ ਸਾਹਿਬ ਜਿਹੜੀ ਤੁਸੀਂ ਵੀਡੀਓ ਅੱਗੇ ਚਲਾਈ ਸੀ ਪੀਰ ਨਸੀਰੁੱਦੀਨ ਦੀ, ਕੋਈ ਉਹਦੇ 'ਚ ਮੈਂ ਇਖਤਲਾਫ ਕੀਤਾ ਕਿ ਇਤਫਾਕ ਕੀਤਾ? ਉਹਨਾਂ ਕਿਹਾ ਇਖਤਲਾਫ ਕੀਤਾ। ਤੇ ਮੈਂ ਕਿਹਾ ਮੈਂ ਦਾਇਰਾ ਇਸਲਾਮ 'ਚ ਨਿਕਲ ਗਿਆ ਕਿ ਵੇਚੀ ਆ? ਉਹਨਾਂ ਕਿਹਾ ਵੇਚੀ। ਮੈਂ ਕਿਹਾ ਇੱਥੇ ਜੇ ਪੀਰ ਨਸੀਰੁੱਦੀਨ ਦਾ ਮਰੀਦ ਹੋਵੇ ਤੇ ਮੈਨੂੰ ਉਹ ਗਾਲ ਕੱਢੇਗਾ, ਬੁਰਾ ਕਹੇਗਾ ਜਾਂ ਕਬੂਲ ਕਰ ਲੇਗਾ? ਉਹਨਾਂ ਕਿਹਾ ਬਿਲਕੁਲ ਨਹੀਂ ਕਰੇਗਾ। ਮੈਂ ਕਿਹਾ ਜੇ ਜਿਹਨੂੰ ਸ਼ੱਕ ਹੈ, ਮੈਂ ਕਿਹਾ ਨਹੀਂ ਮਵਾਨ ਸਵੇਰੇ ਨਹੀਂ ਮਵਾਨ ਨੂੰ ਮੈਂ ਗੱਲ ਸੁਣਾਉਂਦਾ, ਉਹ ਪੀਰ ਨਸੀਰੁੱਦੀਨ ਦਾ ਮਰੀਦ ਹੈ, ਤੇ ਕਿਆ ਉਹ ਮੈਨੂੰ ਵੱਟਾ ਮਾਰੇਗਾ, ਇੱਟ ਮਾਰੇਗਾ ਕਿ ਤੂੰ ਮੇਰੇ ਪੀਰ ਨਾਲ ਇਖਤਲਾਫ ਕਰ ਦਿੱਤਾ? ਨਹੀਂ, ਸਭ ਨੂੰ ਪਤਾ ਹੈ ਕਿ ਸਾਡੀ ਬੁਨਿਆਦ ਕੁਰਾਨ ਔਰ ਹਦੀਸ ਹੈ। ਇਹ ਪੀਰ, ਇਹ ਫੁਕਰਾ, ਇਹ ਸੂਫੀਆ, ਇਹ ਔਲੀਆ, ਇਹ ਉਲਮਾ, ਇਹ ਸਾਡੀ ਰਹਿਨੁਮਾਈ ਦੀ ਇੱਕ ਕੋਸ਼ਿਸ਼ ਕਰਦੇ ਨੇ। ਉਸ ਕੋਸ਼ਿਸ਼ ਵਿੱਚ ਕੌਣ ਪੂਰਾ ਕਮਾ ਹੱਕ ਅਦਾ ਕਰਦਾ ਹੈ, ਕੌਣ ਕਿਹਦੇ ਕੋਲੋਂ ਕੋਈ ਲਗਜ਼ਸ਼ ਹੋ ਜਾਂਦੀ ਹੈ, देयर इज ਆਲਵੇਜ਼ ਪੋਸਿਬਿਲਿਟੀ ਆਫ ਐਨ ਐਰਰ। ਗਲਤੀ ਦਾ ਇਮਕਾਨ ਹਰ ਵਕਤ ਰਹਿੰਦਾ, ਹਰ ਸੂਫੀ ਕੋਲੋਂ, ਹਰ ਆਲਿਮ ਕੋਲੋਂ, ਹਰ ਦਰਵੇਸ਼ ਕੋਲੋਂ, ਹਰ ਪੀਰ ਕੋਲੋਂ, ਹਰ ਮੌਲਵੀ ਕੋਲੋਂ, ਇਮਾਮ ਮੁਜੱਦਦ ਮੁਹੱਸਰ ਮੁਹੱਦਸ ਮੁਫੱਸਰ ਸਭ ਕੋਲੋਂ ਉਹਨਾਂ ਕੋਲ ਗਲਤੀਆਂ ਹੋ ਸਕਦੀਆਂ ਨੇ। ਤਾਂ ਮੈਂ ਕਿਹਾ ਇਹ ਗੱਲ ਜੇ ਸਾਡੇ ਵਿੱਚ ਇਹ ਜੇ ਸਬੂਤ ਇਸ ਗੱਲ ਦਾ ਕਿ ਸਾਡੇ ਦਰਮਿਆਨ ਇਹ ਚੀਜ਼ਾਂ ਬਾਇਸੇ ਨਜ਼ਾ ਨਹੀਂ ਹਨ। ਸਾਡੀ ਬੁਨਿਆਦ ਕੁਰਾਨ ਔਰ ਸਾਹਿਬ ਕੁਰਾਨ ਦੀ ਮਾਸੂਮ ਜ਼ਾਤ ਸਾਡੇ ਵਾਸਤੇ ਉਹ ਰਹਿਨੁਮਾਈ ਹੈ। ਬਾਕੀ ਸਭ ਨੇ ਸਾਡੀ ਰਹਿਨੁਮਾਈ ਦੀ ਇੱਕ ਕੋਸ਼ਿਸ਼ ਕੀਤੀ। ਅਗਰ ਉਸ ਕੋਸ਼ਿਸ਼ ਵਿੱਚ ਕਿਸੇ ਕੋਲੋਂ ਕੋਈ ਲਗਜ਼ਸ਼ ਹੋ ਜਾਏ, ਕੋਈ ਗਲਤੀ ਹੋ ਜਾਏ, ਅਸੀਂ ਇੱਕ ਦੂਜੇ ਨਾਲ ਇਸ ਗੱਲ ਤੋਂ ਲੜਦੇ ਨਹੀਂ, ਸਵਾਏ ਉਹਨਾਂ ਜੁਹਲਾ ਦੇ ਜਿਨ੍ਹਾਂ ਵਿਚਾਰਿਆਂ ਨੂੰ ਆਪ ਹੀ ਨਹੀਂ ਪਤਾ ਵੀ ਸਹੀ ਗੱਲ ਕਿਹੜੀ ਤੇ ਸਹੀ ਨਹੀਂ ਕਿਹੜੀ। ਹੁਣ ਨਹੀਂ ਭਾਈ ਨੇ ਤੇ ਪੀਰ ਨਸੀਰੁੱਦੀਨ ਰਹਿਮਹੁੱਲਾ ਦੇ ਮੁਰੀਦ ਨੇ, ਅੱਲਾ ਉਹਨਾਂ ਦੀ ਮਗਫਰਤ ਕਰੇ, ਉਹਨਾਂ ਤੇ ਹਦੀਸ ਸਹੀ ਪੜ੍ਹੀ ਹੈ। ਉਹ ਕਿਸ ਤਰ੍ਹਾਂ ਕਹਿ ਸਕਦੇ ਨੇ ਆਖੋ ਨੇ ਆਖਣ ਕਿ ਪੀਰ ਨਸੀਰੁੱਦੀਨ ਦੀ ਗੱਲ ਸਹੀ ਹੈ ਤੇ ਅਮਰ ਤੇਰੀ ਗਲਤ ਹੈ, ਮੈਂ ਤੇਰਾ ਗਿਰਬਾਨ ਪੜ੍ਹਨਾ ਨਹੀਂ ਪੜ੍ਹ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੀਰ ਨਸੀਰੁੱਦੀਨ ਇੱਕ ਅੱਛੇ ਆਲਮ ਦੀਨ ਸਨ, ਸੂਫੀ ਆਦਮੀ ਸਨ। ਉਹਨਾਂ ਇੱਕ ਗੱਲ ਬਿਆਨ ਕੀਤੀ ਹੈ, ਲੇਕਿਨ ਇਹ ਗੱਲ ਦਰੁਸਤ ਨਹੀਂ ਹੈ, ਸਬਕ ਤੇ ਲਸਾਨੀ ਹੋ ਗਈ ਹੈ, ਗਲਤੀ ਹੋ ਗਈ। ਐਸੇ ਤਰ੍ਹਾਂ ਜ਼ਿਆ ਭਾਈ ਮੌਜੂਦ ਨੇ, ਇਹਨਾਂ ਨੂੰ ਇੱਕ ਦਿਨ ਉਹਨਾਂ ਦੀ ਮੁਫਤੀ ਨੀਫ ਕੁਰੈਸ਼ੀ ਦੀ ਗੱਲ ਸੈਂਡ ਕੀਤੀ ਸੀ, ਇਹਨਾਂ ਰਾਬਤਾ ਕਰਕੇ ਉਹ ਆਡੀਓ ਸਾਡੇ ਕੋਲ ਮਹਿਫੂਜ਼, ਉਹਨਾਂ ਗਲਤੀ ਤਰਜੂ ਕਰ ਲਿਆ। ਉਲਮਾ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ ਤੇ ਉਹ ਕੋਈ ਲੜਾਈ ਦਾ ਬਾਇਸ ਨਹੀਂ ਹੁੰਦੀਆਂ, ਉਹ ਕੋਈ ਜੰਗੋ ਜਦਲ ਦਾ ਬਾਇਸ ਨਹੀਂ ਹੁੰਦੀਆਂ। ਇਹ ਨਾ ਸਿਰਫ ਮਰਜ਼ਾਈਆਂ ਵਾਸਤੇ ਬਾਇਸ ਇਬਰਤ ਹੈ ਗੱਲ ਜਿਹੜੀ ਮੈਂ ਸੁਣਾਈ ਹੈ, ਬਲਕਿ ਮੁਸਲਮਾਨਾਂ ਦੇ ਦਰਮਿਆਨ ਵੀ ਇਹ ਗੱਲ ਸਮਝਣ ਦੀ ਜ਼ਰੂਰਤ ਹੈ, ਸੋਚਣ ਦੀ ਜ਼ਰੂਰਤ ਹੈ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਇਹਨਾਂ ਤੋਂ ਲੜੀਦਾ ਨਹੀਂ। ਕਿਸੇ ਦੀ ਸਲਾਹ ਪਿਆਰ ਮੁਹੱਬਤ ਨਾਲ ਕਰੀਦੀ ਹੈ, ਜੇ ਉਹਨੂੰ ਸਮਝ ਆ ਜਾਏ ਠੀਕ ਹੈ, ਨਾ ਹੋਵੇ ਪਿੱਛੇ ਹਟ ਜੀਦਾ, ਆਖੀਦਾ ਚਲੋ ਕਿਨੂੰ ਹੋਰੋਂ ਦੇਖੇ ਤਾਂ ਪੜ੍ਹੇਗਾ, ਸਮਝ ਆ ਜਾਏ ਕਿਸੇ। ਲੇਕਿਨ ਮੇਰਾ ਇਹਦੇ ਨਾਲ ਇਖਤਲਾਫ ਹੈ, ਬਸ ਇੰਨੀ ਗੱਲ ਕਿ ਜੋ ਇਹ ਗੱਲ ਕਰ ਰਿਹਾ, ਜੇ ਕੋਈ ਬੰਦਾ ਪੁੱਛੇ ਤਾਂ ਕਿ ਮੇਰਾ ਇਹਦੇ ਨਾਲ ਇਤਫਾਕ ਨਹੀਂ ਹੈ, ਉਹਦੇ ਬਾਅਦ ਕੋਈ ਲੜਾਈ ਕਰਨਾ। ਤੁਸੀਂ ਕੀ ਕਹਿੰਦੇ ਹੋ ਪੀਰ ਨਸੀਰੁੱਦੀਨ ਸ਼ਾਹ ਸਾਹਿਬ ਦੀ ਗੱਲ ਦੇ ਨਾਲ, ਤੁਸੀਂ ਐਗਰੀ ਕਰਦੇ ਹੋ ਜਾਂ ਸਾਡੇ ਉਸਤਾਦ ਦੇ ਨਾਲ ਖਲੋਂਦੇ ਹੋ ਮੌਕਫ ਦੇ ਨਾਲ? ਦਰੁਸਤ, ਬਲਕਿ ਸਾਡੇ ਉਸਤਾਦ ਦੇ ਨਾਲ ਨਹੀਂ ਕਿ ਸਹੀ ਹਦੀਸ ਮੌਜੂਦ ਹੈ कि उन्हें को सबकत लिसानी हुई है। और जनाब एक दिल और करो, टीम ज्वाइन करो और ब्रॉड में शेयर करते जाओ। जी जी अच्छा मेरे नाल मुखातब है जी जी मैं अच्छा आज पता चली कि ਤੁਸੀਂ ਪੀਰ ਨਸੀਰੁੱਦੀਨ ਸ਼ਾਹ ਸਾਹਿਬ ਦੇ ਮੁਰੀਦ ਹੋ। ਵੀਡੀਓ ਤੇ ਮੈਂ ਬੜੀ ਵਾਰੀ ਉਹਨਾਂ ਨਾਲ ਬੜਾ ਰਾਤ ਦੇ ਤੁਸਾਂ ਕੋਲ ਬੈਠਾ ਇਸ ਤਰ੍ਹਾਂ ਬਹਿ ਕੇ ਮਹਿਫਲ ਕੀਤੀ ਜੀ। ਉਹਨਾਂ ਦਾ ਅੰਦਾਜ਼ ਗੁਫ਼ਤਗੂ ਬੜਾ ਹਟ ਕੇ ਵੇ, ਉਹ ਸਿਰਫ ਇਹ ਨਹੀਂ ਕਿ आलम दीन ही नहीं है, सिर्फ वो एक मड़े मुताबिक एक नफ्सियात ने भी मायर है। उन्हें बड़ी वारी ये दबे टके लफ्जा जे अपने बयाना भी खतीबा नूं ये गल आखी कि जिस मजमे च मौजूद होंदे हो ना, तुसां कुरान मड़े तो ज़्यादा आना है तो तुसां हदीसां भी मड़े तो ज़्यादा आनियां ने, लेकिन जिहड़ी चीज़ होनी जिस मजमे च मौजूद होने उहदे विचों मिसाल कढ के तो उन्हें मसला समझाया करो, गल उन्होंने ज़हन च बह वेंदी, तो उन्होंने ईमान भी रह वेंदे। ये जिहड़े वामी खतीब होंदे ना, ਇਹਨਾਂ ਦੀ ਗੱਲ ਦਾ ਮਾਖਜ਼ ਲਈਦਾ, ਅਮੂਮਨ ਇਹਨਾਂ ਦੇ ਅਲਫਾਜ਼ ਅੱਗੇ ਪਿੱਛੇ ਜਾਂਦੇ ਰਹਿੰਦੇ ਨੇ, ਇਸੇ ਕੋਈ ਫਰਕ ਨਹੀਂ ਹੁੰਦਾ। ਇਹ ਜਿਸਲੇ ਪਬਲਿਕ ਵਿੱਚ ਬਹਿ ਕੇ ਪੰਜਾਬੀ ਜੇ ਬਿਲਖਸੂਸ ਤਕਰੀਰ ਹੋ ਰਹੀ ਹੁੰਦੀ, ਸਾਡਾ ਇਲਾਕਾ ਸਾਰਾ ਪੰਜਾਬੀ ਅਨਪੜ੍ਹ ਲੋਕਾਂ ਦਾ ਇਲਾਕਾ ਹੈ, ਸਮਝਿਓ। ਇਹ ਜੇ ਮਾਹੌਲ ਵਿੱਚ ਗੱਲ ਕਰਨੇ ਅਲਫਾਜ਼ ਅੱਗੇ ਪਿੱਛੇ ਬਹੁਤ ਸਾਰੇ ਹੋਵੇ ਖਤੀਬਾਂ ਦੇ, ਕੋਈ ਆੜਾ ਮਸਲਾ ਨਹੀਂ ਹੁੰਦਾ ਇਸ ਚੀਜ਼ ਦਾ।
तो मैं थे आमर भाई ने इतफाक करा हमारे सामने खुद हदीसा मौजूद उन्होंने अल्फाज कुछ भी नहीं है ਉਹਨਾਂ 'ਚ ਕੋਈ ਇਹਦਾ ਲਫ਼ਜ਼ ਮੌਜੂਦ ਨਹੀਂ ਸੜ ਕੇ ਮਰ ਜਾਓ ਮਰਜ਼ਈ ਹੋ ਸੜ ਕੇ ਮਰ ਜਿਨ੍ਹਾਂ ਨੇ ਰਿਕਾਰਡ ਕਰ ਲਈ ਇਹ ਗੱਲ ਜਿਨ੍ਹਾਂ ਨੇ ਰਿਕਾਰਡ ਕਰ ਲਈ ਇਹ ਗੱਲ ਰਾਤੀ ਜਾ ਕੇ ਸਾਈਂ ਸਾਹਿਬ ਦੀ ਬਰਾੜ ਤੇ ਜ਼ਰੂਰ ਸੁਣਾਇਓ ਕੋਈ ਬੰਦਾ ਬਾਬਰ ਭਾਈ ਇਹ ਕਲਿੱਪ ਖਲਿਓ ਮੈਂ ਆਪ ਔਰ ਮਰਜ਼ਈ ਹੋ ਹਾਂ ਕਿਸੇ ਵੀ ਕਰਨਾ ਜਾ ਕੇ ਉੱਥੇ ਕੱਦੂ ਕਸ਼ਰ ਦੇ ਉੱਤੇ ਇਹੀ ਗੱਲ ਮੈਂ ਰਾਤੀ ਉਹਨਾਂ ਨੂੰ ਆਖੀ ਮੈਂ ਕਿਹਾ ਵੀ ਕੋਈ ਬੰਦਾ ਕਿਸੇ ਪੀਰ ਨੂੰ ਮੌਲਵੀ ਨੂੰ ਇਮਾਮ ਨੂੰ ਅਗਰ ਉਹ ਨਾਲਮੇ ਦੀਨ ਨੂੰ ਫਾਲੋ ਕਰਦਾ ਹੈ ਤਾਂ ਉਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਬਈ ਇਹਨਾਂ ਦੀ ਗੱਲ ਨੂੰ ਮੈਂ ਆਪਣੇ ਉੱਤੇ ਤਰਜੀਹ ਦੇਣਾ ਮੇਰੇ ਨਾਲੋਂ ਇਹਨਾਂ ਦਾ ਇਲਮ ਜ਼ਿਆਦਾ ਹੈ ਲੇਕਿਨ ਅਗਰ ਉਹਨਾਂ ਦੀ ਗਲਤੀ ਨਜ਼ਰ ਆ ਜਾਏ ਨਾ ਤੇ ਕੋਈ ਬੰਦਾ ਵੀ ਨਹੀਂ ਆਂਦਾ ਕਿ ਮੇਰਾ ਪੀਰ ਜਿਹੜਾ ਇਹ ਗਲਤੀ ਨਹੀਂ ਕਰ ਸਕਦਾ ਇਹ ਨਬੀ ਹੈ ਨਬੀ ਦਾ ਨਬੂਵਤ ਦਾ ਨਾ ਉਹਨਾਂ ਦਾ ਦਾਅਵਾ ਤੇ ਨਾ ਇਹਨੂੰ ਨਬੀ ਬੰਦਾ ਮਿਰਜ਼ਾ ਕਾਦੀਆਨੀ ਤੇ ਨਬੂਵਤ ਦਾ ਮਦਈ ਹੈ ਇਹਦਾ ਤੇ ਕੋਈ ਕੰਪੈਰੀਜ਼ਨ ਹੀ ਨਹੀਂ ਹੈ ਨਾ ਸਾਡੇ ਮੌਲਵੀਆਂ ਆਲਮਾਂ ਨੂੰ ਪੇਸ਼ ਕਰਕੇ ਤੇ ਮਰਜ਼ਾਈ ਉਹਨਾਂ ਦੇ ਪਿੱਛੇ ਛੁਪਣਾ ਚਾਹੁੰਦੇ ਨੇ ਕਿ ਤੁਹਾਡੇ ਉਲਮਾ ਤੁਹਾਡੇ ਉਹ ਜੀ ਖਤੀਬ ਤੁਹਾਡੇ ਉਹ ਜੀ ਮੁਫੱਸਰ ਮੁਜੱਦਦ ਉਹ ਫਲਾਣੇ ਤੁਹਾਡੇ ਉਲਮਾ ਨੇ ਲਿਖਾ ਹੈ ਆਪਕੇ ਮੁਫੱਸਰੀਨ ਨੇ ਲਿਖਾ ਹੈ ਉਹ ਇਹਨਾਂ ਦੇ ਪਿੱਛੇ ਉਹਨੂੰ ਛੁਪਾਉਣਾ ਚਾਹੁੰਦੇ ਨੇ ਹਾਲਾਂਕਿ ਉਹ ਛੁਪ ਨਹੀਂ ਸਕਦਾ ਕਦੇ ਭੇਡਾਂ ਦੇ ਪਿੱਛੇ ਮੈਂ ਕੀ ਆਖਾਂ ਇਹੋ ਜਿਹਾ ਗੰਦਾ ਊਠ ਤੇ ਨਹੀਂ ਛੁਪ ਸਕਦਾ ਹੈ ਜਿਹਦਾ ਸਾਹਮਣੇ ਕੱਦ ਗੰਦਾ ਪਿਆ ਨਜ਼ਰ ਆਉਂਦਾ ਹੈ ਗੰਦਗੀ ਨਾਲ ਲਿਬੜਿਆ ਉਹ ਤਾਂ ਨਮਾਇਆ ਹੈ ਉਹਦਾ ਗੰਦਗੀ ਜਿਹੜੀ ਬਹੁਤ ਉੱਚੀ ਹੈ ਆਲਮਾ ਕੋਲੋਂ ਤੇ ਛੋਟੀਆਂ ਛੋਟੀਆਂ ਗਲਤੀਆਂ ਹੋਈਆਂ ਨੇ ਅਗਰ ਕਿਸੇ ਕੋ ਹੋ ਗਈਆਂ ਨੇ ਤੇ ਅੱਲਾ ਮਾਫ ਕਰੇ ਉਹਨਾਂ ਨੂੰ ਤੇ ਇਹ ਅੱਛਾ ਮੈਂ ਗਲਤ ਸੋਚ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਵੀ ਜਿਹੜੇ ਮੌਜੂਦਾ ਉਹਨਾਂ ਦੇ ਹੈ ਨੇ ਨਾ ਗੱਦੀ ਨਸ਼ੀਨ ਪੀਰ ਮੇਰ ਅਲੀ ਸ਼ਾਹ ਸਾਹਿਬ ਰਹਿਮਤੁल्लाह ਅਲੈਹ ਦੇ ਹਸਾਮੁਦੀਨ ਸਾਹਿਬ ਉਹ ਆਪਣੀ ਸਾਰਿਆਂ ਦੀ ਬਰਾਡਾਂ ਸੁਣਦੇ ਨੇ ਬਜ਼ਾਤੇ ਖੁਦ ਨਾ ਸਿਰਫ ਸੁਣਦੇ ਨੇ ਬਲਕਿ ਕਾਫੀ ਸਾਰੇ ਲੋਕ ਨੇ ਜਿਨ੍ਹਾਂ ਨੂੰ ਉਹ ਬਹੁਤ ਪਸੰਦ ਕਰਦੇ ਨੇ ਤੇ ਉਹਨਾਂ ਦੇ ਵਿੱਚ ਅਮਨ ਨਜ਼ੀਰ ਭਾਈ ਵੀ ਸ਼ਾਮਲ ਨੇ ਮੁਫਤੀ ਸਾਹਿਬ ਵੀ ਸ਼ਾਮਲ ਨੇ ਤੇ ਜ਼ਿਆਰ ਸੁਲਮੀਨੀ ਵੀ ਸ਼ਾਮਲ ਹੈ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਇੱਕ ਵਾਰ ਇਸਲਾਮਾਬਾਦ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਕਿਤੇ ਮੈਨੂੰ ਮੈਸੇਜ ਕਿਸੇ ਵਜ੍ਹਾ ਤੋਂ ਕੀਤਾ ਸੀ ਤੇ ਮੈਂ ਦੱਸਿਆ ਸੀ ਵੀ ਮੈਂ ਇਸਲਾਮਾਬਾਦ ਗਿਆ ਹੋਇਆ ਹਾਂ ਅੱਛਾ ਮੈਨੂੰ ਪਹਿਲੇ ਇਹ ਨਹੀਂ ਸੀ ਪਤਾ ਲੋਕੇਸ਼ਨ ਦਾ ਵੀ ਇਸਲਾਮਾਬਾਦ ਦੇ ਵਿੱਚ ਹੀ ਤਾਂ ਗੋਲੜਾ ਸ਼ਰੀਫ ਆ ਮੈਨੂੰ ਇਹ ਸੀ ਵੀ ਸ਼ਾਇਦ ਦੂਰ ਆ ਕਿਧਰੇ ਹੁਣ ਐਡੀ ਦੂਰ ਆ ਕਦੀ ਗਏ ਜੋ ਨਹੀਂ ਉਧਰ ਤੇ ਆਂਦੇ ਵੀ ਤੂੰ ਤੇ ਇੱਥੇ ਕੋਲ ਆਇਆ ਫਿਰਦਾ ਤੇ ਤੂੰ ਸਟੇ ਮੇਰੇ ਕੋਲ ਕਰਨਾ ਆ ਗਿਆ ਮੈਂ ਕਿਹਾ ਠੀਕ ਹੈ ਜੀ ਉਧਰ ਚਲੇ ਗਏ ਉਹਨਾਂ ਕੋਲੋਂ ਉਹਨਾਂ ਨਾਲ ਸ਼ਿਸਤ ਹੋਈ ਮਾਸ਼ਾਅੱਲਾ ਬਹੁਤ ਉਹਨਾਂ ਨੇ ਕੰਮ ਦੀਆਂ ਗੱਲਾਂ ਵੀ ਦੱਸੀਆਂ ਉਹਨਾਂ ਨੇ ਸਾਡੀਆਂ 2-3 ਗਲਤੀਆਂ ਵੀ ਦੱਸੀਆਂ ਇੱਕ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੀ ਗੱਲ ਮਸ਼ਹੂਰ ਆ ਨਾ ਕਿ ਪੀਰ ਮੇਰ ਅਲੀ ਸ਼ਾਹ ਸਾਹਿਬ ਰਹਿਮਤੁल्लाह ਅਲੈਹ ਨੇ ਫਰਮਾਇਆ ਕਿ ਖਤਮੇ ਨਬੂਵਤ ਦਾ ਕੰਮ ਕਰਨ ਵਾਲੇ ਦੀ ਪੁਸ਼ਤ ਦੇ ਪਿੱਛੇ ਕੰਡ ਦੇ ਪਿੱਛੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਹੱਥ ਹੁੰਦਾ ਇਹਦੇ ਵਿੱਚ ਇੱਕ ਗਲਤੀ ਆ ਉਹਨਾਂ ਨੇ ਇਹ ਨਹੀਂ ਫਰਮਾਇਆ ਕਿ ਪਿੱਛੇ ਉਹਨਾਂ ਨੇ ਇਹ ਫਰਮਾਇਆ ਕਿ ਪੁਸ਼ਤ ਪਰ ਇਹ ਕਹਿੰਦੇ ਪਿੱਛੇ ਦਾ ਲਫ਼ਜ਼ ਨਾ ਇਸਤੇਮਾਲ ਕਰਿਆ ਕਰੋ ਕਿਉਂਕਿ ਉਹਨਾਂ ਦੀ ਜਿਹੜੀ ਗੱਲ ਆ ਉਹ ਇਹ ਆ ਕਿ ਉਹਨਾਂ ਦੀ उनकी पुश्त पर नबी पाक सल्लल्लाहु अलैहि वसल्लम का हाथ होता है पुश्त के पीछे नहीं एक उन्होंने यह दसिया फिर उन्होंने दसिया कि वो जड़ा मुर्दा जिंदा करने वाली जी तहदी की गई सी जो मिर्जे ने चैलेंज किया कि बई इत्थे को अन्ने लंगड़े लूले लै आने तो तुसीं भी दुआ कर दिओ तो मैं भी कर देना जो उहदा है सी तरीका वारदात मिर्जे का तो उन्होंने यह नहीं सी फरमाया कि भी कोई मुर्दा लै आओ तो अज पीर मेर अली मुर्दा भी जिंदा कर देगा उन्होंने कहा सी नौ मलूद बच्चा जड़ा नौ मलूद होए तो वह पैदा होंदे फौत हो गया होए तो मतलब गल करन दा ये हैगा वा कि साडे हालांकि वो सब नूं बड़ा पसंद करते हैं और उन्हां दे अल्फाज सीगे कि मैनूं वो कह रहे सी मौलाना हालांकि मैं जो गया वा उन्हां कोल तो मैनूं कहंदे तू ज़िया रसूल आ मैं कहा हाँ जी कहता मैं तो सोचा सी भी पता नहीं कोई बहुत वड्डी लंबी चौड़ी दाढ़ी होएगी कोई उत्ते दस्तार बन्नी होएगी तो बड़ा वड्डा कोई लामा फामा होएगा तो तू है ज़िया रसूल मैं कहा हाँ जी मैं ही हाँ जी वाह वाह आंदा खुश किया जवाना मैं कहा ठीक है जी थपकी भी दी उन्होंने आख्या मैं तुहाडे कोलों तुसीं छोटे हो मेरे तो मैं बड़ा तुहाडे कोलों सिखदा तो बड़ी उन्होंने तारीफ भी सारे ने की दुआवां भी दित्तियां लेकिन जे साडे कोल कोई गलती हो रही सी उन्होंने साडी गलती दसी सानूं कि यह गल पुत्र गलती आ इस गल दे विच गलत है इंज ना बयान करया करो इंज बयान करया करो गल वही आ गई आ कि वेखो इत्थे जिहड़ा वा गलती किसी कोल हो जाना हुण असीं जिवें यह गल सुनी सुनाई सी साडी मैं कदे बजाते खुद उन्हां दा जुमला नहीं पढ़िया
ਐਨ ਜੀ ਤੁਹਾਡੇ ਕੋਲ ਸੁਣਿਆ, ਉਹਦੇ ਕੋਲ ਸੁਣਿਆ, ਤੇ ਅਸੀਂ ਵੀ ਇੱਥੇ ਰੋਜ਼ ਬਿਆਨ ਕਰਦੇ ਹਾਂ ਕਿ ਖਤਮੇ ਨਬੂਵਤ ਦਾ ਕੰਮ ਕਰਨ ਵਾਲੇ ਦੀ ਪੁਸ਼ ਦੇ ਅਕਸਰ ਪਹਿਲੇ ਮੇਰੇ ਮੂੰਹ 'ਚੋਂ ਵੀ ਨਿਕਲ ਜਾਂਦਾ ਹੁੰਦਾ ਸੀ, ਹੁਣ ਵੀ ਸ਼ਾਇਦ ਕਦੇ ਨਿਕਲ ਜਾਏ ਕਿ ਪੁਸ਼ ਦੇ ਪਿੱਛੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਹੱਥ ਹੁੰਦਾ। ਹੁਣ ਵੇਖੋ ਅਸੀਂ ਐਨ ਜੀ ਸੁਣੀ ਸੁਣਾਈ ਗੱਲ ਕੀਤੀ, ਹਾਲਾਂਕਿ ਉਹ ਗੱਲ ਹੋਰ ਆ। ਉਹ ਕਹਿੰਦੇ ਇਹ ਹਲਕੀ ਗੱਲ ਆ ਪੁਸ਼ਤ ਦੇ ਪਿੱਛੇ ਹੱਥ ਆ ਇਹ ਗੱਲ ਕਰਨਾ, ਬਲਕਿ ਉਹਨਾਂ ਦੀ ਗੱਲ ਐ ਸੀ ਕਿ उनकी पुश्त पर नबी पाक सल्लल्लाहु अलैहि वसल्लम का हाथ होता है। तो यह मकसद है यार सुन भाई ये बोल चाल है चाह ना ज़ुबानी रवायतां जिन्हां टुरनियां ना तो मानी अल्फाज बदलने रहने इलाके च बेन की हाँ जी हाँ जी बदलना अल्फाज बदल बेन बिल्कुल तो ज़ुबानी रवायत होगी टुरनी रहती है मड़ी ज़ुबान और है ਤੁਹਾਡੀ ज़ुबान थोड़ी जी बखरे ਤੁਸੀਂ कोई और लफ्ज़ बोल सो आप नहीं सकदा दसो मफहूम तुसा मन ही बयान करना है लेकिन अपने अल्फाज उस लिए हो गए। ਅੱਛਾ ਪੀਰ ਮੇਰ ਅਲੀ ਸ਼ਾਹ ਹੋਰਾਂ ਦੇ ਖਾਨਦਾਨ ਦੇ ਵਿੱਚ ਇੱਕ ਇਨਫਰਾਦੀਅਤ ਕਹਿ ਲਓ, ਇੱਕ ਉਹਨਾਂ ਦਾ ਖਾਸਾ ਕਹਿ ਲਓ ਕਿ ਉਹਨਾਂ 'ਚ ਹਲੀਮੀ ਬਹੁਤ ਹੈ। ਪੀਰ ਮੇਰ ਅਲੀ ਸ਼ਾਹ ਹੋਰਾਂ ਤੋਂ ਲੈ ਕੇ ਨਾ ਇਹ ਜਿਹੜਾ ਵਾਕਿਆ ਤੁਸੀਂ ਸੁਣਾਇਆ ਹੈ, ਸਾਰੀ ਹਿਸਟਰੀ ਇਹਨਾਂ ਦੀ ਖੋਲ ਕੇ ਵੇਖ ਲਓ। ਜਿਸ ਤਰ੍ਹਾਂ ਪੀਰ ਨਸੀਰੁਦੀਨ ਬੋਲੇ ਨੇ ਇਹ ਕਈਆਂ ਬਰੇਲਵੀਆਂ ਮੌਲਵੀਆਂ ਉਹਨਾਂ ਨਾਲ ਸਖਤੀ ਕੀਤੀ ਬੜੀ, ਮੈਨੂੰ ਪਤਾ ਹੈ ਸਾਰੀਆਂ ਗੱਲਾਂ ਦਾ, ਉਹਨਾਂ ਦੀ ਹਲੀਮੀ ਦੀ ਵਜ੍ਹਾ ਤੋਂ। ਇਹ ਇਹਨਾਂ ਦਾ ਖਾਸਾ, ਇਹਨਾਂ ਦੇ ਇਸ ਖਾਨਦਾਨ ਦਾ, ਇਸ ਟੱਬਰ ਦਾ, ਕਿ ਇਹਨਾਂ ਵਿੱਚ ਇੱਜ਼ੋ ਇਨਕਸਾਰੀ ਬਹੁਤ ਹੈ ਔਰ ਇਹ ਹੀ ਹੋਣੀ ਚਾਹੀਦੀ, ਨਾ ਕਿ ਗੱਦੀ ਨਸ਼ੀਨ ਹੋਣ ਤੋਂ ਬਾਅਦ ਬੰਦੇ ਦਾ ਦਿਮਾਗ ਸਮਾਨੀ ਚੜਿਆ ਹੋਵੇ। ਬਹੁਤ ਪਿਆਰੀ ਗੱਲ ਤੁਸੀਂ ਸੁਣਾਈ आमिर भाई। ये भी ਹੁਣ ਵੇਖੋ ਮੈਂ ਹੁਣ ਇੱਕ ਆਮ ਜਿਹਾ ਬੰਦਾ, ਮੇਰੀ ਕੀ ਹਸੀਅਤ ਆ, ਉਹ ਐਡੇ ਵੱਡੇ ਗੱਦੀ ਨਸ਼ੀਨ ਨੇ, ਐਡੇ ਵੱਡੇ। एक और बड़ी खासियत ने इस गद्दी च कि दीगर जो ला रस्मां तो ये गद्दी नशीना तो पाइयां भी ने उन्होंने तो पा के इत्थे मुमन इल्मी नशीन उसी वजह तो ये हलीमी इज्जत दी वजह तो क्यों ਵੇਖੋ ਇੱਕ ਆਮ ਜਿਹਾ ਬੰਦਾ, ਮਤਲਬ ਮੇਰੇ ਨਾਲ ਕੋਈ ਚਰਚੀ ਸ਼ਰਾਬੀ ਹੈ ਜੀ, ਮਹਿਫਲ ਤੁਹਾਨੂੰ ਨਹੀਂ ਲੱਭੇਗੀ। ਹਾਂ ਬਿਲਕੁਲ ਇਹ ਗੱਲ ਹੈ। ਤੇ ਮਤਲਬ ਨਾ ਕੋਈ ਜਾਨ, ਨਾ ਕੋਈ ਪਹਿਚਾਨ, ਨਾ ਕੋਈ ਐਡੀ ਔਕਾਤ ਦਾ ਮੈਂ ਮਾਲਕ ਹਾਂ। ਇੱਕ ਇਹ ਛੋਟਾ ਮੋਟਾ ਜਿਹੜਾ ਅੱਲਾਹ ਤਾਲਾ ਨੇ ਜਿੰਨੀ ਤੌਫੀਕ, ਛੋਟਾ ਮੋਟਾ ਮੇਰੇ ਮੂੰਹ 'ਚ ਨਿਕਲ ਗਿਆ ਵੀ ਇਹ ਹੀ ਖਿਦਮਤ ਇੱਕ ਦੇਈ ਦੀ ਆ ਜੋ ਅੱਲਾਹ ਤਾਲਾ ਨੇ ਕਿਸਮਤ 'ਚ ਲਿਖੀ ਹੋਈ, ਉਹਦੇ ਫਜ਼ਲ ਨਾਲ ਹੀ ਆ। ਅਸਲ ਤਾਰਫ ਹੈ ਇੱਕ ਅਸੀਂ ਇਲਾਕੇ ਨੇ ਉਸਨੇ ਹਾਂਜੀ ਅਸਾਂ ਆਪਣਾ ਪੂਰਾ ਗ੍ਰਾਮ ਉਹਨਾਂ ਮਰੀਦ ਹੈ, ਮੈਨੂੰ ਬਾਈ ਵਾਲੋ ਦੇ ਨੇਮ ਨਾਲ ਜਾਣੇ, ਫਲਾਣੇ ਬੰਦੇ ਨਾਲ ਪੁੱਤਰੇ, ਫਲਾਣੇ ਨਾਲ ਪੋਤਰਾ ਹੈ। ਅਸਾਂ ਦੇ ਇਲਾਕੇ ਨੇ ਅਸਾਂ ਦੀ ਪਛਾਣ ਉਂਝੇ, ਲੇਕਿਨ ਤੁਹਾਡੀ ਪਛਾਣ ਸਾਡੇ ਨਾਲ ਮੁਨਫਰਦ ਹੈ, ਤੁਸੀਂ ਆਪਣੇ ਕੰਮ ਨਹੀਂ ਵਜ੍ਹਾ ਦੀ ਪਛਾਣेंगे। ਬਿਲਕੁਲ ਉਹੀ ਗੱਲ ਹੈ। ਤੇ ਉਹਨਾਂ ਨੇ ਯਕੀਨ ਕਰੋ ਇੰਨੀ ਉੱਥੇ ਇੱਜ਼ਤ ਤੇ ਰਿਸਪੈਕਟ ਦਿੱਤੀ ਆ ਔਰ ਫਿਰ ਤਾਰਫ ਕਰਾਇਆ ਉੱਥੇ। ਹਾਲਾਂਕਿ ਉਹਨਾਂ ਦੇ ਸਾਹਮਣੇ ਕਮ ਸੇ ਕਮ 20-25 ਬੰਦੇ, ਉਹਨਾਂ ਦੀ ਜਿਹੜੀ ਬੈਠਕ ਬਣੀ ਹੋਈ ਆ ਨਾ ਪਰਾਂ ਜਿੱਥੇ ਉਹਨਾਂ ਦੀ ਹਵੇਲੀ ਆ, ਉੱਥੇ ਉਹਨਾਂ ਦੀ ਬੈਠਕ ਆ ਬਕਾਇਦਾ, ਉੱਥੇ 20-25 ਬੰਦੇ ਉਹਨਾਂ ਦੇ ਸਾਹਮਣੇ ਮਰੀਦੈਨ ਬੈਠੇ ਸੀ ਔਰ ਸਾਰੇ ਨਾ ਮਤਲਬ ਬੜੇ ਮੁਅੱਦਬ ਅੰਦਾਜ਼ ਨਾਲ, ਬਾਅਦਬ ਤਰੀਕੇ ਨਾਲ ਬੈਠੇ ਹੋਏ ਸੀ। ਉਹਨਾਂ ਨੇ ਮੈਨੂੰ ਆਪਣੇ ਕੋਲ ਬਿਠਾਇਆ, ਉਹ ਸਾਰੇ ਬੰਦੇ ਹੈਰਾਨ ਸੀ ਵੀ ਇਹ ਕੌਣ ਆ ਗਿਆ। ਕੋਲ ਮੈਨੂੰ ਉਹਨਾਂ ਨੇ ਬਿਠਾਇਆ, ਨਾਲ ਉਹਨਾਂ ਨੇ ਖਾਣਾ ਖਿਲਾਇਆ। ਮੇਰੇ ਨਾਲ 3 ਜਣੇ ਹੋਰ ਵੀ ਸੀ। ਉਹਨਾਂ ਨੇ ਆਖਿਆ ਜਿੰਨੀ ਦੇਰ ਤੁਸੀਂ, ਉਹ ਸਾਡਾ ਇੱਕ ਅਜ਼ੀਜ਼ ਹੀ ਹੈ ਤੇ ਉਹਨੂੰ ਕੈਂਸਰ ਸੀ ਤੇ ਉਹ ਹਸਪੀਟਲ 'ਚ ਐਡਮਿਟ ਸੀ, ਤੇ ਬਸ ਕੋ ਥੋੜ੍ਹਾ ਜਿਹਾ ਉੱਥੇ ਉਹਨਾਂ ਨੇ ਰਿਕੁਐਸਟ ਕੀਤੀ ਸੀ ਵੀ ਤੁਸੀਂ ਆ ਕੇ ਜਿਹੜਾ ਨਾ ਕੋ ਥੋੜ੍ਹਾ ਜਿਹਾ ਕਲਮਾ ਕਲਾਮ ਇਹਨਾਂ ਦੇ ਕੋਲ ਪੜ੍ਹੋ। ਤੇ ਉੱਥੇ ਅਸੀਂ ਇੱਕ ਕੁਰਾਨ ਪਾਕ ਪੜ੍ਹ ਕੇ ਆਏ ਸੀ, ਖ਼ਤਮ ਕਰਕੇ ਆਏ। 3-4 ਜਣੇ ਸੀ ਅਸੀਂ। ਉਹਨਾਂ ਨੇ ਕਿਹਾ 3 ਦਿਨ ਰਹੋ, ਮਹੀਨਾ ਰਹੋ, ਜਿੰਨੇ ਰਹੋ, ਤੁਹਾਡਾ ਖਾਣਾ ਪੀਣਾ, ਰਿਹਾਇਸ਼, ਹਰ ਸ਼ੈ ਜਿਹੜੀ ਆ ਉਹ ਸਾਡੀ ਤਰਫੋਂ ਆ। ਉਹਨਾਂ ਦਾ ਬਕਾਇਦਾ ਉਹਨਾਂ ਨੇ ਇੱਕ ਬੰਦੇ ਦੀ ਡਿਊਟੀ ਲਾਈ ਆ ਵੀ ਇਹਨਾਂ ਨੇ ਜਿੱਥੇ ਜਾਣਾ ਆਉਣਾ, ਇਹਨਾਂ ਨੂੰ ਲਿਜਾਣਾ ਵੀ ਆ, ਲਿਆਉਣਾ ਵੀ ਆ, ਖਾਣਾ ਵਗੈਰਾ ਵੀ ਦੇਣਾ, ਇਹਨਾਂ ਨੂੰ ਰਿਹਾਇਸ਼ ਦਾ ਇਹਨਾਂ ਦਾ ਮੁਕੰਮਲ ਖਿਆਲ ਰੱਖਣਾ। ਤੇ ਉਹਨਾਂ ਨੇ ਆਖਿਆ ਸੀ ਵੀ ਇਹ ਸਾਡਾ ਨਿੱਕਾ ਭਰਾ ਵੇ। ਤੇ ਮਤਲਬ ਗੱਲ ਕਰਨ ਦਾ ਇਹ ਹੈਗਾ। ਤੇ ਦੂਜੀ ਗੱਲ ਇੱਕ ਉਹਨਾਂ ਦੇ ਵਿੱਚ ਇਹ ਖਸੂਸੀਅਤ ਇਹ ਵੇ ਕਿ ਬਾਕੀ ਵੀ ਉਲਮਾ ਕਰਾਮ ਹੈ ਨੇ, ਲੇਕਿਨ ਇਸ ਗੱਦੀ ਦੀ ਇੱਕ ਇਹ ਵੀ ਖਸੂਸੀਅਤ ਆ ਕਿ ਇਹ ਖਤਮੇ ਨਬੂਵਤ ਦੀ ਜਿਹੜੀ ਪੀਰ ਮੇਰ ਅਲੀ ਸ਼ਾਹ ਸਾਹਿਬ ਰਹਿਮਤੁल्लाह अलैह ਨੇ ਜੋ ਖਿਦਮਤ ਕੀਤੀ ਨਾ, ਇਹ ਉਹਨਾਂ ਦੀ ਅੱਗੋਂ ਨਸਲਾਂ ਵੀ ਇਸ ਕੰਮ ਨੂੰ ਨਾ ਸਿਰਫ ਪਸੰਦ ਕਰਦੀਆਂ ਨੇ ਬਲਕਿ ਇਸ ਲਾਈਨ ਤੇ ਨੇ, ਯਾਨੀ ਉਹ ਖਤਮੇ ਨਬੂਵਤ ਦੇ ਕੰਮ ਨੂੰ ਬੜਾ ਤਰਜੀਹ ਤੇ ਬੜੀ ਅਹਿਮੀਅਤ ਦਿੰਦੇ ਨੇ। ਇਹ ਉਹਨਾਂ ਦਾ ਬਰਾਡਾ ਸੁਣਨਾ ਤੇ ਹਰ ਚੀਜ਼ ਨੂੰ ਗੌਰ ਨਾਲ ਸੁਣਨਾ, ਫਿਰ ਬੰਦਿਆਂ ਦਾ ਵਿੱਚ ਰੱਖਣਾ, ਉਹਨਾਂ ਦੀ ਇੰਨੀ ਰਿਸਪੈਕਟ, ਇਸ ਚੀਜ਼ ਦਾ ਸਬੂਤ ਹੈਗਾ ਵਾ ਕਿ ਉਹਨਾਂ ਨੂੰ ਸਾਰੇ ਮਾਮਲਾਤ ਨਾਲੋਂ ਇਹ ਖਤਮੇ ਨਬੂਵਤ ਦਾ ਮਿਸ਼ਨ ਹੱਲੇ ਵੀ ਬਹੁਤ ਪਿਆਰਾ ਵਾ। ਤੇ ਇਨਸ਼ਾਅੱਲਾ ਜਿਹੜਾ ਉਹਨਾਂ ਦੀ ਨਸਲਾਂ 'ਚ ਰਹੇਗਾ, ਕਿਉਂਕਿ ਪੀਰ ਮੇਰ ਅਲੀ ਸ਼ਾਹ ਸਾਹਿਬ ਰਹਿਮਤੁल्लाह अलैह ਨੇ ਜੋ ਕਾਰਨਾਮਾ ਸਰ ਅੰਜਾਮ ਦਿੱਤਾ, ਮਿਰਜ਼ੇ ਦੀਆਂ ਭਵਾਂਟੀਆਂ ਪਵਾ ਦਿੱਤੀਆਂ ਉਹਨਾਂ ਨੇ, ਤੇ ਉਹਨਾਂ ਦੀ ਨਸਲਾਂ 'ਚ ਰਹੇਗਾ ਇਹ ਅੰਸਰ ਇਨਸ਼ਾਅੱਲਾ। ਤੇ ਫਿਰ ਅੱਜ ਨਾਰਾ ਵੀ ਬੰਦਾ ਕਿ ਕਹਿੰਦਾ ਪੀਰ ਨਸੀਰੁਦੀਨ ਸ਼ਾਹ ਦੇ ਮੁਰੀਦ ਹੀ ਲਵਾਉਣਾ। ਮੈਂ ਕਹਿੰਦਾ ਨਈਮ ਸਾਹਿਬ ਬਿਸਮਿਲ੍ਲਾ ਕਰੋ, ਬਲਕਿ ਨਾਰੇ ਪੀਰ ਸਾਹਿਬ ਦਾ ਲਵਾਓ। ਪੀਰ ਮੇਰ ਨਹੀਂ ਨਾਰਾ ਤੌਹੀਦ, ਉਹੀ ਨਾਰਾ ਤੌਹੀਦ ਤੋਂ ਸ਼ੁਰੂ ਹੋਏਗਾ, ਹੈਦਰੀ ਤੇ ਮੁੱਕੇਗਾ।
ਸਾਜੀ ਬਿਸਮਿਲ੍ਲਾ ਕਰੋ ਤੇ ਸਾਰੇ ਲੱਗਦਾ ਫਰੰਟ ਸੀਟਾਂ ਤੇ ਸੋ ਰਹੇ ਨੇ। नाराए तकबीर, अल्लाहु अकबर, नाराए रिसालत या रसूलुल्लाह, नाराए हैदरी या अली। माशाल्लाह माशाल्लाह भाई, अल्लाह ताला छोड़ देंगे मौलियो। नाराए हक चार यार, हक चार यार बड़ी बड़ी गल्ला कीता तुसां ने, नारा छोड़ देंगे। अच्छा ठीक ते बोलिया ना जिक्र करसो ते नारा लाजमी लगना। गुलाम अहमद की जिंदाबाद जिंदाबाद, आज तख्त खत्म नबूवत जिंदाबाद। गुलाम अहमद नबी की दे खास बेशुमार बेशुमार नबी दे खासा खत्मे नबूवत ते हमला करने वालियां ते लानत बेशुमार। नबी दे खासा खत्मे नबूवत ते डाके दी कोशिश करने वालियां डाकुआं ते लानत बेशुमार 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 बेशुमार। मलक इमरान साहब ਦੇ ਨਾਲ ਨੂੰ ਗਿਲਾ ਸ਼ਿਕਵਾ ਪੈ ਗਿਆ। ਅੰਨੀ ਕਸਤੂਰੀ ਦੀ ਖੁਸ਼ਬੂ ਦੇ ਕੋਲ ਗੂੰ ਦਾ ਢੇਰ ਲਿਆ ਕੇ ਮਲਕ ਸਾਹਿਬ ਰਾ ਦਿੱਤਾ ਜੀ। है जेडी बैल वाला नारा बनवाया गुलाम अहमद की बैल। फिरका नजीरिया की जय हो, फिरका नजीरिया की जय। ਅੱਗੇ ਕੱਲ ਮੈਨੂੰ ਰਾਜਾ ਸਾਹਿਬ ਨੇ ਵੀਡੀਓ ਕੱਲੀ ਹੈ ਤੇ ਉਹਦੇ ਚ ਨਾ ਉਹ ਜਿਹੜਾ ਮੁੰਡਾ ਤਾਹਿਰ ਉਹ ਪਿਆ ਕਹਿੰਦਾ ਸੀ ਜਿਹੜੇ 33 40 ਵਾਲੇ ਨੇ ਨਾ ਇਹਨਾਂ ਦਾ ਕੋਈ ਕਰ ਲਈਏ, ਇਹਨਾਂ ਦੇ ਨਾਤਕੇ ਬੰਦ ਕਰੋ, ਇਹਨਾਂ ਦਾ ਤਾਂ ਕੋਈ ਬੰਦਾ ਬਰਾੜ ਤੇ ਲੈਣਾ ਜਿਹਦੀ ਆਈਡੀ ਦੇ ਨਾਲ 33 40 ਆਉਂਦਾ ਨਾ ਉਹਨੂੰ ਨਹੀਂ ਬਰਾੜ ਤੇ ਲੈਣਾ ਹੈ, ਉਹਨਾਂ ਨੂੰ ਤਾਂ ਬਲਾਕ ਕਰੋ ਸਿੱਧਾ ਸਿੱਧਾ ਹੀ। ਅੱਲਾਹ ਤਾਲਾ ਸਭ ਤੋਂ ਪਹਿਲੇ ਬਲਾਕ ਮਾਰਨ ਉਹ ਐਮਟੀਏ ਨੂੰ ਜਿਹੜਾ 24 ਘੰਟੇ 33 40 ਚਲਾਉਂਦਾ, ਠੀਕ ਹੈ ਨਾ, ਤੇ ਉਹਦੇ ਲੋਗੋ ਦੇ ਨਾਲ ਘੁੰਮਦਾ, ਸਭ ਤੋਂ ਪਹਿਲੇ ਫਿਰ ਉਹਨੂੰ ਬੰਦ ਕਰਨ। ਉਹਨਾਂ ਨੂੰ 33 40 ਦੀ ਬੜੀ ਦਰਦ ਹੋਣ ਲੱਗੀ ਮਜ਼ਾਈਆਂ। ਚਲੋ ਖੈਰ, ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਅੱਲਾਹ ਪਾਕ ਉਹਨਾਂ ਨੂੰ ਰੰਗ ਲਾਏ ਜੀ, ਅੱਲਾਹ ਉਹਨਾਂ ਨੂੰ ਸੁੱਖ ਇੱਜ਼ਤ ਦੇ, ਬਰਕਤ ਦੇ, ਉਹਨਾਂ ਦੇ ਪੀਰ ਮੇਰ ਅਲੀ ਸ਼ਾਹ ਦੇ ਨਸਲ ਨੂੰ, ਔਲਾਦ ਨੂੰ, ਕਾਰੋਬਾਰ ਨੂੰ। ਤੇ ਇਹ ਜਿਹੜੀਆਂ ਗੱਲਾਂ ਤੁਸੀਂ ਸੁਣਾਈਆਂ ਨੇ ਬੜਾ ਮਜ਼ਾ ਆਇਆ ਸੁਣ ਕੇ। ਇਸ ਗੱਲੇ ਕਿ ਉਹਦੇ ਚ ਮੇਰੀ ਵੀ ਤਾਰੀਫ ਹੈ ਨਾ। ਅੱਛਾ, ਇਸ ਗੱਲੇ ਮੈਂ ਕਹਿਣਾ ਕਿ ਬੜਾ ਮਜ਼ਾ ਆਇਆ। ਉਹਨਾਂ ਨੇ ਉਹਨਾਂ ਨੇ ਪੁੱਛਿਆ ਸੀ ਵੀ ਇਹ ਅਹਿਮਦ ਨਜ਼ੀਰ ਜਿਹੜੇ ਨੇ ਇਹ ਕੌਣ ਹੈ ਬੰਦਾ, ਤੇ ਇਹ ਆਲਮੇ ਦੀਨ ਆ। ਮੈਂ ਕਿਹਾ ਨਾ ਜੀ ਨਾ, ਚਿੱਟਾ ਅਨਪੜ੍ਹ ਆ ਤੇ ਕੋਈ ਆਲਮੇ ਦੀਨ ਨਹੀਂ ਹੈ। ਇਹ ਮੈਂ ਕਿਹਾ ਇਟਲੀ ਚ ਹੁੰਦੇ ਨੇ ਤੇ ਉੱਥੇ ਆਪਣਾ ਕੋਈ ਕੰਮ ਸ਼ਮ ਕਰਦੇ ਨੇ। ਤੇ ਮੈਂ ਕਿਹਾ ਇਹਨਾਂ ਸਾਰਿਆਂ ਚੋਂ ਬਕਾਇਦਾ ਆਲਮੇ ਦੀਨ ਕੋਈ ਵੀ ਨਹੀਂ ਹੈ। ਉਹ ਮੈਂ ਕਿਹਾ ਟੀਚਰ ਰਹੇ ਨੇ, ਉਸਤਾਦ ਨੇ, ਉਹਨਾਂ ਦਾ ਨੌਲੇਜ ਬੜਾ, ਉਹਨਾਂ ਦੀ ਜਿਹੜਾ ਹੈ ਵੇ ਕਿ ਉਹਨਾਂ ਨੇ ਬਹੁਤ ਜ਼ਿਆਦਾ ਮਤਾਲਿਆ ਕੀਤਾ ਹੋਇਆ ਵਾ ਤੇ ਬੋਲਣ ਦਾ ਅੱਲਾਹ ਤਾਲਾ ਨੇ ਹੁਨਰ ਦਿੱਤਾ। ਤੇ ਆਂਦੇ ਸੋਹਣੀ ਮੰਜੀ ਠੋਕਦੇ ਨੇ ਇਹਨਾਂ ਦੀ। ਨੇ ਮਤਾਲਿਆ ਘਾਟੇ ਹਵਾਲੇ ਸਾਹਿਬ ਮੌਲਵੀ ਸਾਹਿਬ ਦੇ तो बड़े पीरो मुर्शद आने ने ना आने तारीफ में तनकीद थी, इस वास्ते चुप था, वरना ये समझ ले कि मैं अजीज मियाँ हूँ। और ना आख्या कि तारीफ में तनकीद थी, इस वास्ते चुप था, वरना ये समझ ले कि मैं अजीज मियाँ हूँ। ਇਹ ਗੱਲ ਠੀਕ ਹੈ। ਉਹਨਾਂ ਨੂੰ ਮੌਸੀਕੀ ਨਾਲ ਵੀ ਪਿਆਰ ਆਇਆ, ਰਾਗ ਸ਼ਾਗ ਵੀ ਉਹ ਜਾਣਦੇ ਤੇ ਉਹਨਾਂ ਦਾ ਜ਼ੌਕ ਇਹ ਵੀ ਆਹ ਸ਼ਾਇਰੀ ਵੀ, ਸ਼ੇਰ ਉਹਨਾਂ ਨੇ ਬੜੇ ਖੂਬਸੂਰਤ ਲਿਖੇ ਨੇ। ਕਈ ਕਲਾਮ ਉਹਨਾਂ ਦੇ ਬੜੇ ਪਸੰਦੀਦਾ ਨੇ ਆਵਾਮ 'ਚ, ਮੈਂ ਜਾਣਨਾ ਵਾਂ। ਇੱਕ ਦੋ ਕਲਾਮ ਮੈਂ ਖੁਦ ਵੀ ਸੁਣਿਆ ਤੇ ਬੜਾ ਮੈਨੂੰ ਨਾ ਮਜ਼ਾ ਆਇਆ ਕਿ ਬਈ ਬੜਾ ਖੂਬਸੂਰਤ ਕਲਾਮ ਉਹਨਾਂ ਨੇ, ਬੜੇ ਅਲਫਾਜ਼ ਦਾ ਚੁਣਾਵ ਅੱਛਾ। ਅਸਲ ਦੇ ਵਿੱਚ ਇਹ ਜਿਹੜੀ ਜਿਹਦੀ ਅੱਗੇ ਵੀ ਜ਼ਿਆ ਭਾਈ ਗੱਲ ਕਰਦੇ ਨਾ, ਸ਼ੇਰ ਸ਼ਾਇਰੀ ਕੀ ਹੈ? ਅਲਫਾਜ਼ ਦਾ ਅੱਛਾ ਚੁਣਾਵ ਹੈ। ਜਿਸ ਤਰ੍ਹਾਂ ਉਹ ਕਹਿੰਦੇ ਨੇ ਤਸਬੀਹ ਵਿੱਚ ਮੋਤੀ ਪਰੋਣ ਵਾਲੇ ਅਲਫਾਜ਼ ਤੁਸੀਂ ਅਗਰ ਐਸੇ ਮੁੰਤਖਬ ਕਰ ਲੈਂਦੇ ਹੋ ਆਪਣੇ ਸ਼ੇਰ ਵਿੱਚ ਕਿ ਉਹਦੇ ਵਿੱਚ ਇੰਜ ਖੂਬਸੂਰਤ ਜੁੜ ਜਾਂਦੇ ਨੇ ਤੇ ਤੁਹਾਡੇ ਸ਼ੇਰ ਜਾਂ ਤੁਹਾਡਾ ਜਿਹੜਾ ਕਲਾਮ ਹੈ ਉਹ ਆਵਾਮ 'ਚ ਮਕਬੂਲ ਹੋ ਜਾਂਦਾ ਹੈ। ਮੀਆਂ ਮੁਹੰਮਦ ਬਖਸ਼ ਦੀ ਜਿਹੜੀ ਸੈਫੁਲ ਮਲੂਕ ਹੈ ਉਹ ਕਿਉਂ ਲੋਕਾਂ ਪਸੰਦ ਕੀਤੀ ਹੈ? ਵਰਨਾ ਪੰਜਾਬੀ ਦੇ ਅਲਫਾਜ਼ ਨੇ, ਪੋਠੋਹਾਰੀ ਦੇ ਅਲਫਾਜ਼ ਨੇ, ਉਹ ਜਿਹੜੇ ਇਲਾਕੇ ਦੇ ਨੇ ਸਾਡੇ ਗੁਜਰਾਤ ਉੱਪਰ ਥੋੜਾ ਜਿਹਾ ਨਾ, ਉਹ ਅਸੀਂ ਉਹਨੂੰ ਜਿਹੜਾ ਕੋਰਾਕਰਮ ਪਹਾੜ ਹੈ, ਪੱਬੀ ਜਿਹਨੂੰ ਕਹਿੰਦੇ ਤੁਸੀਂ, ਉਹਦੇ ਵਿੱਚ ਉਹ ਰਹਿੰਦੇ ਨੇ ਤੇ ਥੋੜੀ ਜਿਹੀ ਉਹਨਾਂ ਦੀ ਬੋਲੀ ਪੋਠੋਹਾਰੀ ਵਿੱਚ ਆਉਂਦੀ ਹੈ ਤੇ ਕਈ ਲਫ਼ਜ਼ ਉਹਨਾਂ ਦੇ ਸਾਡੇ ਗੁਜਰਾਤ ਤੋਂ
की है आवाज बंद हो गई? हो गई है गड्डी गुजरात तो होगा भी टोरो गुजरात ते ब्रेकां लग गई ने जी। गुजरात ਦਾ ਸਟੇਸ਼ਨ ਵੱਡਾ ਹੋ ਗਿਆ ਇੰਨਾ ਇਕਮਾਲ ਹੁੰਦਾ आवाज बंद हो गई ਤੁਹਾਡੀ। ਦੇਖੋ ਵਾਪਸ ਗੁਜਰਾਤ ਆਓ ਗੁਜਰਾਤ ਤੋਂ ਵਾਪਸ ਅੱਗੇ ਟੋਰੋ ਇਹ ਮਾਜਾ ਦੇ ਉੱਤੇ ਲਿਖੋ ਨਵੇਂ ਨਵੇਂ ਸ਼ਬਦ। ਆਵਾਜ਼ ਰੁਕ ਗਈ ਸੀ ਮੇਰੀ। ਜੀ ਜੀ ਗੁਜਰਾਤ ਦੇ गुजरात ते आवाज रुक गई ਤੁਹਾਡੀ। ਮੈਂ ਕਹਿ ਰਿਹਾ ਸੀ ਕਿ ਗੁਜਰਾਤ ਤੋਂ ਅੱਛਾ ਮੈਂ ਕਹਿ ਰਿਹਾ ਸੀ ਇੱਕ ਥੱਲੇ ਆਇਆ ਮੈਸੇਜ ਆਇਆ ਹੈ ਜਿਹੜਾ ਨਾ ਸੋਇਬ ਰਾਜਾ ਕਿਸ ਟਾਈਮ ਦਾ ਮੈਂ ਕਹਿ ਰਿਹਾ ਕਿ ਮੇਰਾ ਮੈਸੇਜ ਜਿਹੜਾ ਨਾ ਪੜ੍ਹ ਦੇ ਕੇ ਮੇਰਾ ਮੁੰਡਾ ਇਬਨ ਮਾਜਾ $1000 ਨਹੀਂ ਲੱਭ ਰਿਹਾ। ਮੇਰਾ ਮੁੰਡਾ ਨਹੀਂ ਲੱਭ ਰਿਹਾ। हाँ जी ठीक है बिल्कुल मैं पढ़े अगे उन्होंने मैसेज इन्हां दे मगर लगना है करने कर लो मैं हिकमत पढ़ ला जी जी ठीक है सोएब राजा भाई जरा त्याग थोड़ी जी इन्नी सारे भरा करो जिथे जिथे ये बैठे हो ना गालीबाज जेडे नबी पाक नूं गालां कढदे सानू गालां कढदे कोई मसला नहीं इरफान जट सानू गालां कढदा कोई मसला नहीं उत्ते चढ़ जाओ मलक सानू गालां कढे चढ़ जाओ लेकिन जेडे नबी पाक नूं गालां कढण वाले ने नंगियां गालां ਇਹਨਾਂ ਜੋ 5-7 ਪੱਕੇ ਹਰਾਮੀ ਨੇ ਪੱਕੇ ਉਸ ਬਰਾੜ ਨੂੰ ਥੋੜਾ ਜਿਹਾ ਆਪ ਅਵਾਇਡ ਕਰਿਆ ਕਰੋ। ਹਾਂ ਤੁਹਾਡੇ ਕਿਸੇ ਬਰਾੜ ਦੇ ਉੱਤੇ ਗੱਲਬਾਤ ਦੇ ਦੌਰਾਨ ਉਹ ਆ ਜਾਣ ਜਿਹੜੇ ਨਬੀ ਪਾਕ ਨੂੰ ਨਵੀਆਂ ਗਾਲਾਂ ਕੱਢਣ ਵਾਲੇ ਨੇ ਮੈਂ ਨਹੀਂ ਕਹਿੰਦਾ ਤੁਸੀਂ ਉੱਥੇ ਦੌੜ ਜਾਓ ਤੁਸੀਂ ਦੇਖ ਲਓ ਜਿਸ ਤਰ੍ਹਾਂ ਬਿਹਤਰ ਹੈ ਲੇਕਿਨ ਐਸੀ ਬਰਾੜ ਦੇ ਉੱਤੇ ਨਾ ਚੜਿਆ ਕਰੋ ਜਿਸ ਬਰਾੜ ਦੇ ਉੱਤੇ ਇਹ ਹਰਾਮਜ਼ਾਦੇ ਬੈਠੇ ਨੇ ਜਿਹੜੇ ਸਿੱਧੀਆਂ ਨੰਗੀਆਂ ਗਾਲਾਂ ਸਾਡੇ ਮਹਿਬੂਬ ਨਬੀ ਨੂੰ ਕੱਢ ਚੁੱਕੇ ਨੇ ਔਰ ਅਸੀਂ ਸੁਣ ਚੁੱਕੇ ਹਾਂ ਉਹ ਰਿਕਾਰਡਡ ਨੇ ਤੇ ਇਹਨਾਂ ਨੂੰ ਅੱਲਾਹ ਤਾਲਾ ਜਦ ਤੱਕ इबरत का नमूना नहीं बना देंदा इन्हों अपने कैफरे किरदार तक नहीं पहुँचा देंदा उन्नी देर तक सबर करो तो अल्लाह को दुआ मंगो कि या अल्लाह इन्होंने हरामजादियां नूं अखां तो ओझल कर असीं तो इन्हां दी आवाज़ भी कन्नी नहीं पैन देंदे। राती वो सैनी साहब की बराड़ तो हरामजादा एक आ गया तो मैनूं बार मुखातब फिर मैं क्या मेरे नाल गल ना कर तैनूं अगे 10,000 वारी कह चुके मैं तेरी आवाज़ भी नहीं कन्नी पैने देना चाहता तो सैनी साहब को बैठे तो तू आ गया तो तेरे वर्गा कुत्ता जिहड़ा है तो मेरी नज़र च कोई अहमियत नहीं है कुत्ता भी तेरे नाल ज़्यादा वफादार है अल्लाह की कसम खा के कहना कुत्ता भी तेरे जैसे मिर्जाई नाल ज़्यादा वफादार है जेड़ा अपने मालक दे उत्ते नहीं भौंकदा जेड़े वो लिख के गया ना बुल्ले शाह के मियाँ साहब भी लिखे है कुत्ते याद कर लो मन हिकमत पढ़न दा आमिर भाई आज मालिक दे दर राखी कर दे साबर भुखे नंगे आमिर भाई आज एक मिर्जाई फाजी मौलाना खादम साहब बयान करके दौर कोते मालका नूं ही पै गए हो आमिर भाई आज एक मिर्जाई ने पता मैंने के जड़े ने जवाब दिता है सके अगर ते मिर्जे दे खिलाफ कोई गल कीती ना तो मैं तेरे नबी दे घर नूं पै वैणा है। आहो वो ललकरदे ने पे मरजाई ललकरदे ने पे हुण कोई गुंजाइश नहीं है वो तो बदांदे ने पे भी तुसां मिर्जे कादियानी नूं जेड़ी गाल कढोगे असीं तुहाडे महबूब नबी नूं कढांगे थोड़ी जी एहतियात दी जरूरत है बाकी जुड़ के रहो मगर लग के रहो इन्हां दी कंड ते मारो ओ उठ दे चमड़े वाला जेड़ा छित्तर बनवाया ना इन्हां दी कंड ते मारो इन्हां मिर्जाटियां दी ते ये टिकटॉक ते आए ने तबलीग करन कह रहा है तबलीग नूं भला झूठे दी कई तबलीग हुंदी है ਉਹ ਕਜ਼ਾਬ ਹੈ ਉਹ ਦਜਾਲ ਹੈ ਉਹ ਲਾਂਤੀ ਮਲੂਨ ਨਹੀਂ ਸਾਹਬ ਲੋਕ ਲਾਂਤੀ ਕਿਹੜੇ ਨੇ ਕਿ ਅਸੀਂ 2 ਘੰਟੇ ਦੀ ਉਹ ਕੀ ਕਹਿੰਦਾ ਜੋਇਆ ਹੋਰੀ ਕੱਲ ਮੈਨੂੰ ਧਮਕੀ ਦੇ ਰਿਹਾ ਕਹਿੰਦਾ ਤੁਸੀਂ ਲੋਕ ਅਸੀਂ ਦੀਨ ਇਸਲਾਮ ਦੀ ਦਿਫਾ ਕਰ ਰਹੇ ਸਾਂ ਤੇ ਤੂੰ ਗੁੰਡੇ ਲੈ ਕੇ ਉੱਥੇ ਪਹੁੰਚ ਗਿਆ ਹੈ ਉਹ ਮਿਰਜ਼ਾ ਸਰ ਤੂੰ ਜ਼ਿਆਦਾ ਦਿਨ ਨਹੀਂ ਚੱਲਣਾ ਤੂੰ ਉੱਥੇ ਗੁੰਡੇ ਲੈ ਕੇ ਪਹੁੰਚਿਆ ਤੇ ਤੂੰ ਕੰਮ ਖਰਾਬ ਕੀਤਾ ਹੈ। ਉਹ ਹਰਾਮਜ਼ਾਦੇ ਹੋ ਜਿਨ੍ਹਾਂ ਦੇ ਨਾਲ ਗੱਲ ਕਰਨ ਉਹਨਾਂ ਨੂੰ ਦੱਸੋ ਕਿ ਭਈ ਸਾਡੇ ਇੰਨੇ ਗਲੀਜ਼ ਤੇ ਗੰਦੇ ਅਕਾਇਦ ਨੇ ਹਜ਼ਰਤ ਮਸੀਹ ਅਲੈਹਿ ਸਲਾਮ ਦੇ ਬਾਰੇ ਦੇ ਅੰਦਰ मैं खाली मैं खाली पढ़िया भी नहीं कोई इकतबास मैं खाली पूछया कि जनाब तुसीं जानदे हो जिहदे नाल गल कर रहे हो तुहाडे यीशु मसीह दे बारे च की फरमा के गए ने ते जहन्नम हासिल होए ने इन्हां उत्थे रौला पा लिया जोया और इत्थे की कहदे दूसरा इब्ने बगा दा बच्चा ठीक है ना लेकिन होर दिन चलो इजाजत दो मैं हिकमत पढ़ लवां इस तो पहले बेहतरीन तुसां हिकमत दे मुताबिक काम कीता है इंज करो जिथे क्रिश्चियनां नाल गल करन उन्होंने क्रिश्चियन चो अगर कोई अनभोल वो जवाबन कुरान ते हमला करे यही मिर्जाई चाहते हैं कि वो कुरान ते अटैक करन तुसीं उन्होंने रोको नाड़ी क्रिश्चियन नूं रोको उन्होंने इन्हां दा तारुफ कराओ उन्होंने कहो गल सुनो इन्हां दा मुसलमानां नाल कोई तलक नहीं इस्लाम नाल कोई तलक नहीं सारी उम्मत ने इन्हां नूं बाहर कढिया
ਤੇ ਜੇ ਤੁਸੀਂ ਇਹਨਾਂ ਦੇ ਲਿਟਰੇਚਰ ਦੇ ਬਾਰੇ ਜਾਣਦੇ ਹੋ, ਜਿਸ ਤਰ੍ਹਾਂ ਜੋਸਫ ਮਸੀਹ ਹੋ ਗਿਆ, ਹਜ਼ਰਤ ਨੂਨ ਹੋ ਗਿਆ, 2-4 ਬੰਦੇ ਨੀਲ ਵਗੈਰਾ, ਤੇ ਫਿਰ ਤੇ ਠੀਕ ਹੈ। ਤੇ ਜੇ ਤੁਸੀਂ ਜਵਾਬਨ ਕੁਰਾਨ ਦੇ ਉੱਤੇ ਹਮਲਾ ਕਰਨਾ ਹੈ ਤੇ ਤੁਸੀਂ ਨਹੀਂ ਜਾਣਦੇ ਤੇ ਤੁਹਾਡੀ ਮਿਹਰਬਾਨੀ ਨਾ ਕਰੋ। ਕਤਨ ਗੁੰਜਾਇਸ਼ ਨਹੀਂ ਸੀ ਦੇ ਸਕਦੇ ਨਾ, ਲੇਕਿਨ ਇਹ ਜਿਹੜੇ ਮੈਂ ਸਾਬੀਨਾ ਦੀ ਵੀ ਆਈਡੀ ਸੀ, ਇਹਦੇ ਨਾਲ ਬੈਠੀ ਮੂਸਾ ਦੇ, ਤੇ ਬੜੀ ਮਿੱਠੀ ਮਿੱਠੀ ਗੱਲ ਕਰ ਰਹੇ ਨੇ ਕਿ ਜੀ میرے صاحب نے دیکھو کیوں دعویٰ کیا ہے, کیونکہ جو آئے گا وہ بولے گا میں کرسچن ہوں, عیسائیوں کو بولے گا میں مسیح ہوں. ਉਹ ਸਾਬੀ ਨੂੰ ਮੈਂ ਦੋ ਹੀ ਗੱਲਾਂ ਪੁੱਛੀਆਂ, ਮੈਂ ਕਿਹਾ ਇਹ ਜਾਣਦਾ ਹੈ ਨਾ ਕੀ ਲਿਖਿਆ ਤੁਹਾਡੇ ਮਸੀਹ ਯਿਸੂ ਮਸੀਹ ਦੇ ਬਾਰੇ 'ਚ? ਕਹਿੰਦਾ ਨਹੀਂ. ਮੈਂ ਕਿਹਾ ਇਹਨਾਂ ਨੇ ਉੱਥੇ ਉਹ ਗਾਲ ਦਿੱਤੀ ਹੈ, ਉਹੀ ਜੋਇਆ ਬੈਠਾ ਸੀ, ਠੀਕ ਹੈ ਨਾ. ਤੇ ਜਿੱਥੇ ਕਹਿੰਦੇ ਜੀ ਅਸੀਂ ਇਸਲਾਮ ਦਾ ਦਿਫਾ ਕरें, ਇਹਨਾਂ ਲਾਂਤੀਆਂ ਦਾ ਦਿਫਾ ਬੰਦਾ. لیکن جنہیں میرے بھائی ہیں انہوں سے میں حکمت پڑھنا چاہوں گا, نہج البلاغہ حکمت نمبر 255. ساجد تھوڑا جو میوٹ کر لو, شور آ رہا ہے. حکمت نمبر 255. غصہ ایک قسم کی دیوانگی ہے, کیونکہ غصے ور بعد میں پشیمان ضرور ہوتا ہے, اور اگر پشیمان نہیں ہو تو اس پر دیوانگی پختہ ہے. وآخر دعوانا الحمدللہ رب العالمین, صلوات علی محمد و آل محمد, اللہم صلی علی محمد و آل محمد. ریلوی بار بیٹھے ہیں تے انہاں دی ایک روایت بھی پڑھ لئی, کتاب افضلیت علی, علامہ محمد یاسین قادری صاحب دی, روایت نمبر 3 اچ پڑھنے. لکھ دینا, اگر تمام درخت کلمے بن جائیں اور تمام سمندر سیاہی بن جائیں اور انسانیت اور جنات لکھنا شروع کر دیں, تو پھر بھی امیر المومنین علی ابن ابی طالب علیہ السلام کی فضیلت نہیں لکھ سکتے. حوالہ ہے امام ابن جوزی, تذکرۃ الحواز, صفحہ نمبر 23, مطبوعہ بیروت لبنان. صلوات علی محمد و آل محمد, اللہم صلی علی محمد و آل محمد. صاحب لاؤ شاتم رسول اور شاتم انبیاء کہہ رہے ہیں بھئی اسی اسلام دا دفاع کر رہے ہیں مسیحاں دے نال. وہ لانچ انہوں نے دسو تے صحیح کہ جی جی حسن بھائی دیکھیں کہ ان کے اوپر کیا وقت آ گیا ہے, کیا وقت آ گیا ہے ان مرزائیوں کے اوپر, کہ مسلمانوں کے تمام مکاتب فکر اکٹھے بیٹھ کے ان لوگوں کی منجی ٹھوک رہے ہیں, اور یہ ہمارے درمیان میں دڑانے پیدا کر رہے ہیں کہ نہیں یہ کیا ہتھ کنڈے نہیں استعمال. میں یہ کہہ رہا ہوں, آج مجھے آج میسیج بھیجے اس نے کہ تم ان کو سب کو ساتھ میں تم نے بٹھایا ہوا ہے, وہابیاں نو نال بھائی, بریلیاں نو بھائی, اہل حدیث نو بھائی. دس ہاں میں کیا چلو تسی چھوری ٹوکے دے دو, اسی آپ نے جیڑی حرام زدگی تسی ساری زندگی پاکستان کردے رہے ہو, جنگ تو چنوٹ کی نہیں دور ہے, سب تو زیادہ شیعہ سنی تو فساد کتے رہنے, فسادات کتے رہنے جنگ دے اندر. میں کہ وہی کام تسی اتنے کرن لگے ہو. تو میں انہوں چیلنج کیتا ہے کہ بھائی ٹل دا زور لا لے, جتھے پیڑ پاندے پا لے, تے ہن اتھے وت پا کے وکھائیں. بلکہ ہوں جی جی ਉਧਰ ਵਾਲੇ ਤੋਂ ਕੱਢੋ ਉਹ ਨਾ, ਆਇਆ ਹੀ ਉਹ ਜਿੱਥੇ ਨੇ ਕਿਹਾ ਤਲਤ ਮਲਕ ਨੇ ਲਿਆ ਐਲਾਨ ਖੁਦਾ ਦੀ ਤਰਫ. ਹਾਂ ਉਹੀ ਮੈਂ ਗੱਲ ਕਰ ਲੱਗਾ ਵੀ ਉਹ ਰਿਕਾਰਡਿੰਗ ਕੱਢ ਲਓ ਉਹਦੀ, ਬਿਹਤਰੀਨ ਹੈ. ਇਲਹਾਮ ਖੁਦਾ ਦੀ ਤਰਫੋਂ ਨਹੀਂ, ਉਹ ਤੇ 101 ਜੁੱਤੀਆਂ ਮਾਰ 101 ਜੁੱਤੀਆਂ ਮਾਰ ਚੁੱਕਿਆ ਮਿਰਜ਼ੇ ਦੇ ਸਿਰ 'ਚ. ਮੈਂ ਪਿਆ ਕਹਿਣਾ ਉਹ ਜਿਹੜਾ ਮਲਕ ਤਲਤ ਹੈ ਨਾ, ਉਹ ਆਇਆ ਹੀ ਉੱਥੇ ਇਸ ਗੱਲੇ ਕਿ ਜਮਾਤ ਉਂਝ ਤੇ ਉਹਨੂੰ ਆਉਣ ਨਹੀਂ ਪਈ ਕਰਦੀ, ਤੇ ਚਲੋ ਮੈਂ ਕਿਰੇ ਜਾ ਕੇ ਕਿਸੇ ਨੂੰ ਕੋਈ ਗਾਲ ਗੂਲ ਕੱਢਾਂ ਤੇ ਮੇਰਾ ਪਿੱਛੋਂ ਕੰਡ ਤੇ ਥਾਪੜਾ ਦੇਣ ਦੇ ਵੀ ਬੜਾ ਵੱਡਾ ਮੁਜਾਹਿਦ ਮਰਜ਼ਾਈਆਂ ਦਾ. ਇੰਨੀ ਗੱਲ ਮੈਂ ਸਮਝ ਗਿਆ. ਮੈਂ ਤਾਂ ਹੀ ਉਹਦੇ ਮਗਰ ਵੱਡਾ ਉੱਠਦੇ ਚਮੜੇ ਵਾਲਾ ਛਿੱਤਰ ਲੈ ਕੇ ਮਗਰ ਲੱਗਾ ਵੀ ਖਲੋ ਜਾ, ਤੇਰੀ ਐਸੀ ਦੀ ਤੈਸੀ ਵੱਡੇ ਮਲਕ ਦੇ. ਇਹ ਤੂੰ ਗੱਲਾਂ ਮੈਂ ਕਿਹਾ ਜਾ ਕੇ ਕਿਸੇ ਹੋਰ ਨੂੰ ਦੱਸੀ, ਕਿਸੇ ਹੋਰ ਦੇ ਸਾਹਮਣੇ ਇਹੋ ਜਿਹੀ ਬਕ ਕਰੀ. ਮੈਂ ਤੇ ਤੇਰੀ ਨੀਅਤ ਤੱਕ ਅੱਲਾ ਹੀ ਜਾਣਦਾ, ਆਲਮੁਲ ਗੈਬ ਤੇ ਅਸਲ, ਲੇਕਿਨ ਆਪਣੇ ਵਿਜਦਾਨ ਨਾਲ ਮੈਂ ਤੇਰੀ ਨੀਅਤ ਤੱਕ ਜਾਣਨਾ ਤੂੰ ਕਿਉਂ ਇੱਥੇ ਆ ਕੇ ਬਕ ਕਰਨ ਲੱਗੇ ਹੈ. ਕਿਉਂਕਿ ਮੁਸਲਮਾਨਾਂ ਕੋਲੋਂ ਤੈਨੂੰ ਕੋ ਦੋ ਛਿੱਤਰ ਪੈਣਗੇ ਤੇ ਤੈਨੂੰ ਮਰਜ਼ਾਈ ਦਾਤ ਦੇਣਗੇ ਨਾ. ਤੇ ਜੇ ਅਸੀਂ ਆਖੀਏ ਮਲਕ ਸਾਹਿਬ ਤੁਸੀਂ ਬੜੇ ਬਾਸੂਲ, ਬੜੇ ਪੁਖਤਾ ਜ਼ਹਿਨ ਦੇ ਬੰਦੇ ਹੋ, ਸੱਚ ਨੂੰ ਬੋਲ ਦਿੰਦੇ ਹੋ, ਤੇ ਉਹ ਮਰਜ਼ਾਈ ਆਂਦੇ ਨੇ ਇਹ ਤੇ ਹੈ ਹੀ ਅਮਰ ਦੀ ਦੁੱਕੀ ਹੈ. ਉਹ ਆਏ ਹੀ ਇਸ ਗੱਲ ਸੇ आमिर भाई थल्ले आया है टोट सीकर एक शेर मुताज तवज्जो है. पढ़ो
तितली की तलाश में तुम इल्हाद के कितने पास आ गए, जब ये सोचा तो घबरा गए तुम कहाँ आ गए। ਅਬੂ ਬਕਰ ਭਾਈ ਮਿਰਜ਼ਾਈਆਂ ਦੇ ਵਿੱਚ ਐਨੀ ਫਲੈਕਸੀਬਿਲਿਟੀ ਹੈ ਕਿ ਮੋਮ ਦੀ ਨੱਕ ਮਿਰਜ਼ਾਈਅਤ। ਇੱਥੇ ਇਹਨਾਂ ਦੇ ਅੰਦਰ ਬਹਿ ਕੇ ਮਿਰਜ਼ੇ ਦੀ ਨਬੂਵਤ ਦਾ ਇਨਕਾਰ ਕਰ ਦਿਓ, ਮਿਰਜ਼ੇ ਦੇ ਅਕਾਇਦ ਦਾ ਇਨਕਾਰ ਕਰ ਦਿਓ, ਵੱਖਰਾ ਅਕੀਦਾ ਪੇਸ਼ ਕਰੀ ਜਾਓ, ਚੱਲੀ ਜਾਂਦਾ ਹੈ। ਰਾਜਾ ਤਾਲ ਮਨਾਨ ਪਿਆਂਦਾ ਸੀ ਵੀ ਇਹ ਜਿਹੜਾ ਨਾਸਰ ਹੈ ਨਾ ਕੈਨੇਡਾ ਵਾਲਾ, ਇਹ ਸਾਡਾ ਬਹੁਤ ਵੱਡਾ ਸਕਾਲਰ ਹੈ। ਉਹ ਭੇਬੇ ਕੇ ਚਿੱਤਰ ਮਾਰਦਾ ਉਹਨੂੰ, ਮਿਰਜ਼ੇ ਨੂੰ। ਇਹਨਾਂ ਦੀ ਨਜ਼ਰ 'ਚ ਉਹ ਬਹੁਤ ਵੱਡਾ ਸਕਾਲਰ ਹੈ। ਇਹਨਾਂ ਮਿਰਜ਼ਾਈਆਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕੋਈ ਅਸੂਲ ਨਾਂ ਦੀ ਚੀਜ਼ ਨਹੀਂ। ਤੁਸੀਂ ਖਾਮ ਖਾ ਉਹਦੇ ਤੋਂ ਜਿਹੜਾ ਨਾ ਅਲਰਜਿਕ ਹੋਣ ਲੱਗੇ ਹੋ ਵੀ ਜੇ ਉਹਨਾਂ ਮਲਕ ਦੀ 2 ਤਾਰੀਫੀ ਕਲਮਾਤ ਕਹਿ ਦਿੱਤੇ ਤਾਂ ਕਹਿ ਦੇਣ, ਤਾਂ ਕੀ ਹੋ ਗਿਆ? ਉਹ ਆਇਆ ਜੋ ਸੀ ਉਹ ਤੋਂ ਚਿੱਤਰ ਖਾ ਕੇ ਗਿਆ, ਤੇ ਉਹਨਾਂ ਨੂੰ 2-4 ਤਾਰੀਫੀ ਕਲਮਾਤ ਉਹਦੇ ਵਾਸਤੇ ਕਹਿਣੇ ਹੀ ਚਾਹੀਦੇ ਨੇ, ਤਾਂ ਕੀ ਹੋ ਗਿਆ? ਕੋਈ ਐਸੀ ਗੁੱਸੇ ਵਾਲੀ ਗੱਲ ਨਹੀਂ ਹੈ। ਨਹੀਂ ਸਵਾਲ ਹੈ ਪੈਦਾ ਹੁੰਦਾ, ਮਿਹਨਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਹੈ ਗਿਆ ਉਸਤਾਦ ਜੀ, ਤੁਸੀਂ ਕਹਿ ਰਹੇ ਹੋ क्या सवाल है, ज़हन तस्लीम नहीं करता कि चित्र खा के कहते हैं हो इन्होंने अहमदियत का जो दिफा किया है बंद कर दिया है मुंह सबका, ऐ नहीं समझ आती जिन्नी पैंदे ने वो। बकर भाई क्लास में बैठे ना स्टूडेंट हो तो टीचर आया है तो उसने एक दीवार ते ब्लैक बोर्ड ते लिखा है एमओ। उन्होंने को पूछा की है, किसी जवाब नहीं दिता तो कहता है ये लिखे एम का मतलब है माँ, बशीर अहमद अहमद दी माँ। दूए दिन आया तो आन के लिखा डबलियो। जद तक पूछा सो के लिखा है, आने उस्ताद जी है तो बशीरे दी मां बारे लत्तां उतां कीतियां सू। गल ते वे मिर्जाइयां नहीं ਆਹੋ ਇੰਨਾ ਕੋਈ ਮਿਰਜ਼ਾਈ ਤਾਂ ਐਡਾ ਕਿ ਮੈਂ ਪਹਿਲਾਂ ਐਡੀ ਕੋਈ ਟੈਨਸ਼ਨ ਲੈਣ ਦੀ ਕੋਈ ਨਹੀਂ ਲੋੜ ਬਈ ਉਹਦੀ ਹੁਣ ਅਸੀਂ ਕੋਈ ਉਹ ਕੱਢੀਏ। ਉਹਨਾਂ ਨੂੰ ਪਤਾ ਹੈ ਜੋ ਕੋਈ ਬਲਾਲ ਮਾਰਦਾ ਰਹਿੰਦਾ ਰੋਜ਼ ਉੱਤੇ ਬਹਿ ਕੇ, ਸਾਰਿਆਂ ਨੂੰ ਪਤਾ ਹੈ। ਲੇਕਿਨ ਉਹਦੇ ਬਾਵਜੂਦ ਮੈਂ ਦੱਸਿਆ ਕਿ ਮਿਰਜ਼ਾਈਅਤ ਕਿਉਂਕਿ ਕਿਸੇ ਅਸੂਲ ਉੱਤੇ ਕਿਸੇ ਮਨਹਜ ਉੱਤੇ ਕਾਇਮ ਨਹੀਂ ਹੈ, ਬਲਕਿ ਇੱਕ ਕਲਟ ਹੈ। ਕਲਟ ਦੇ ਵਿੱਚ ਖੰਗੀ ਜਾਓ ਤੇ ਲੰਘੀ ਜਾਓ, ਜੋ ਮਰਜ਼ੀ ਬਿਆਨ ਕੀਤੀ ਜਾਓ, ਬਸ ਤੁਸੀਂ ਜੁੜੇ ਰਹੋ, ਚੰਦਾ ਦਿੰਦੇ ਰਹੋ ਤੇ ਬੱਝੇ ਰਹੋ ਨਾਲ। ਇਹਦਾ ਨਾਮ ਮਿਰਜ਼ਾਈਅਤ। ਕੋਈ ਨਹੀਂ, ਉਹਨਾਂ ਨੂੰ ਉਹ ਬੜੀ ਬਹਾਦਰੀ ਵਹਾ ਕੇ ਗਿਆ। ਮੈਂ ਕਿਹਾ ਬੜੀ ਬਹਾਦਰੀ ਵਹਾ ਕੇ ਗਿਆ ਮਲਕ ਤਲਤ। ਉੱਥੇ ਆ ਕੇ ਸਾਰਿਆਂ ਦੇ ਸਾਹਮਣੇ ਉਹਨੇ ਆਖਿਆ ਮੈਂ ਸਾਰਿਆਂ ਮੁਸਲਮਾਨਾਂ ਨੂੰ ਚੈਲੰਜ ਕਰਨਾ ਵਾ। ਤੇ ਪਹਿਲਾਂ ਮਿਰਜ਼ਾ ਸਾਹਿਬ ਲੱਗਾ ਰਿਹਾ, ਤੇ ਜਿਸ ਵੇਲੇ ਮੈਂ ਵੇਖ ਲਿਆ ਸੀ ਇਹਦੇ ਹੱਥ 'ਚ ਹੁਣ ਛਿੱਤਰ ਹੈ ਵੱਡਾ 11 ਨੰਬਰ, ਤੇ ਨਾਲ ਹੀ ਲੈ ਇਸਲਾਮ ਕਹਿਣ ਲੱਗਾ ਖਲੋ ਜਾ ਤੇਰੇ ਮੈਂ ਕਜ਼ਾਬ ਦਜਾਲ ਦੀ ਅਸਲੀ ਤੈਸੀ ਇੱਥੇ ਲੈ ਇਸਲਾਮ ਲੱਗਿਆ ਤੂੰ ਆਖਣ ਇਸ ਲਾਂਤੀ ਨੂੰ ਲੈ ਇਸਲਾਮ ਮੈਂ ਤੇਰਾ ਚੱਕਾਂ 'ਚ। ਉਹ ਦੌੜ ਗਿਆ ਫਿਰ ਉੱਥੇ। ਉਹਨੇ ਅਸਲ ਦੇ ਵਿੱਚ ਉਹ ਰਿਕਾਰਡਿੰਗ ਕਰਕੇ ਤੇ ਜਾ ਕੇ ਆਪਣੇ ਮਿਰਜ਼ਾਈਆਂ ਮਿਰਜ਼ਾ ਕਾਦੀਆਨੀ ਦੀ ਛਿਤਰੋਲ ਕੀਤੀ ਹੈ, अपने मिर्जा कादियानी दी आप छतरोल कराइए, नहीं तो इज्जत दा बाइस बने जी। ਉਹਨਾਂ ਦੀ ਨਜ਼ਰ 'ਚ ਇੱਜ਼ਤ ਦਾ ਬਾਇਸ ਹੈ ਜਿਹੜਾ ਜਾ ਕੇ ਜੁੱਤੀਆਂ ਪਵਾ ਕੇ ਆਇਆ, ਛਿੱਤਰ ਪਵਾ ਕੇ ਆਇਆ ਨਾ ਅਗਾਂਹ ਕੇ ਵਿੱਚ ਸਿਰ ਦੇ ਕੇ। ਅਸੀਂ ਤਾਂ ਕਹਿੰਦੇ ਰਹੇ ਕੋਈ ਮਾਕੂਲ ਬੰਦਾ ਉਹਨਾਂ 'ਚੋਂ ਹੈ ਤੇ ਤੁਸੀਂ ਬੁਲਾਓ ਉਹਨੂੰ, ਸ਼ੇਅਰ ਕਰੋ ਉਹਨੂੰ, ਬੁਲਾਓ ਇੱਥੇ ਲਿਆਓ ਉਹਨੂੰ ਸਾਹਮਣੇ ਪਾਓ।
ਇਹਨਾਂ ਬੰਦਿਆਂ 'ਚ ਜਿਹੜੇ ਬੰਦੇ ਨਾਲ ਚਾਹੇ ਉਹ ਗੱਲ ਕਰ ਲੇ, ਸਾਡੀ ਸਾਰਿਆਂ ਦੀ ਤਰਫੋਂ ਉਹੀ ਬੰਦਾ ਹੋਵੇਗਾ। ਸਾਰੇ ਮਾਸ਼ਾਅੱਲਾ ਚੰਗੇ ਚੰਗੇ ਉੱਤੇ ਬੈਠੇ ਨੇ, ਕਰੀਮ ਨੇ, ਸਾਰਿਆਂ ਨੇ ਮਨਾਜ਼ਰੇ ਕੀਤੇ ਨੇ, ਜਿੰਨੇ ਇਹ ਬੰਦੇ ਉੱਤੇ ਬੈਠੇ ਸਨ ਸਭ ਮਨਾਜ਼ਰ ਨੇ। ਇਹਨਾਂ ਸਾਰਿਆਂ ਨੇ ਗੱਲਾਂ ਕੀਤੀਆਂ ਨੇ, ਮਿਰਜ਼ਾਈਆਂ ਦੀਆਂ ਮੰਨੀਆਂ ਠੋਕੀਆਂ ਨੇ। ਤੇ ਜਿਹਦੇ ਨਾਲ ਚਾਹੇ ਆ ਕੇ ਗੱਲ ਕਰ ਲਵੇ, ਬੁਲਾ ਲਓ ਉਹਨੂੰ, ਲੇਕਿਨ ਗੱਲ ਕਰਨ ਵਾਲਾ ਬੁਲਾਓ। ਇਹ ਜਿਹੜਾ ਲੋਗੜ ਕੁੱਤਾ ਹੈ ਨਾ, ਇਹਦਾ ਤਾਂ ਕੰਮ ਸਿਰਫ ਔਰ ਸਿਰਫ ਇੰਨਾ ਹੀ ਵਾਹ ਵਾਹ ਕਰਕੇ ਜਾਏਦਾ ਤੇ ਘਰੋਂ ਟੂੜਾ ਪੈ ਜਾਏਦਾ, ਤੇ ਉਹ ਗੱਲ ਹੋ ਗਈ ਜਿਹੜੀ ਤੁਸੀਂ ਪਿਆਉਂਦੇ ਹੋ ਵੀ ਉਹਨਾਂ ਨੇ ਅੱਜ ਬੜੀਆਂ ਤਾਰੀਫਾਂ ਕੀਤੀਆਂ ਨੇ ਕਿ ਚੰਗਾ ਭੌਂਕਿਆ, ਚੰਗਾ ਟੌਂਕਿਆ। ਇਹਦੇ ਤੋਂ ਬਾਅਦ ਕੁਛ ਵੀ ਨਹੀਂ ਸੀ। ਕੋਈ ਮਾਕੂਲ ਆਦਮੀ ਹੋਵੇ, ਰੀਜ਼ਨੇਬਲ ਗੱਲ ਚੱਜ ਨਾਲ ਕਰਨਾ ਚਾਹੁੰਦਾ ਹੋਵੇ ਤੇ ਆਵੇ, ਬਿਸਮਿਲ੍ਲਾ 20 ਵਾਰੀ ਕਰੇ। ਉਹਨੇ ਆਉਂਦੇ ਹੀ ਬਦਤਮੀਜ਼ੀ ਸ਼ੁਰੂ ਕਰ ਦਿੱਤੀ। ਪਹਿਲਾ ਫਿਕਰਾ ਹੀ ਉਹਨੇ ਕੀ ਬੋਲਿਆ ਉੱਥੇ, ਮੈਂ ਚੀਕਾਂ ਕਢਾ ਦਿਆਂਗਾ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗੇ। ਉਹਨੂੰ ਵੜਾਈ ਸਾਹਿਬ ਵੀ ਡੱਕੇ, ਫਿਰ ਦੂਜੇ ਵੀ ਦੋ ਤਰ੍ਹਾਂ ਬੰਦਿਆਂ ਨੇ ਤਰਲਾ ਉਹਦਾ ਲਿਆ ਵੀ ਇੰਝ ਨਾ ਕਰ, ਜੇ ਤੂੰ ਆ ਗਿਆ ਤੇ ਗੱਲ ਫਿਰ ਉਹਨੂੰ ਟਾਈਮ ਲਾ ਕੇ ਦਿੱਤਾ, 2 ਮਿੰਟ ਕਰ ਲੈ, 3 ਮਿੰਟ ਕਰ ਲੈ। ਆਂਦਾ ਨਹੀਂ, ਮੈਨੂੰ ਅਨਲਿਮਿਟਿਡ ਟਾਈਮ ਚਾਹੀਦਾ, ਅਨਲਿਮਿਟਿਡ ਟਾਈਮ ਤੱਕ ਮੈਂ ਤਬਰਰਾ ਕਰਨਾ ਚਾਹੁੰਦਾ ਤੁਹਾਡੇ ਉੱਤੇ, ਉਹਦੀ ਮੈਂ ਰਿਕਾਰਡਿੰਗ ਕਰਕੇ ਜਾਣਾ ਚਾਹੁੰਦਾ। ਮੈਂ ਕਿਹਾ ਹੋਏ ਰੋਟੀ ਨੂੰ ਚੋਚੀ ਕਹਿੰਦੇ ਨੇ, ਤੂੰ ਇੱਥੇ ਬਕਵਾਸ ਕਰਦਾ ਰਵੇਂਗਾ, ਇਹ ਚੁੱਪ ਕਰਕੇ ਕਾਂ ਗੋਭੀ ਗਣ ਕੇ ਤੇਰੇ ਅੱਗੇ ਬੈਠੇ ਰਹਿਣਗੇ ਤੇ ਤੂੰ ਯਬ ਯਬ ਕਰਦਾ ਰਹੇਂਗਾ। ਐਡਾ ਭੋਲਾ ਮੈਂ ਕਿਹਾ ਤੇ ਕੋਈ ਨਹੀਂ ਹੈ, ਛਿੱਤਰ ਲੈ ਕੇ ਤੇਰੀ ਕੰਡ ਤੇ ਫਿਰਾਂਗੇ, ਤੂੰ ਇੰਝ ਜਾਏਂਗਾ ਜਿਵੇਂ ਲੋਕੜ ਕੁੱਤਾ ਦੌੜਦਾ ਅੱਗੇ ਲੱਗ ਕੇ। ਤੇਰੀ ਕੀ ਸੀ अमर साहब अस्सलाम वालेकुम। ਵਾਲੇਕੁਮ अस्सलाम। ਕੀ ਹਾਲ ਹੈ? ਸਭ ਠੀਕ ਹੋ? ਅੱਛਾ, ਇਹ ਸ਼ੁਆਇਬ ਰਾਜਾ ਨੂੰ ਥੱਲੇ ਸੁੱਟ ਕੇ ਤੇ ਫਿਰ ਨਵੀਂ ਚੈਲੰਜ ਦਿੱਤੀ ਆ ਮਲਕ ਸਾਹਿਬ ਨੇ। ਮਲਕ ਤਲਤ ਕਹਿਣਾ ਕਿ ਮੈਂ $10,000 ਦੀ ਚੈਲੰਜ ਮੈਂ ਦੇਣ ਲਗਾ ਬਈ, ਕੋਈ ਮੇਰੇ ਸਾਹਮਣੇ ਆਏ ਤੇ ਠੀਕ ਆ। ਉਹਨੂੰ ਕਹੋ 10,000 ਜਿਹੜਾ ਅਸੀਂ ਰੱਖਸਾਂ ਡਾਲਰ, ਤੂੰ ਵੀ ਰੱਖ ਇੱਕ ਮਤਲਬ ਮਿਡਲਮੈਨ ਕੋਲ। ਬਹਰਹਾਲ ਤੂੰ ਪਹਿਲੇ ਲਿਖਾ ਕੇ ਆਣ ਆਪਣੀ ਜਮਾਤ ਕੋਲੋਂ ਕਿ ਮੈਂ ਉਹਨਾਂ ਦਾ ਸਰਬਰਾਹ, ਮੈਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਹਾਂ ਅਫੀਸ਼ੀਅਲ। ਤੇ ਕੋਈ ਗੱਲ ਨਹੀਂ, ਦੱਸ ਕੇ ਅਸੀਂ 20 ਰੱਖ ਲੈ, ਕੋਈ ਪ੍ਰੋਬਲਮ ਨਹੀਂ ਇਨਸ਼ਾਅੱਲਾ। ਗੱਲ ਦਾ ਤੇ ਪਤਾ ਲੱਗੇ ਨਾ, ਗੱਲ ਕੀ ਪੇ ਕਰਦੇ ਹੋ, ਸਮਝ ਨਹੀਂ ਆਈ। ਕਾਹਦਾ ਚੈਲੰਜ ਮੈਂ ਕਰਦਾ? $10,000 ਦੀ ਚੈਲੰਜ ਦੀ ਹੈ। ਮੈਂ ਰਿਕਾਰਡਿੰਗ ਕੀ ਹੈ, ਮੈਂ ਤੁਹਾਨੂੰ ਭੇਜਣਾ ਹਮ ਜਾ। ਮੈਂ ਕਿਹੜੀ ਗੱਲ ਵਾਸਤੇ ਚੈਲੰਜ ਕਰਦਾ ਹੈ? ਓਏ ਮੇਰੇ ਨਾਲ ਕੋਈ ਆ ਕੇ ਮੁਨਾਜ਼ਰਾ ਕਰੇ। ਠੀਕ ਹੋ ਗਿਆ ਜੀ, ਮੈਨੂੰ ਕਬੂਲ ਨਹੀਂ। ਉਹ ਅਗਲੀ ਸ਼ਰਤ ਵੀ ਹੈ ਨਾ ਕਿ ਗੱਲ ਉਹ ਪੇਸ਼ ਕਰਨੀ ਹੈ ਜਿਹੜੀ ਮਿਰਜ਼ੇ ਦੀ ਇਲਹਾਮ ਹੋਵੇ ਤੇ ਹੋਵੇ ਦੀਨੀ ਮਾਮਲਾਤ ਦੇ ਬਾਰੇ। ਹੁਣ ਦੀਨੀ ਮਾਮਲਾਤ ਦਾ ਕੌਣ ਫੈਸਲਾ ਕਰੇਗਾ? ਜਿਹੜੀ ਗੱਲ ਦੀਨੀ ਮਾਮਲਾ ਨਹੀਂ ਖਤਮ ਹੋ ਗਿਆ ਜਾਸੂਰ ਭਾਈ, ਉਸ ਤੋਂ ਬਾਅਦ ਦੀਨੀ ਮਾਮਲੇ ਕਿਹੜੇ ਨਾਜ਼ਲ ਹੋਣੇ ਨੇ? ਕੁਰਾਨ ਮੁਕੰਮਲ ਹੈ ਤੇ ਦੀਨੀ ਮਾਮਲਾਤ ਖਤਮ ਹੋ ਗਏ, ਉਸ ਤੋਂ ਬਾਅਦ ਕਿਹੜਾ ਨਜ਼ੂਲ ਹੈ ਦੀਨੀ ਮਾਮਲਾ? ਨਹੀਂ, ਉਹਦਾ ਇਹ ਚੈਲੰਜ ਵੀ ਕਬੂਲ ਆ, ਮਿਰਜ਼ੇ ਦਾ ਇਲਹਾਮ ਦੀਨੀ ਮਾਮਲੇ ਦੇ ਬਾਰੇ ਪੂਰਾ ਕਰਕੇ ਦਿਖਾਏ। ਬਈ ਛੋੜੋ ਜਾਸੂਰ ਭਾਈ ਸਾਰੀਆਂ ਗੱਲਾਂ। ਖੁਤਬਾ ਇਲਾਮੀਆਂ ਦੀ ਤਸ਼ਰੀਹ ਕਰਕੇ ਬਿਆਨ ਕਰ ਸਕੇ, ਉਰਦੂ ਪੜ੍ਹੇ ਬਗੈਰ, ਅਰਬੀ ਪੜ੍ਹੇ ਤੋਂ ਤਰਜਮਾ ਬਿਆਨ ਕਰੇ ਖੁਤਬਾ ਇਲਾਮੀਆਂ ਦਾ। ਉਹ 1000 ਦੇ ਨਹੀਂ ਸਕਣੇ ਨਾ, 10,000 ਦਾ ਨਾਮ 10,000 ਰੱਖ ਲਿਆ। ਤਾਂ ਮੈਂ ਪਹਿਲਾਂ ਨਾ ਇਹ ਜਿਹੜੇ ਅਲਫਾਜ਼ ਨੇ ਨਾ ਇਹੋ ਜਿਹੇ, ਉਹਨਾਂ ਨੇ ਆਪਣੀਆਂ ਬਰਾਡਾਂ ਦੇ ਉੱਤੇ ਜਾ ਕੇ ਅਗਰ ਉਹ ਮਿਰਜ਼ਾ ਕਾਦੀਆਨੀ ਦੀ ਜ਼ੁਬਾਨ ਦੇ ਵਿੱਚ ਆਉ 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 ਕਰਦਾ ਹੈ, ਵਾਉ 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 ਕਰਦਾ ਹੈ, ਤੇ ਕਰ ਲੈਣ ਦਿਓ ਉਹਨੂੰ। ਤੇ ਤੁਸੀਂ ਹਰ ਗੱਲ ਦਾ ਪਿੱਛਾ ਨਾ ਕਰੋ, ਕੋਈ ਐਡੇ ਨਾਲ ਮਸਲਾ ਨਹੀਂ ਹੁੰਦਾ। ਉਹਦੀ ਗੱਲ ਹੀ ਇਲੌਜੀਕਲ ਹੈ। ਪਹਿਲੀ ਗੱਲ ਹੈ ਕਿ ਅਸੀਂ ਸ਼ਰਤਾਂ ਦੇ ਨਾ ਅੱਗੇ ਲਾਈਆਂ ਨਾ ਅੱਗੋਂ ਲਾਉਂਦੇ ਆ। ਉਹ ਦੇਖੋ ਉਹਨੇ ਚੈਲੰਜ ਕੀਤਾ ਸੀ, ਕਬੂਲ ਕਰ ਲਿਆ। ਅਸਾਂ ਚੈਲੰਜ ਕੀਤਾ, ਉਹਨੇ ਕਬੂਲ ਹੀ ਨਹੀਂ ਕੀਤਾ। ਜਾ ਭਾਈ ਨੇ ਮੈਂ ਲੱਖ ਰੁਪਇਆ ਦਿਆਂਗਾ ਤੇ ਇਬਨੇ ਮਾਜਾ ਘੁਸ ਗਿਆ ਜਹਾਂ ਸੇ ਨਿਕਲਾ, ਤਾਂ ਉਹਨੇ ਕਬੂਲ ਨਹੀਂ ਕੀਤਾ। ਜਦੋਂ ਉਹਨੇ ਚੈਲੰਜ ਕੀਤਾ ਜਾ ਭਾਈ ਨੇ ਕਬੂਲ ਕਰ ਲਿਆ ਔਰ ਉਹਦਾ ਸਬੂਤ ਵੀ ਪੇਸ਼ ਕਰ ਦਿੱਤਾ। ਇਹ ਸ਼ਰਤ ਨਹੀਂ ਹੁੰਦੀ, ਇਹ ਹਰਾਮ ਨਹੀਂ ਹੁੰਦਾ, ਇਹ ਇਨਾਮ ਹੈ। ਲੇਕਿਨ ਦੂਜੀ ਜਿਹੜੀ ਸ਼ਰਤ ਹੈ ਨਾ ਕਿ 10,000 ਉਹ ਕਿਸੇ ਅੱਗੇ ਜਮ੍ਹਾਂ ਕਰਨ, 10,000 ਅਸੀਂ ਜਮ੍ਹਾਂ, ਉਹ ਹਰਾਮ ਹੈ, ਉਹ ਨਹੀਂ ਲਾਣੀ ਚਾਹੀਦੀ। ਉਹਦੀ ਕੋਈ ਜ਼ਰੂਰਤ ਨਹੀਂ। ਨਾ ਇਹੋ ਜਿਹੀ ਕਿਸੇ ਗੱਲ ਦੇ ਵਿੱਚ ਕੋਈ ਬੰਦਾ ਆਵੇ, ਉਹਨਾਂ ਨੂੰ ਕਹੋ ਵੀ ਇਨਾਮ ਜਿਹੜਾ ਤੁਸੀਂ ਰੱਖੋਗੇ ਜਿਸ ਤਰ੍ਹਾਂ ਅੱਗੇ ਇਬਨੇ ਮਾਜਾ ਨੇ ਰੱਖਿਆ ਤਾਂ ਅਸੀਂ ਚੱਕ ਲਾਂਗੇ ਇਨਸ਼ਾਅੱਲਾ। ਤੇ ਜੇ ਅਸੀਂ ਕੋਈ ਰੱਖਨੇ ਆ ਤੇ ਤੁਹਾਡੇ 'ਚ ਕੋਈ ਲੱਤਾਂ ਦੇ ਭਾਰ ਪਾਏ ਤੇ ਆਵੇ ਚੁੱਕੇ, ਮੈਂ ਉਹਨੂੰ $10,000 ਇਨਾਮ ਦਿਆਂਗਾ। ਕੋਈ ਇੱਕ ਗਲਤੀ ਦਾ ਜ਼ਾਲਾ ਨੂੰ ਬਿਆਨ ਕਰ ਦੇਵੇ ਆਪਣੇ ਲਫ਼ਜ਼ਾਂ 'ਚ ਕਿ ਮਿਰਜ਼ਾ ਕਾਦੀਆਨੀ ਕੀ ਲਿਖਿਆ, ਜਾਂ ਹਕੀਕਤੁਲ ਵਹੀ ਦਾ ਸਵਾਲ ਨੰਬਰ 6 ਮਿਰਜ਼ਾ ਕਾਦੀਆਨੀ ਨੇ ਜਿਹੜੀ ਜਲੇਬੀ ਬਣਾ ਕੇ ਦਿੱਤੀ ਉਹ ਵਾਲ ਖੋਲ ਕੇ ਵਹਾ ਦੇਵੇ, $10,000 ਦਾ ਮੈਂ ਉਹਨੂੰ ਚੈਲੰਜ ਦੇਣਾ। ਆਪਣੇ ਲਫ਼ਜ਼ਾਂ 'ਚ ਬਿਆਨ ਕਰਦੇ ਸਵਾਲ ਕੀ ਹੈ, ਜਵਾਬ ਕੀ ਹੈ, $10,000 ਦਿਆਂਗਾ। ਅਵੇ ਉਹ ਜਵਾਬ ਜੋ ਉਹਨੇ ਦਿੱਤਾ ਹੋਵੇ ਮਿਰਜ਼ਾ ਕਾਦੀਆਨੀ ਨੇ,
ਜੋ ਉਹਦੇ ਚ ਲਿਖਿਆ ਹੋਵੇ ਆਪਣੇ ਕੋਲੋਂ ਲਫ਼ਜ਼ ਆਪਣੇ ਇਸਤੇਮਾਲ ਕਰਨੇ, ਪਰ ਗੱਲ ਨੂੰ ਬਦਲਣਾ ਨਹੀਂ, ਗੱਲ ਨੂੰ ਬਦਲਣਾ ਨਹੀਂ। ਜੋ ਮਿਰਜ਼ੇ ਲਿਖਿਆ ਉਹ ਵਹਾ ਦੇਵੇ, ਸਾਬਤ ਕਰ ਦੇਵੇ ਕਿ ਇਹ ਲਿਖਿਆ ਹੈ, $10,000 ਮੈਂ ਦਿਆਂਗਾ। ਜਾਓ ਉਹਨੂੰ ਆਖੋ ਆਮਰ ਨਜ਼ੀਰ ਨੇ ਤੈਨੂੰ $10,000 ਦਾ ਚੈਲੰਜ ਦੇ ਦਿੱਤਾ ਹੈ, ਤੂੰ ਕੀ ਕਰਨਾ ਹੈ? ਤੂੰ ਕੱਖ ਵੀ ਨਹੀਂ ਦੇਣਾ, ਤੂੰ ਸਿਰਫ ਕਬੂਲ ਕਰਨਾ ਹੈ ਚੈਲੰਜ ਤੇ ਇਹਨੂੰ ਸਾਬਤ ਕਰਨਾ ਹੈ। ਆ ਮੇਰੇ ਸਾਹਮਣੇ ਤੇਰੇ $10,000 ਦੀ ਲੋੜ ਦੀ ਇੱਕ ਤਰਫਾ ਚੈਲੰਜ, ਇਹ ਹਰਾਮ ਨਹੀਂ ਹੁੰਦਾ, ਇਹ ਜਾਇਜ਼ ਹੈ। ਇੱਕ ਗਲਤੀ का ਜ਼ਾਲਾ ਨੂੰ ਆਪਣੇ ਲਫ਼ਜ਼ਾਂ 'ਚ ਬਿਆਨ ਕਰਕੇ ਵਹਾ ਦੇਵੇ ਮਿਰਜ਼ੇ ਉਹਦੇ 'ਚ ਕੀ ਲਿਖਿਆ ਹੈ, ਜਾਂ ਸਵਾਲ ਨੰਬਰ 6 ਨੂੰ ਹਕੀਕਤ ਵਿੱਚ ਮਿਰਜ਼ੇ ਕਾਦੀਆਨੀ ਕੀ ਲਿਖਿਆ ਹੈ, ਸਵਾਲ ਤੇ ਜਵਾਬ ਪੜ੍ਹ ਕੇ ਦੱਸ ਦੇਵੇ ਕੀ ਲਿਖਿਆ ਹੈ, $10,000 ਲਵੇ। ਲੇਕਿਨ ਸ਼ਰਤ ਨਹੀਂ ਲਾਣੀ। नहीं उस्ताद साढ़े का हिसाब लाया ना नौ जी ना 9 मन तेल होएगा, ना राता खर्चेगी है, ना उसका खुलासा बयान हो सकता है तो ना वो $10,000 जाएंगे। ठीक हो गया। जी एक गलती का ਜ਼ਾਲਾ ਚੁਵੀ अगर 80 सवाल पाइए वो ਕੱਢ ਕੇ नहीं दे सकता कि मिर्जे कादियानी ਇਹਦੇ ਚ ਕੀ ਕੀਤੇ ਹੈ, दावा ਕੀਤੇ ਹੈ या इनकार ਕੀਤੇ है, नबूवत के दावे का इनकार है या इकरार है, नहीं दे सकता है जवाब। एक सीधा सा सवाल किया गया जिसके जवाब में मुसन्नफ ने पूरा जहान खोल कर रख दिया। फिर अगे उन्हें पूछा कि अब सवाल ये है कि क्या ये मिर्जा साहब का ना मानने वाला काफर है या काफर नहीं है, ਇਹਦਾ ਕੀ ਜਵਾਬ ਹੈ? ਉਹ ਕਹਿੰਦਾ ਜੀ ਇਹਦਾ ਜਵਾਬ ਹਾਂ ਚ ਵੀ ਆ ਤੇ ਨਾ ਚ ਵੀ ਹੈ। ਲੋ ਉਹਨੂੰ ਤਲਤ ਮਲਕ ਨੂੰ ਮੇਰਾ ਚੈਲੰਜ ਪਹੁੰਚਾਓ। ਜਿਸ ਵੇਲੇ ਉਹ ਹਰਾਮਜ਼ਾਦਾ ਉੱਥੇ ਨਾ ਬੈਠੇ ਹੋਵੇ ਜਿਹੜਾ ਨਬੀ ਪਾਕ ਨੂੰ ਗਾਲਾਂ ਕੱਢਣ ਵਾਲਾ ਹੈ, ਇਹ ਜਿਹੜਾ ਮੈਂ ਚੈਲੰਜ ਰਿਕਾਰਡ ਕਰਵਾਇਆ ਇਹ ਉਹਨੂੰ ਪਹੁੰਚਾਓ। ਉਹਨੂੰ ਆਖੋ ਤੂੰ $10,000 ਕਿਹਨੇ ਨਹੀਂ ਜਮ੍ਹਾਂ ਕਰਵਾਉਣਾ, ਅਸੀਂ $10,000 ਦੇਾਂਗੇ ਤੇ ਤੂੰ ਸਿਰਫ ਇਹ ਸਾਬਤ ਕਰਨਾ ਹੈ ਕਿ ਇੱਕ ਗਲਤੀ ਦਾ ਜ਼ਾਲਾ ਚ ਮਿਰਜ਼ਾ ਕਾਦੀਆਨੀ ਕੀ ਲਿਖਿਆ ਹੈ ਤੇ ਸਵਾਲ ਨੰਬਰ 6 ਚ ਕੀ ਲਿਖਿਆ। ਤੂੰ ਆਨੇ ਮੈਂ ਉਹਦੀਆਂ ਕਿਤਾਬਾਂ ਨਾਲ ਜਵਾਬ ਦੇਵਾਂਗਾ, ਦੇ ਜਵਾਬ, $10,000 ਤੈਨੂੰ ਦੇਵਾਂਗੇ। ਤੂੰ ਕੱਖ ਵੀ ਨਹੀਂ ਦੇਣਾ, ਤੂੰ ਸਿਰਫ ਇਹ ਬਿਆਨ ਕਰਨਾ ਹੈ, ਕਰ ਦੇ ਬਿਆਨ, $10,000 ਲੈ ਲਈ। $10,000 मलक तल्लत के लिए, ट्रुथ सीकर पहुंचा नो चैलेंज मेरा, $10,000 मलक तल्लत के लिए यक तरफा इनाम चैलेंज करता हूं मैं। मलक तल्लत, एक गलती का ज़ाला को अपने लफ्जों में बयान कर दो। मिर्जा कादियानी ने इसमें क्या जलेबी बनाई है, नबूवत का दावा किया है कि इनकार किया है, इस उकदे को हल कर दो, $10,000 मुझसे ले लो। या हकीकतुल वही में जो सवाल नंबर 6 में जलेबी बनाई है उसका जवाब दे दो कि मिर्जा कादियानी ने सवाल क्या लिखा है, साहिल ने पूछा क्या था और इसने जवाब क्या दिया है। अगर ये बता दो, $10,000 मुझसे इनाम ले लो। या एक तरफा इनाम है, ये नहीं मैं कह रहा तुम किसी के पास जमा कराओ, तुम ये करो, तुम वो करो, तुम सिर्फ इसका बयान कर दो। तुम कहते हो मैं उसकी किताबों का जवाब देने के लिए तैयार हूँ। और माँ ने ये लाल जमिया ही नहीं, किसी मिर्जैन ने बच्चा जमिया ही नहीं ਜਿਹੜਾ ਮਿਰਜ਼ਾ ਕਾਦੀਆਨੀ ਦੀਆਂ ਇਹਨਾਂ ਜਲੇਬੀਆਂ ਦੇ ਵਾਲ ਨੂੰ ਸਿੱਧਾ ਕਰਕੇ ਵਹਾਏ। ਇਹ ਤਾਂ ਹੀ ਕਿਸੇ ਮਿਰਜ਼ੈਨ ਨੇ ਬੱਚਾ ਨਹੀਂ ਜੰਮਿਆ। ਅਸੀਂ ਐਵੇਂ ਅੱਖਾਂ ਨੀਆਂ ਕਰ ਲੀਆਂ ਨੇ। ਜੇ ਤੁਸੀਂ ਇਹਨਾਂ ਕਿਤਾਬਾਂ ਨਾਲ ਗੱਲ ਕਰਨ ਜੋ ਹੋਵੋ ਤੇ ਫਿਰ ਅਸੀਂ ਕਾਹਨੂੰ ਅੰਨੇ ਹੋ ਗਏ ਆ। ਅਸੀਂ ਪੜ੍ਹ ਕੇ ਅੰਨੇ ਹੋਏ ਆ ਕਿ ਕੋਈ ਮਿਰਜ਼ੈਨ ਨੇ ਬੱਚਾ ਨਹੀਂ ਜੰਮਿਆ ਜਿਹੜਾ ਇੱਕ ਗਲਤੀ ਦਾ ਜ਼ਾਲਾ ਨੂੰ ਖੋਲ ਕੇ ਬਿਆਨ ਕਰ ਦੇਵੇ ਜਾਂ ਹਕੀਕਤੁਲ ਵਹੀ ਦੇ ਸਵਾਲ ਨੰਬਰ 6 ਨੂੰ ਖੋਲ ਕੇ ਬਿਆਨ ਕਰ ਦੇਵੇ। ਐਸੇ ਤਰ੍ਹਾਂ ਮੈਂ ਹੋਰ ਵੀ 10,000 ਚੈਲੰਜ ਦੇ ਸਕਣਾ। ਹਕੀਕਤੁਲ ਵਹੀ ਚ ਜਿਹੜੇ ਨਿਸ਼ਾਨ ਲਿਖੇ ਨੇ ਮੈਂ ਝੂਠ ਸਾਬਤ ਕਰਾਂਗਾ ਉਹਨਾਂ ਨਿਸ਼ਾਨਾਂ ਨੂੰ। ਲਾਏ ਚੈਲੰਜ ਕਿਸੇ ਕੋਲ ਕਰਵਾਏ ਜਮਾ $10,000 ਮੈਂ ਸਬੂਤ ਦੇਵਾਂਗਾ ਕਿ ਝੂਠ ਬੋਲੇ ਨੇ ਉਹਦੇ ਵਿੱਚ ਨਿਸ਼ਾਨਾਂ ਦੇ ਵਿੱਚ। ਲਿਆਏ ਸਬੂਤ ਪੇਸ਼ ਕਰੇ। और अमर भाई तुसी शायद स्क्रीन नहीं तक रहे, ट्रूथ सीकर कह रहा है कि AI नजरिया से जवाब दे देता। की कह रहे हैं कि AI नजरिया जवाब दे देता। अगले दिन नहीं सी वो राशिद राणा राशिद ने AI नजरिया की जवाब दिता, की जवाब दिता है भाई दोनों ने जवाब ਨੂੰ मतलब एक गलती कजाला ਵਿੱਚ ਮਿਰਜ਼ਾ ਗੁਲਾਮ ਕਾਦੀਆਨੀ ਬੋਲਦਾ ਹੈ ਤੇ AI ਵਿੱਚ ਇੱਕ ਕੁੜੀ ਤੇ ਮੁੰਡਾ ਬੋਲਦਾ ਹੈ। ਇਹ ਆਪਣੇ ਲਫ਼ਜ਼ਾਂ 'ਚ ਨਹੀਂ ਨਾ ਬਿਆਨ ਕਰ ਸਕਦੇ। ਇਹ ਹੀ ਗੱਲ ਨਿਕਲੀ ਨਾ। ਮਿਰਜ਼ਾ ਹੀ ਨਹੀਂ ਬਿਆਨ ਕਰ ਸਕਦਾ। ਇਹ ਉਹਦਾ ਕਹਿਣ ਦਾ ਮਤਲਬ ਹੈ ਟਰੂਥ ਸੀਕਰ ਦਾ।
ਅੱਛਾ, ਮੈਨੂੰ ਇਹ ਵੀਡੀਓ ਭੇਜੀ ਕਿਸੇ ਭਾਈ ਨੇ, ਮੈਂ ਇੱਕ ਮਿੰਟ ਸੁਣਾਣਾ ਕੀ ਹੈ ਇਹ। ਖਾਨਦਾਨ ਉਹ ਮੈਂ ਕਿਹਾ ਪਹਿਲਾਂ ਕੁੱਤਾ ਖਾਨਦਾਨ ਤੁਹਾਨੂੰ ਦੋਜ਼ਖ ਚ ਲੈ ਕੇ ਜਾਏਗਾ। ਚਲੋ ਸੂਰਾ ਹੱਕਾ ਤੇ ਗੱਲ ਕਰ ਲੈਨੇ ਆ, ਪਹਿਲਾਂ ਆਪਣੇ ਸੂਰ ਨੂੰ ਤੇ ਬਾਹਰ ਮੈਦਾਨ ਚ ਲਿਆਓ। ਉਹ ਆਪਣੇ ਭੈਣ ਚੋਦ ਮੁਖੰਨਸ ਮਸਰੂਰ ਨੂੰ ਲਿਆਓ, ਸੂਰ ਨੂੰ ਮਸਰੂਰ ਖੁੱਜੇ ਦਾ ਖੁਦਾ ਨੇ ਖਲੀਫਾ ਬਣਾਇਆ, ਲੋਕੇ ਬੈਠਾ ਕੁੱਤੇ ਦਾ ਪੁੱਤਰ, ਹਰਾਮੀ ਲੋਕੇ ਬੈਠਾ ਕੁੱਤੇ ਦਾ ਬੱਚਾ। ਆਪਣਾ ਸੂਰ ਤੇ ਬਾਹਰ ਕੱਢੋ, ਆਪਣੇ ਸੂਰ ਨੂੰ ਕੱਢੋ ਬਾਹਰ। ਭੈਣੀ ਅੱਖ ਕੰਜਰ ਗਾਂਡੂ ਨੂੰ, ਅਸਲ ਮੰਗਲੇ ਦੇ ਗਾਂਡੂ ਨੂੰ। ਭੈਣੀ ਅੱਖ ਕਹਿੰਦਾ ਖੁਦਾ ਦਾ ਖਲੀਫਾ ਖੁਦਾ ਬਣਾਤਾ, ਤੇਰੀ ਭੈਣ ਨੂੰ ਲੋਲੇ ਤੇਰੀ ਨੂੰ। ਕਮੇਟੀ ਦੇ ਬੰਦੇ 4 ਜਲੇਬੀਆਂ ਸਮੋਸੇ ਪਕੌੜੇ ਖਾ ਰਿਹਾ ਤੇ ਆਪਤ ਕੀਤਾ। ਕੰਜਰ ਖਾਨਦਾਨ, ਮਿਰਜ਼ਾ ਖਾਨਦਾਨ, ਕੰਜਰ ਖਾਨਦਾਨ। ਉਹ ਅਕਬਰ ਸਾਈ, ਉਹ ਮਾਦਰ ਚੋਦੋ ਅੱਖਾਂ ਖੋਲੋ ਆਪਣੀਆਂ, ਤੁਹਾਨੂੰ ਇਹਨਾਂ ਮਾਂ ਭੈਣੀ ਜੱਗਾ ਦਾ ਸੀਰ ਕੀਤਾ ਹੋਵੇ। ਅਕਬਰ ਸਾਹਿਬ ਵੈਸੇ ਆਪਣੀਆਂ ਅੱਖਾਂ ਖੋਲੋ, ਚੱਦੇ ਦੇ ਦੇ ਕੇ ਸਾਡੀ ਇਹਨਾਂ ਨੇ ਕਹਾਣੀ ਤੋਂ ਲਬਲਬਾ ਕੱਢ ਦਿੱਤਾ। ਅਸਮਾਨੀ ਕਿਸਮ ਦੇ ਚੱਦੇ ਤੁਹਾਡੀ ਬੁੰਡ ਚੋਂ ਕੱਢਣ ਲਏ ਨੇ। ਇਹ ਭੈਣ ਚੋਦ ਲੁਕੇ ਤੇ ਮਿਰਜ਼ਾ ਖਾਨਦਾਨ, ਗੰਦਾ ਖਾਨਦਾਨ। ਮਲਕ ਸਾਹਿਬ ਕੁੱਤੇ ਬੰਦੇ ਨੂੰ ਲਾਓ ਥੱਲੇ ਦਾ। ਸਾਡੇ ਕੋਲ ਜਵਾਬ ਕੋਈ ਨਹੀਂ, ਇਸ ਕੁੱਤੇ ਬੰਦੇ ਦਾ ਇਹਨੂੰ ਲਾਓ ਥੱਲੇ। ਮਿਰਜ਼ਾ ਮਸਰੂਰ ਦੀ ਮਾਂ ਨੂੰ ਭੈਣੀ ਕੋ ਕੰਜਰ ਖੁਦਾ ਨੇ ਖਲੀਫਾ ਬਣਾ ਦਿਆ। ਤੁਹਾਡੀ ਭੈਣ ਨੂੰ ਖੁਦਾ ਦੇ ਤੂੰ ਅਮਰ ਨਜ਼ੀਰ ਦੀ ਸਾਡੀ ਉਹਦਾ ਪੁੱਤਰ ਹੈ। ਤੂੰ ਅਮਰ ਨਜ਼ੀਰ ਸਹੀ ਤੁਹਾਡੀ ਭੈਣ ਨੂੰ ਜਾਂਦਾ ਵਾ। ਉਹ ਅਮਰ ਨਜ਼ੀਰ ਸਹੀ ਤੁਹਾਡੀ ਭੈਣ ਨੂੰ ਜਾਂਦਾ। ਨਾਸਰ ਭਾਈ ਨਹੀਂ ਵੇਖ ਲੋ ਅਮਰ ਨਜ਼ੀਰ ਸਹੀ ਤੁਹਾਡੀ ਭੈਣ ਨੂੰ ਜਾਂਦਾ ਵਾ। ਵੈਸੇ ਅਕਬਰ ਉਹ ਬੰਦੇ ਬਣੋ, ਮੇਰੇ ਤੇ ਜਨਾਹ ਦੇ ਪਰਚੇ ਦੇਣ ਲੱਗੇ ਹੋ, ਇਲਜ਼ਾਮ ਲਾਣ ਲੱਗੇ ਹੋ, ਬੰਦੇ ਮਤਾਈਓ। ਕਿਹੜੇ ਟਾਈਮ ਪੇਸ਼ ਕਰ ਰਹੇ ਨੇ? ਵੈਸੇ ਫੋਟੋ ਨੂੰ ਗੌਰ ਨਾ ਵੇ, ਇੱਕ ਪਾਸੇ ਚਿੱਟੇ ਕੱਪੜੇ ਚ ਬਾਂਦਰ ਹੀ। ਉਹ ਆਮਰ ਦਾ ਇਹਨਾਂ ਤੇ ਕਦੀ ਗਾਲ ਹੀ ਨਹੀਂ ਕੱਢੀ, ਮਾਂ ਦੀ ਲੜ ਲੈਣੇ ਕਿਉਂ ਝੂਠ ਬੋਲਦੇ ਬਰਾਂਡਾ ਤੇ ਬਹਿ ਕੇ। ਵੈਸੇ ਅਕਬਰ ਬਾਦਸ਼ਾਹ ਸੱਚ ਕਦੀ ਤੇ ਬੋਲਿਆ ਕਰੋ। ਆਮਰ ਦੇ ਨੇ ਤਾਂ ਕਦੀ ਗਾਲ ਨਹੀਂ ਕੱਢੀ। ਆਓ ਮੈਨੂੰ ਨਹੀਂ ਕਹਿੰਦਾ, ਉਹਨਾਂ ਨੂੰ ਕਹਿੰਦਾ ਕਾਜ਼ਮ ਨੇ ਦਜਾਲ ਦੀ ਉਹਦਾ ਹੱਕ ਹੈ, ਲੇਕਿਨ ਉਹਨਾਂ ਗੱਲ ਕਦੀ ਮਾਂ ਭੈਣ ਦੀ ਨਹੀਂ ਕੱਢੀ। ਤੁਸੀਂ ਭੈਣ ਜੋ ਚੋਰ ਲਾਂਤੇ ਖੁਦਾ ਨੇ ਖਲੀਫਾ, ਤੁਹਾਡੇ ਖਲੀਫੇ ਦੀ ਮੈਂ ਭੈਣ ਨੂੰ ਹੀ ਵਾ। ਚੋਰ ਖਾਨਦਾਨ ਦੀ, ਗੰਦੇ ਖਾਨਦਾਨ ਦੀ। ਵੈਸੇ ਅਕਬਰ ਬਾਦਸ਼ਾਹ ਫੋਟੋ ਵੋਰ ਨਾਲ ਵੇਖੀ ਜਾ ਕੇ ਕਹਾ ਭੈਣ ਚੋਰ ਖਲੀਫਿਆਂ ਕੋਲੋਂ ਜਾਨ ਛੁਡਾ ਲਓ, ਇਹ ਤੁਹਾਡੀ ਭੈਣ ਨੂੰ ਹੀ ਆਂਦੇ ਨੇ 1914 ਤੋਂ। ਵੈਸੇ ਗੌਰ ਨਾਲ ਜਾ ਕੇ ਫੋਟੋ ਵੇਖੀ ਔਰ ਆਪਣੀ ਇਮਾਨਦਾਰੀ ਨਾਲ ਸੋਚੀ, ਇੱਕ ਪਾਸੇ ਬਾਂਦਰ ਤੇ ਇੱਕ ਪਾਸੇ ਸੂਰ ਨਹੀਂ। ਭੈਣੀ ਅੱਗੋਂ ਖਲੀਫੇ ਦੇ ਖਲੀਫੇ ਬਣ ਕੇ ਬਹਿ ਗਏ ਨੇ, ਭੈਣ ਦੀ ਫੁੱਦੀ ਜੇ ਵੇ। ਭੈਣ ਚੋਦ ਤਸ਼ਰੀ ਨਬੀ ਦੇ ਖਲੀਫੇ ਬਣ ਕੇ ਬਹਿ ਗਏ ਨੇ, ਜਿਹੜਾ ਖੁਦ ਕਹਿ ਰਿਹਾ ਮੈਂ 13ਵਾਂ ਖਲੀਫਾ ਵਾ। ਉਹਦੀ ਤਲੀਮ ਨੂੰ ਲੁਕਾਇਆ ਇਹਨੂੰ ਲਬਾਦ ਮੇਰੇ ਘਰ ਕੋ ਬਦਲ ਡਾਲਾ। ਉਹ ਇਹ ਭੈਣ ਚੋਦ ਤੁਹਾਨੂੰ ਲੁੱਟਣ ਦੇ ਨੇ ਆਪਦੀਓ ਬੱਚੋ। ਇਹਨਾਂ ਵੇਖੋ ਲੜੇ ਨੇ ਉੱਥੇ, ਤੇ ਮੈਨੂੰ ਵੀ ਨਾਲ ਜਨਾਹ ਦਾ ਮਤਲਬ ਇਹ ਇਲਜ਼ਾਮ ਮੇਰੇ ਤੇ ਲਾਈ ਜਾ ਰਹੇ ਨੇ। ਯਾਰ ਇਹ ਕੋਈ ਗੱਲ ਕਰਨ ਵਾਲੀ ਹੈ। ਤੁਸੀਂ ਕੋਈ ਨਾ ਕੁਝ ਕੀਤਾ ਹੋਏਗਾ ਨਾ ਉਹਨਾਂ ਦੀ ਲਜਨਾਤ ਦੇ ਨਾਲ। ਅਗਲੇ ਦਿਨ ਉਹ ਕਿਉਂ ਕਹਿ ਰਹੀ ਸੀ ਠੋਕੋ ਮੁਝੇ ਠੋਕੋ। ज़िया भाई मौजूद हो? बहरीन हो? नहीं, जी। गल बड़ी मिलती है कि एक अध्यानी प्यो मान के गया है। गल बड़ी मिलदी है, मैं कहना कि 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 मैं कह
ਦੂਜੀ ਕਹਿੰਦੀ ਹੈ ਹਾਂਜੀ ਨਹੀਂ ਭਾਈ ਕੀ ਕਹਿ ਰਿਹਾ ਸੀ? ਮੈਂ ਕਹਿ ਰਿਹਾ ਕੜੀ ਦੇ ਨਾਲ ਕੜੀ ਸੀ ਮਿਲਾਓ। ਇਹਨਾਂ ਕੰਮਾਂ ਚ ਭਾਬੀ ਮੌਲਵੀ ਦਾ ਬੜਾ ਨਾਂ ਆ ਰਿਹਾ, ਕਿ ਵਜ੍ਹਾ? ਰਾਜਾ ਸਾਹਿਬ ਸੁਣੋ ਤੇ ਸਹੀ ਨਾ ਜੀ ਵੀ ਇੱਕ ਮਰਜ਼ਾਈ ਪਿਓ ਮੰਨ ਕੇ ਗਿਆ, ਦੂਜਾ ਕਹਿੰਦਾ ਹੈ ਕਿ ਇਹ ਚੰਗਾ ਦਿੰਦਾ ਹੈ, ਤੀਜਾ ਕਹਿ ਕੇ ਗਿਆ ਯਾਰਾ ਕਿ ਅਮਰਜੀਤ ਹੁਣ ਮੈਂ ਕਿ ਗੱਲ ਕੀਤੀ, ਤੇਰਾ 4 ਗਵਾਹੀਆਂ ਹੋ ਗਈਆਂ ਨੇ, ਕੜੀਆਂ ਮਿਲਾਓ ਨਾ ਜੇ ਕਦੇ ਤੇ ਗੱਲ ਕੁਝ ਨਿਕਲਣੀ ਐ ਵੇ ਵਿੱਚੋਂ। ਔਰ ਲਾਂਟੀਓ ਦੀਨ ਤਾਂ ਤੁਹਾਡਾ ਫੇਲ ਹੈ, ਤੁਸੀਂ ਮਰਦਾਨਾ ਵੀ ਕਮਜ਼ੋਰੀ ਦੇ ਸ਼ਿਕਾਰ ਹੋਏ ਹੈ। ਕੀ ਆਖੇ ਯਾਰ ਬੰਦਾ ਇਹਨਾਂ ਨੂੰ। ਵੈਸੇ ਉਹਨੂੰ ਵੀ ਮਰਦਾਨਾ ਕਮਜ਼ੋਰੀ ਸੀ ਜਿਹਨੂੰ ਮੰਨਦੇ ਨੇ। ਨਹੀਂ ਭਾਈ ਮੈਂ ਤਾਂ ਪਰੇਸ਼ਾਨ ਹੀ ਹੋ ਗਿਆ, ਅਸੀਂ ਵੀ ਇੱਥੇ ਬੈਠੇ ਹਾਂ, ਕਦੇ ਨਹੀਂ ਨਾਂ ਲਿਆ ਕਿਸੇ। ਕੀ ਹੋ ਗਿਆ? ਕੀ ਭਾਬੀ ਮੌਲਵੀ ਦੀ ਕਰੀ ਜਾਂਦੇ ਹੋ? ਕੀ ਮਸਲਾ ਬਣਿਆ? ਮੈਂ ਪੜ ਜਾਵੇ। ਨਹੀਂ ਉਹ ਯਾਰ ਇਹ ਜਿਹੜਾ ਨਾ ਇਹ ਵੇਖੋ ਇਹ ਮਾਮਲਾ ਜਿਨਸੀਆਤ ਦੇ ਜਿਹੜੇ ਮਾਮਲਾਤ ਨੇ ਇਹਨਾਂ 'ਚ ਮੈਂ ਨਹੀਂ ਪੈਂਦਾ। ਇਹ ਆਮਨ ਨਜ਼ੀਰ ਭਾਈ ਨੂੰ ਮੁਬਾਰਕ ਹੋਣ ਤੇ ਉਹਦੇ ਵਿੱਚ ਜੋ ਮਰਜ਼ੀ ਕਹਿੰਦੇ ਰਹਿਣ, ਇਹਦੇ ਵਿੱਚ ਕਿਹੜਾ ਕਮਾਲ। ਨਹੀਂ ਵਿੱਚੋਂ ਤੇ ਤੁਸੀਂ ਵੀ ਜਲਸ ਹੁੰਦੇ ਹੋ। ਉਹ ਨਹੀਂ ਬਸ ਐਵੇਂ ਇੱਕ ਨਾ ਹੀ ਇਹਨਾਂ ਨੇ ਇੱਕ ਐਵੇਂ ਇਹਨਾਂ ਦੇ ਮੂੰਹ ਤੇ ਚੜਿਆ ਹੋਇਆ। ਹੋਰ ਆਮਨ ਨਜ਼ੀਰ ਨੇ ਉੱਥੇ ਕੀ ਕਰਨਾ? ਇਹ ਵਿਚਾਰਾ ਕੀ ਕਰਨਗੇ? ਬਿਲਕੁਲ ਹਾਂਜੀ ਗੱਲ ਹੈਗੀ। ਦੇਖੋ ਇਸ ਬੰਦੇ ਨੇ ਆਪਣੇ ਏਜੰਟ ਬੜੇ ਛੱਡੇ ਹੋਏ ਨੇ ਨਾ। ਜਿਸ ਤਰੀਕੇ ਜਾਲੀ ਪੀਰ ਨਹੀਂ ਹੁੰਦੇ, ਉਹਨਾਂ ਨੇ ਮਾਈਆਂ ਛੱਡੀਆਂ ਹੁੰਦੀਆਂ ਨੇ ਵੀ ਤੁਸੀਂ ਪਿੰਡਾਂ ਜਾ ਕੇ ਸਾਡੀਆਂ ਕਰਾਮਤਾਂ ਬਿਆਨ ਕਰਨੀਆਂ ਨੇ। ਉਹ ਪੀਰ ਨੇ ਇੰਜ ਫਲਾਣੀ ਬੁੱਢੀ ਆਈ, ਉਹਨੂੰ 30 ਸਾਲ ਹੋ ਗਏ ਸੀ, ਔਲਾਦ ਨਹੀਂ ਸੀ ਹੁੰਦੀ, ਪੀਰ ਨੇ ਇੱਕਦਮ ਕੀਤਾ ਤੇ ਯਕਦਮ ਬੱਚਾ ਹੋ ਗਿਆ। ਤੇ ਉਹ ਇੰਜ ਹੀ ਇਹਨਾਂ ਨੇ ਆਪਣੇ ਏਜੰਟ ਛੱਡੇ ਹੋਏ ਨੇ ਵੀ ਜਾ ਕੇ ਤੁਸੀਂ ਹਰ ਜਗ੍ਹਾ ਤੇ ਅਮਰ ਨਜ਼ੀਰ ਕਰਨਾ। ਉਹ ਤਾਂ ਇਹ ਪ੍ਰੋਪੇਗੈਂਡਾ ਵੱਢਿਆ ਹੋਇਆ। ਬਾਕੀ ਇਹ ਜੋ ਕੁਝ ਕਰਨ ਜੋਗਾ ਹੈ ਤੁਹਾਡੇ ਸਾਹਮਣੇ ਹੀ ਹੈ। ਇਹ ਵਿਚਾਰਾ ਤਾਂ $1000 ਵੀ ਇਹਨੇ ਘਟਾ ਸਕਦਾ, ਹੋਰ ਇਹਨੇ ਕੀ ਕਰਨਾ। ਹੁਣ ਮੌਲਵੀ ਦਾ ਦਿਲ ਹੈ ਜਲਦੀ ਤੋਂ ਜਲਦੀ $1000 ਮੇਰੀ ਜੇਬ 'ਚ ਆਵੇ। ਨਹੀਂ ਮੈਂ ਮੂਤਰ ਵੀ ਨਹੀਂ ਮਾਰਦਾ ਇਹਨਾਂ ਦੇ ਡਾਲਰਾਂ ਤੇ ਆਏ ਵੀ ਤਾਂ ਮੈਂ ਤੇ ਉਹਨਾਂ ਤੇ ਉਹੀ ਜਗ੍ਹਾ ਬਣਾਣੀ ਹੈ ਜਿੱਥੇ ਮੂਤਰ ਕਰਨਾ ਸੀ। ਐ ਮੈਂ ਐਡੇ ਡਾਲਰ ਲੈਣ ਵਾਲਾ ਹੁੰਦਾ ਨਾ ਤੇ ਇਹਨਾਂ ਨੇ ਤਾਂ ਮੈਨੂੰ ਬਕਾਇਦਾ ਰਿਸ਼ਤੇ ਦੀ ਤੇ ਪਤਾ ਨਹੀਂ ਕਿੰਨੇ ਪੈਸਿਆਂ ਦੀ ਤੇ ਵੀਜ਼ਿਆਂ ਦੀ ਕਈ ਵਾਰੀ ਆਫਰ ਆਈਆਂ ਨੇ। ਮੈਂ ਲਾਨਤ ਨਹੀਂ ਪਾਉਂਦਾ ਇਹਨਾਂ ਦੀ। ਇਹ ਲੋ ਗੱਲ ਨਿਕਲੀ ਆਈ ਹੌਲੀ ਹੌਲੀ ਜਿਨਸੀ ਮਾਮਲਾਤ में दखल नहीं देता। ऐतु तो ਗੱਲ ਪਹੁੰਚੀ ਕਿਉਂ ਹੈ? ਨਹੀਂ ਜਲਸੀ ਹੈ। ਆਹੋ ਰਿਸ਼ਤਿਆਂ ਤੱਕ ਗੱਲ ਪਹੁੰਚਦੀ ਕਦੋਂ ਹੈ ਰਾਜਾ ਸਾਹਿਬ? ਇਹੀ ਗੱਲ ਹੈ। ਉਹ ਆਂਦੇ ਨੇ ਮੌਲਵੀ ਤੋਂ ਜਾਨ ਆਂਦੇ ਨੇ ਛੁੱਟ ਜਾਏ ਸਾਡੀ ਔਰਤ ਕਿਵੇਂ ਛੁੱਟਦੀ ਨਹੀਂ। ਚਲੋ ਲਾਲਚ ਦਈਏ ਕੋਈ ਵੀਜ਼ੇ ਸ਼ੀਜ਼ੇ ਦਾ ਕੁੜੀ ਦਾ। ਫੇਸਬੁੱਕ ਬੜੀਆਂ ਹੀ ਆ ਇਹ ਉਸ ਲਈ ਹੋਈਆਂ ਹੀ ਆ। ਆਹੋ ਉਦੋਂ ਹੀ ਉਸ ਤੋਂ ਬਾਅਦ ਵੀ ਹੋਈਆਂ ਨੇ। ਹੁਣ ਕੁਝ ਨੁਕਸਾਨ ਹੋਏ ਨੇ ਫੇਸਬੁੱਕ ਨੇ ਦੌਰ ਚ ਹੋਈਆਂ ਨੇ। ਸਾਦ ਕਮਰਾਨ ਸੁਣ ਲਓ ਇਹ ਮੌਲਵੀ ਪੈਂਦਾ ਇਹ ਥੋੜਾ ਹੀ ਚਿਰ ਹੋਇਆ ਜਾ ਆਹੋ 2-3 ਸਾਲ ਤੋਂ ਆਫਰਾਂ ਰਿਸ਼ਤੇ ਵਾਲੀਆਂ ਰੁਕੀਆਂ ਨੇ। ਉਹ ਤਾਂ ਬੜੀਆਂ ਧੜਾ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਨਹੀਂ ਇਹ ਕਾਬੂ ਨਹੀਂ ਆਉਣ ਵਾਲਾ ਫਿਰ ਉਹ ਰੁਕੀਆਂ। ਜਦੋਂ ਤਲੀ ਤੇ ਰੱਖ ਕੇ ਫਿਰਦੇ ਹੁੰਦੇ ਸੀ ਕੁੜੀਆਂ ਵੀ ਤੇ ਵੀਜ਼ੇ। ਨਹੀਂ ਤੇ ਜ਼ਿਆ ਭਾਈ ਨੇ ਇੱਕ ਹੋਰ ਵੀ ਗੱਲ ਕੀਤੀ ਹੈ। ਇਹਨਾਂ ਕਿਹਾ ਕਿ ਅਸੀਂ ਵਾਦੀ ਮੌਲਵੀ ਨੂੰ ਅੱਧਾ ਖੜਾ ਦਾ ਬਰੇਲਵੀ ਕਰ ਲਿਆ। ਇਹ ਨਹੀਂ ਪਤਾ ਕੋਈ ਨਕਲ ਸ਼ਾਦੀ ਬਰੇਲਵੀਆਂ ਚ ਕੀਤੀ ਹੈ। ਅੱਧਾ ਖੱਦਾ ਨਹੀਂ ਪੂਰਾ ਪੱਕਾ ਬਰੇਲਵੀ ਹੋਇਆ। ਅੱਧਾ ਖੱਦਾ ਬਰੇਲਵੀ ਹੈ। ਜਦੋਂ ਆਇਆ ਸੀ ਉਦੋਂ ਡੱਬ ਖੜੱਬਾ ਸੀ, ਹੁਣ ਤੇ ਪੂਰਾ ਹੋ ਗਿਆ ਬਰੇਲਵੀ। ਹਾਂ ਤੱਕਿਆ ਨਹੀਂ ਹੈ। ਹੁਣ ਸਾਡੇ ਨਾਲ ਸਲਾਤੋ ਸਲਾਮ ਪੜ੍ਹਦਾ ਹੁੰਦਾ ਯਾ ਨਬੀ ਸਲਾਮ ਅਲੈਕਾ ਯਾ ਰਸੂਲ ਸਲਾਮ ਅਲੈਕਾ। ਸਾਡੇ ਨਾਲ ਰਲ ਕੇ ਪੜ੍ਹਦੇ ਹੈ।
ਇਹ ਤੇ ਇਹਨਾਂ ਨੂੰ ਪਤਾ ਨਹੀਂ ਨਾ ਹੈ। ਨਹੀਂ ਉੱਥੇ ਕੀ ਕਹਿੰਦੇ ਖਾਲਿਦ ਬਿਨ ਵਲੀਦ ਦੀ ਪਲਾਟ ਤੇ ਰੋਣ ਲੱਗਾ ਇੱਕ ਮਰਜ਼ਈ ਕਹਿੰਦਾ ਦੇਖੋ 313 ਸ਼ੀਆ ਹੁੰਦਾ ਸੀ ਅਮਨ ਦੇ ਨਾਲ ਬਹਿਣ ਲੱਗੇ ਤੇ ਵਾਬੀ ਹੋ ਗਿਆ ਤੇ ਇੱਥੇ ਬਰੇਲਵੀ ਰੋਣ ਲੱਗੇ ਇਹਨੂੰ ਬਰੇਲਵੀ ਕਹਿੰਦੇ। ਮੁਫਤੀ ਮੁਬਸ਼ਰ ਤੇ ਭਰਾਵਾਂ ਨੇ ਫਤਵਾ ਦਿੱਤਾ ਹੈ ਵਾਬੀ ਹੋ ਗਿਆ, ਫਿਰ ਵਾਬੀ ਨਾਲ ਬਹਿ ਕੇ ਤਾਂ ਵਾਬੀ ਆ ਅੱਛਾ, ਬਰੇਲਵੀ ਮੈਂ ਕੀ ਬਣਨਾ ਯਾਰ। ਅੱਛਾ, ਮੈਂ ਅੱਜ ਦਾ ਸਵਾਲ ਤੁਹਾਨੂੰ ਦੱਸਣਾ ਸੀ ਤੇ ਉਹ ਅੱਗੇ ਗੱਲ ਯਾਦ 2 ਵਾਰੀ ਆਈ ਹੈ, ਫਿਰ ਕੋਈ ਨਾ ਕੋਈ ਬੋਲਦਾ ਤੇ ਉਹ ਗੱਲ ਵਿੱਚੋਂ ਜ਼ਹਿਨ ਤੋਂ ਨਿਕਲ ਜਾਂਦੀ ਨਾ, ਗੱਲ ਅਗਾਂ ਤੁਰ ਜਾਂਦੀ। ਅੱਜ ਦਾ ਸਵਾਲ, ਅੱਜ 10 ਤਰੀਕ ਹੈ ਕਿ 11 ਤਰੀਕ ਹੈ? 10 ਤਰੀਕ 10 ਜਨਵਰੀ 2026। ਛੱਡ ਜੋ ਬਿਸਮਿਲ੍ਲਾ ਪੜ੍ਹ ਕੇ ਮਰਜ਼ਾਈਆਂ ਦੀਆਂ ਬਰਾਡਾਂ ਤੇ ਸੁਣ ਲਓ, ਰਿਕਾਰਡ ਕਰ ਲਓ। ਜਿਹੜਾ ਮੁਸਲਮਾਨ ਸੁਣਦਾ ਪਿਆ ਇਹ ਸਵਾਲ ਰਿਕਾਰਡ ਕਰ ਲਓ। ਤੁਸੀਂ ਜਾ ਕੇ ਮਰਜ਼ਾਈਆਂ ਨੂੰ ਪੁੱਛਣਾ ਹੈ ਵੀ ਖਲੀਫਾ ਖੁਦਾ ਬਣਾਉਂਦਾ ਹੈ, ਇਹ ਉਹਨਾਂ ਨੂੰ ਪੁੱਛਣਾ ਹੈ। ਤੁਹਾਨੂੰ ਝਟਪਟ ਮਰਜ਼ਾਈ ਜਵਾਬ ਦੇਗਾ ਹਾਂ ਖੁਦਾ ਬਣਾਉਂਦਾ ਹੈ। ਤੁਸੀਂ ਉਹਨੂੰ ਪੁੱਛਣਾ ਵੀ ਕਿੱਥੇ ਲਿਖਿਆ ਹੈ ਕਿ ਖਲੀਫਾ ਖੁਦਾ ਬਣਾਉਂਦਾ ਹੈ। ਮਰਜ਼ਾਈ ਝਟਪਟ ਸੂਰਾ ਨੂਰ ਖੋਲ ਲੈਦਾ, ਉਹਦੀ 55 ਨੰਬਰ ਆਇਤ ਖੋਲ ਲੈਦਾ। ਆਇਤ ਇਸਤਖਲਾਫ, ਆਇਤ ਇਸਤਖਲਾਫ। ਇੱਕ ਸੈਕਿੰਡ buongiorno, faccio dopo campione. Sì, tranquillo। ਉਹ ਫੌਰਨ ਸੂਰਾ ਨੂਰ ਦੀ 55 ਨੰਬਰ ਆਇਤ ਖੋਲ ਲੇਗਾ ਮਰਜ਼ਾਈ। ਉਹਨੂੰ ਆਖੋ ਵੀ ਇਹਦੇ ਵਿੱਚ ਕਿੱਥੇ ਲਿਖਿਆ ਹੈ ਕਿ ਅੱਲਾਹ ਤਾਲਾ ਖਲੀਫਾ ਬਣਾਉਂਦਾ ਹੈ। ਉਹ ਪੜ੍ਹ ਕੇ ਸੁਣਾਏਗਾ ਤੇ ਬੜਾ ਆਲਮ ਬਣੇਗਾ ਤੁਹਾਡੇ ਸਾਹਮਣੇ, ਬੜਾ ਆਲਮ ਤੇ ਫਾਜ਼ਲ ਬਣੇਗਾ। ਜਿਸ ਵੇਲੇ ਮਰਜ਼ਾਈ ਚੰਗਾ ਆਲਮ ਬਣ ਜੇ ਤੇ ਇੰਜ ਪਤਾ ਲੱਗੇ ਵੀ ਇਹ ਕੁਰਾਨ, ਇਹ ਮਰਜ਼ਾਈ ਬੜਾ ਪੜ੍ਹਦੇ ਨੇ ਤੇ ਬੜਾ ਕੁਰਾਨ ਤੋਂ ਬਿਆਨ ਕਰਦੇ ਨੇ। ਉਹਨੂੰ ਤੀਜਾ ਸਵਾਲ ਇਹ ਕਰਨਾ ਜੇ ਬਈ ਇਸ ਆਇਤ ਦੇ ਤਹਿਤ ਅੱਲਾਹ ਤਾਲਾ ਨੇ ਕਿਹਨੂੰ ਖਲੀਫਾ ਬਣਾਇਆ ਹੈ, ਕਿੱਥੋਂ ਖਿਲਾਫਤ ਸ਼ੁਰੂ ਹੋਈ ਹੈ। ਇੱਥੇ ਆ ਕੇ ਮਰਜ਼ਾਈ ਦੀ ਮੁੰਦਰੀ ਸਲਿੱਪ ਹੋਣ ਲੱਗ ਪਵੇ, ਦੀ ਡਿੱਗੀ ਨਹੀਂ ਲੇਕਿਨ ਸਲਿੱਪ ਹੋਣੀ ਸ਼ੁਰੂ ਹੋ ਜਾਏਗੀ, ਡਿੱਗਣ ਲੱਗੀ ਹੈ। ਮਰਜ਼ਾਈ ਜਵਾਬ ਨਹੀਂ ਦੇਗਾ, ਢਿੱਲਾ ਮੱਠਾ ਜਵਾਬ ਦੇਗਾ। ਫਿਰ ਆਪੋਂ ਤੁਸੀਂ ਉਹਦੇ ਮੂੰਹ 'ਚ ਪਾ ਕੇ ਪੁੱਛਣਾ ਹੈ ਹਜ਼ਰਤ ਅਬੂ ਬਕਰ ਸਦੀਕ ਨੂੰ ਅੱਲਾਹ ਤਾਲਾ ਨੇ ਖਲੀਫਾ ਬਣਾਇਆ ਸੀ? ਮਰਜ਼ਾਈ ਆਖੇਗਾ ਹਾਂ ਉਹਨਾਂ ਨੂੰ ਅੱਲਾਹ ਤਾਲਾ ਨੇ ਖਲੀਫਾ ਬਣਾਇਆ ਸੀ। ਉਹ ਐਸ ਆਇਤ ਦੇ ਮਿਸਦਾਕ ਹੈ ਸਨ? ਆਖੇਗਾ ਹਾਂ। ਅੱਗੂ ਪੁੱਛੋ ਹਜ਼ਰਤ ਉਮਰ ਨੂੰ ਅੱਲਾਹ ਤਾਲਾ ਨੇ ਖਲੀਫਾ ਬਣਾਇਆ ਸੀ? ਆਖੇਗਾ ਖਲੋ ਜੋ। ਨਾੜੀ ਹੋਇਆ ਤੇ ਆਖ ਦੇਗਾ ਹਾਂ, ਤੇ ਜੇ ਖਿਲਾੜੀ ਹੋਇਆ ਤੇ ਹਾਂ ਨਹੀਂ ਕਰਨ ਲੱਗਾ। ਠੀਕ ਹੈ, ਚਲੋ ਉਹਨੂੰ ਅਗਾਂ ਟੋਰੀ ਜਾਓ। ਖੋਤਾ ਅੜ ਵੀ ਜਾਏ ਨਾ, ਉਹਨੂੰ ਅੱਗੋਂ ਫੜ ਕੇ ਖਿੱਚਣ ਦੀ ਬਜਾਏ ਉਹਨੂੰ ਪਿੱਛੋਂ ਡੰਡਾ ਦਿਓ ਨਾ ਤੇ ਥੋੜਾ ਟੁਰ ਪਵੇਦਾ। ਹਾਂਜੀ ਰਿਜ਼ਵੀ ਸਾਹਿਬ, ਖਾਦਮ ਹੁਸੈਨ ਸਾਬਰੀ ਸਾਹਿਬ, ਤੁਹਾਡੇ ਸਾਹਮਣੇ ਸਵਾਲ ਵੀ ਪੇ ਦੱਸਣੇ ਆ, ਜਵਾਬ ਵੀ ਪੇ ਦੱਸਣੇ ਆ। ਤੇ ਹਜ਼ਰਤ ਉਮਰ ਤੋਂ ਬਾਅਦ ਉਹਨੂੰ ਪੁੱਛੋ ਵੀ ਹਜ਼ਰਤ ਉਸਮਾਨ ਨੂੰ ਖਲੀਫਾ ਅੱਲਾਹ ਤਾਲਾ ਨੇ ਬਣਾਇਆ ਸੀ? ਇਸੇ ਆਇਤ ਦੇ ਮਿਸਤਾਕ ਹੈ ਸਨ, ਸੂਰਾ ਨੂਰ ਦੀ ਇਸ ਆਇਤ ਦੇ। ਮਰਜ਼ਾਈ ਕਵੇ ਨਾੜੀ ਹੋਵੇਗਾ ਤੇ ਕਹਿ ਦੇਗਾ ਹਾਂ, ਖਿਲਾੜੀ ਹੋਵੇਗਾ ਤੇ ਨਾ ਕਰੇਗਾ, ਨਹੀਂ ਬੋਲਣ ਲੱਗਾ। ਤੇ ਤੁਸੀਂ ਆਖਰੀ ਸਵਾਲ ਕਰਨਾ ਹੈ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੂ ਨੂੰ ਅੱਲਾਹ ਤਾਲਾ ਨੇ ਖਲੀਫਾ ਬਣਾਇਆ ਸੀ? ਇਸ ਆਇਤ ਦੇ ਤਹਿਤ, ਆਇਤ ਇਸਤਖਲਾਫ ਦੇ ਤਹਿਤ, ਜਿਹਦੇ ਤਹਿਤ ਹਜ਼ਰਤ ਅਬੂ ਬਕਰ ਸਦੀਕ ਨੂੰ ਅੱਲਾਹ ਤਾਲਾ ਨਬੀ ਬਣਾਇਆ, हजरत उमर ਨੂੰ अल्लाह ताला खलीफा बनाया, हजरत अबू बकर सदीक ਨੂੰ अल्लाह ताला खलीफा बनाया, हजरत उमर ਨੂੰ खलीफा बनाया, हजरत उस्मान ਨੂੰ खलीफा बनाया। क्या ऐसे आयत के तहत हजरत अली ਨੂੰ अल्लाह ताला ने खलीफा बनाया है? क्या वो इस आयत के मिसदाक है ने? जाओ 10 जनवरी 2026 का सवाल है, जेड़ा मरजाई आखे हाँ बनाया है, ਉਹਦੀ रिकॉर्डिंग करके लियाओ। सिरुल खिलाफा खोलो, सफ़ा नंबर 100 खोलो। मिर्जा कादियानी ने साफ इनकार किया कि ये जिहड़ी आयत है ये मिसदाक हजरत अली नहीं हो सकते। क्यों? क्योंकि इस आयत में लिखे है वादुल्लाहुल्लज़ीना आमनु मिनकुम वामिलुस सालिहात के अल्लाह ताला दा वादा है उन्हां नाल जिहड़े ईमान लैके आए ने, उन्होंने नेक अमल कीते ने, कि वो तुहानू खलीफा बनाएगा ज़मीन च इस तरह जिस तरह तुहाडे तो पहले खलीफा बनाए सी। और की करेगा? दीन नू तुहाडे वास्ते कायम कर देगा और इस खौफ नू अमन नाल बदल देगा। खौफ नू अमन च तब्दील कर देगा। मिर्जा कादियानी कहता है हजरत अली दे दौर च अमन जेड़ा उल्टा खौफ च तब्दील हो गया सी।
ਖੌਫ ਤੇ ਅਮਨ ਚ ਕੀ ਖੌਫ ਤੇ ਕੀ ਅਮਨ ਚ ਤਬਦੀਲ ਹੋਣਾ ਸੀ? ਅਮਨ ਖੌਫ ਚ ਤਬਦੀਲ ਹੋ ਗਿਆ ਸੀ। ਉਹ ਐ ਸ਼ਾਇਦ ਦੇ ਮਿਸਦਾਕ ਨਹੀਂ ਹੈਗੇ। ਜਾਓ ਮਰਜ਼ਾਈਆਂ ਦੇ ਅੱਗੇ ਰੱਖੋ ਸਵਾਲ। 10 जनवरी 2026 ਦਾ ਸਵਾਲ ਵੀ ਮੈਂ ਦੱਸ ਦਿੱਤਾ ਹੈ, ਜਵਾਬ ਵੀ मैं दस देता है। अब ये वाले तशय्या मुखातब होकर लिखी से तो बकर सिद्दीक ने खिलाफत साबित करना है। इससे ਇਹ ਇੰਜ ਕਰਨਾ ਜਦੋਂ ਅਬੂ ਬਕਰ ਸਦੀਕ ਦੀ ਖਿਲਾਫਤ ਸਾਬਤ ਕਰਨੀ ਤੇ ਹਜ਼ਰਤ ਅਲੀ ਨੂੰ ਗਾਲਾਂ, ਤੇ ਜਦੋਂ ਹਜ਼ਰਤ ਅਲੀ ਦੀ ਕੋਈ ਸਾਬਤ ਕਰਨੀ ਤੇ ਉਹਨਾਂ ਨੂੰ ਗਾਲਾਂ। ਇਹ ਇਹਨਾਂ ਦਾ ਮਸੀਹ ਹੈ। ਇਹ ਮੁਖਾਤਬ ਦੇ ਆਲੇ ਤਸ਼ੀਹ ਹੈ ਅਰਬੀ ਚ। ਭਾਵੇਂ ਕੋਈ ਵੀ ਮੁਖਾਤਬ ਹੋਵੇ, ਕੋਈ ਵੀ ਮੁਖਾਤਬ ਹੋਵੇ, ਜਿਹੜਾ ਹਰਾਮੀ ਇਹ ਕਵੇ ਕਿ ਇਸ ਆਇਤ ਦੇ ਮਿਸਦਾਕ ਖੁਲਫਾਏ ਸਲਾਸਾ ਤੇ ਆਏ ਨੇ ਲੇਕਿਨ ਹਜ਼ਰਤ ਅਲੀ ਨਹੀਂ, ਉਹਨੂੰ ਕੋਈ ਬੰਦੇ ਦਾ ਪੁੱਤਰ ਕਹਿੰਦਾ ਹੈ ਮੁਸਲਮਾਨਾਂ ਚੋਂ? ਨਾ ਉਹਨੂੰ ਅਹਿਲੇ ਤਸ਼ੀਓ ਬੰਦੇ ਦਾ ਪੁੱਤਰ ਆਖਣਗੇ, ਨਾ ਅਹਿਲੇ ਸੁਨਨਤ ਉਹਨੂੰ ਬੰਦੇ ਦਾ ਪੁੱਤਰ। ਰਾਫਜ਼ੀ ਤੇ ਨਹੀਂ ਕਰਦੇ ਨੇ, ਲੇਕਿਨ ਇਹ ਸਵਾਲ ਹੋਣਾ ਅਹਿਲੇ ਸੁਨਨਤ ਕੋਲ ਕਰੋ ਕਿ ਉਹ ਤੋਂ ਹਲਾਲੀ ਮਾਂ ਦਾ ਪੁੱਤਰ ਹੈ ਵੇ, ਹਲਾਲੀ ਪਿਓ ਦਾ ਪੁੱਤਰ ਹੈ ਵੇ, ਉਹ ਜੇ ਇਹੋ ਜੀ ਗੱਲ ਕਰੇ ਪੁੱਛੋ ਇਹਨਾਂ ਨੂੰ। ਇਹ ਸਵਾਲ ਮੈਂ ਨੋਟ ਕਰਾ ਦਿੱਤਾ ਹੈ, ਜਵਾਬ ਮੈਂ ਦੱਸਦਾ। ਹੁਣ ਕਮੈਂਟ ਕਰੋ। ਹਾਂਜੀ ਤਾਰਕ ਸਾਹਿਬ ਥੱਲੇ, ਖਾਦਮ ਹੁਸੈਨ ਸਾਬਰੀ ਸਾਹਿਬ, ਹੁਣ ਜ਼ਰਾ ਜਵਾਬ ਦਿਓ। ਭਲਾ ਹਜ਼ਰਤ ਅਲੀ ਨੂੰ ਅੱਲਾਹ ਤਾਲਾ ਨੇ ਖਲੀਫਾ ਬਣਾਇਆ ਸੀ? ਹਜ਼ਰਤ ਅਲੀ ਨੂੰ ਇਹ ਸਾਇਦ ਦੇ ਤਹਿਤ ਅੱਲਾਹ ਤਾਲਾ ਖਲੀਫਾ ਬਣਾਇਆ ਸੀ? ਦਿਓ ਹਾਂ ਜਵਾਬ। ਹੁਣ ਕਰੋ ਕਮੈਂਟ ਥੱਲੇ, ਮੈਂ ਵੇਖਾਂ ਤੁਹਾਨੂੰ। ਝੂਠੇ ਬੰਦੇ ਨੂੰ, ਗਾਲੀ ਬਾਜ਼, ਝੂਠੇ ਆਦਮੀ ਨੂੰ ਮੰਨ ਕੇ ਬੇੜਾ ਗਰਕ ਕਰਕੇ ਤੇ ਐਵੇਂ ਖਾਮ ਖਾ ਸਾਡੀ ਵੀ એનર્ਜੀ ਇੰਨੀ ਲਵਾਉਣ ਲੱਗੇ ਸਵੇਰ ਦੇ ਰੰਭ ਕੇ। ਪਾਕਿਸਤਾਨ ਨੂੰ ਫੋਨ ਆ ਜੇ, ਉਹ ਆਂਦੇ ਨੇ ਕੀ ਪਿਆ ਕਰਨਾ? ਮੈਂ ਪਿਆ ਨਾ ਮਰਜ਼ਈਆਂ ਨਾਲ ਪਿਆ ਲੜਨਾ। ਉਹ ਆਂਦੇ ਨੇ ਤੂੰ ਪਾਗਲ ਤੇ ਨਹੀਂ ਹੋ ਗਿਆ? ਛੱਡ ਵੀ ਦੇ, ਤੈਨੂੰ ਆਖਿਆ ਛੱਡ ਵੀ ਦੇ ਇਹਨਾਂ ਨੂੰ। ਮਜ਼ੇ ਦੀ ਗੱਲ, ਅਕਬਰ ਖਾਨ ਦੀ ਗੱਲ ਕਰ ਰਹੇ ਹੋ। ਉਹ ਕਹਿੰਦੇ ਤੁਹਾਡੀ ਭੈਣ ਦੀ ਫਲਾਨੀ ਟੀਮ ਨੇ ਕਮੇਟੀ ਦਾ ਨਾਂ ਖੁਦਾ ਰੱਖਿਆ ਜੀ। ਜਦੋਂ ਪੁੱਛਿਆ ਨਾ ਭਾਈ ਖੁਦਾ ਖਲੀਫਾ ਬਣਾਉਂਦਾ, ਕਹਿੰਦਾ ਉਹ ਹਰਾਮਜ਼ਾਦੇ ਹੋ, ਕਮੇਟੀ ਦਾ ਨਾਂ ਖੁਦਾ ਰੱਖਿਆ। ਖਲੀਫਾ ਨੂੰ ਮੁੰਤਖਬ ਕਿਉਂ ਕਰਦੇ ਨੇ? ਤੂੰ ਹੱਸ ਕੇ ਦੋਹਰਾ ਹੋਵੇ। ਇਹ ਮੈਨੂੰ ਜਿਹੜਾ ਸਵਾਲ ਆਇਆ ਨਾ, ਇਹੋ ਹੀ ਵੀਡੀਓ ਸੁਣ ਕੇ ਆਇਆ ਕਿ ਉਹ ਜੋ ਕਹਿਣ ਲੱਗੇ ਖਲੀਫਾ ਖੁਦਾ ਬਣਾਤਾ ਹੈ। ਇੱਕ ਵਾਰੀ ਜਾਓ ਇਹਨਾਂ ਨੂੰ ਪੁੱਛੋ, हाँ भाई खलीफा खुदा बनाता है? किनू किनू खुदा ने खलीफा बनाया? दियो थोड़ी जी लिस्ट ते बना के दियो। और ट्रू मुस्लिम साहब सवाल दे दिता, उत्ता मरो। आज का सवाल तुहानू दे दिता है, जाओ जाके पुछो उन्होंने की नाम बराडा दे पे लैंदे हो, खालिद बिन वलीद ते दूजा ते तीजा ते चौथा। उन्होंने पुछो, जे जवाब दे गए तो मैनू आके जुर्माना पा लियो। अच्छा, कल मैनू एक ऑडियो मौसूफ हुई खालिद बिन वलीद दी। आहो, ਇਹਦੀ ਤਾਲੀਮ ਹੈ। ਕੋਈ ਨਸ ਵੀ ਇੰਨਾ ਗੰਦਾ ਨਹੀਂ ਹੋ ਸਕਦਾ ਜਿਸ ਤਰ੍ਹਾਂ ਦੀ ਇਹਦੀ ਤਾਲੀਮ ਹੈ। ਅਹਿਲੇ ਬੈਤ ਦੇ ਉੱਤੇ ਜੋ ਕੋਈ ਇਹ ਭੌਂਕ ਕੇ ਗਿਆ ਹਜ਼ਰਤ ਇਮਾਮ ਹੁਸੈਨ ਤੇ ਹਜ਼ਰਤ ਇਮਾਮ ਹਸਨ ਦੇ ਉੱਤੇ, ਇਹ ਕੋਈ ਨਸਬੀ ਵੀ ਨਹੀਂ ਇਹੋ ਜਿਹੀ ਬਕਵਾਸ ਕਰ ਸਕਦਾ। बुरा तो बुरा नास पे भी। मौलवी साहब हवाला थोड़ा जिहा देना, एक दफ़ा पढ़ लवां तो मैं ही अगर जब बराड़ बंद होंदी फिर इन्हां दी मंजी में ठोकना दस्सिया दे है सफा नंबर 100 सफा नंबर 100 सिरुल खिलाफा किताब है, ਉਹਦਾ ਉਰਦੂ ਤਰਜਮਾ ਵੱਖਰਾ ਪਿਆ ਹੈ, ਉੱਥੋਂ ਜਾ ਕੱਢ ਲਓ 8ਵੀਂ ਜਿਲਦ ਚ ਮੈਂ सिरुल खिलाफा मैं तो किताब ਦਾ ਨਾ ਹੀ ਪਈ ਸੁਣਿਆ। लो जी दुआ करो मिल जावे। 8ਵੀਂ ਜਿਲਦ ਚ सिरुल खिलाफा ਦਾ ਮਤਲਬ ਹੁੰਦਾ ਖਿਲਾਫਤ ਦੀ, ਕੀ ਉਹਨੂੰ ਕਹਿੰਦੇ ਤੁਸੀਂ, बुनियाद कह लो या राज कह लो। सफा नंबर कितना दस्या जी? 80 नंबर है 82 100 नंबर। आमर भाई एक सवाल है मेरा, मौजू खत्म होया तो जिस मर्जी जवाब दे दिया है। मैं जो सवाल नोट कराया वो कर लिया तुसा नोट और रिकॉर्डिंग कर ली। ते पुछो जिथे मौका लगता अपने हिसाब ला के वंड विच ला के मैदान राती तुहानू लभदा नंगा, राती तुहानू प्ले ग्राउंड चंगा मिलते ने, उत्थे ढूंढ लो मुझे दी बराड हो गई, दूजी तीजी बराड हो गई। जी जी फिर पापा ने मौलवी साहब अच्छा ढूंढ लो मुझे जैसा, अगर इन्होंने कोल बंदा है ना, मैं कहना तो किसी दुश्मन की लोड़ ही नहीं। इन्हें मैनू शेयर की लाइव कल आप ढूंढ लो मुझे नवीद लांती। अच्छा मैं वेख्या उत्थे बैठा बाबा बगैर बरीन तेनू सेंड कर देता मैं तर्जुमा दा। मेहरबानी जनाब, मैं तो शुक्रिया अदा कर चुकी।
ਮਿਹਰਬਾਨੀ ਜਨਾਬ। ਉਹ ਮੈਂ 2 ਵਾਰੀ ਲਤੀਫ ਕੀਤਾ ਵੀ ਵੀਰ, ਇੱਕ ਵਾਰੀ ਕੀ ਭੇਜਿਆ, ਮੈਂ ਕਿਹਾ ਕੋਈ ਹੋਰ ਸ਼ਹਿਰ ਚੱਲੀ ਗਈ ਸ਼ੋ ਠੀਕ ਇਹ ਹੋ ਕਿ ਗਿਆ। ਨਹੀਂ ਗਈ। ਮਜ਼ੇ ਦੀ ਗੱਲ ਹੈ, ਇਹਨੇ ਸ਼ੇਅਰ ਕੀਤੀ ਮੈਨੂੰ। ਸਾਜੀ ਮਿਊਟ ਲਾ ਲਓ, ਅਸੀਂ ਵੀ ਨਾਲ ਖਾਈ ਜਾ ਰਹੇ ਹਾਂ ਤੁਹਾਡੇ। ਨਵੀਦ ਨੇ ਜਿਹੜਾ ਕਹਿੰਦਾ ਮੈਂ ਸ਼ਾਹ ਵਾਂ, ਅੱਬੇ ਦਾ ਨਹੀਂ ਪਤਾ ਸੋ। ਤੇ ਮੈਂ ਸ਼ੇਅਰ ਕੀਤੀ, ਮੈਂ ਕਿਹਾ ਇਕੱਲਾ ਹੀ ਬੈਠਾ, ਨਾਲ ਉਹ ਬਾਬਾ ਬੈਠਾ ਬਗੈਰ ਦੰਦਾਂ ਦੇ, ਤੇ ਨਾਲ ਉਹ ਟਰੂ ਇਸਲਾਮ ਦੇ ਨਾਲ ਦੀ ਆਈਡੀ ਬੈਠੀ ਹੈ। ਮੈਂ ਕਿਹਾ ਤੇ ਨਾਲ ਇਹਨੇ ਚੁੱਕਿਆ ਉੱਤੇ ਕੌਣ ਸੇ ਮਾਮੇ। ਮੈਂ ਕਿਹਾ ਖਲੋ ਜੀ ਯਾਰ, ਪਹਿਲੇ ਗੱਲ ਕਰਾਂ ਲਤੀਫ ਮੀਰ ਸਾਹਿਬ। ਮੈਂ ਤਾਂ ਉਸ ਦਿਨ ਇਖਤਰਾਮ ਨਾਲ ਗੱਲ ਕੀਤੀ, ਤੁਹਾਨੂੰ ਸਵਾਲ ਕੀਤਾ ਤੇ ਤੁਸੀਂ ਜਿਹੜਾ ਬਲੌਕ ਕਰ ਛੱਡਿਆ ਉੱਥੋਂ। ਮੈਂ ਤੇ ਰਮਡੀ ਦਾ ਸਵਾਲ ਕੀਤਾ ਤੇ ਤੁਸੀਂ ਤਾਂ ਅੱਗੋਂ ਆਖਿਆ ਕਿ ਬਈ ਉਹ ਤੇ ਬੜੀ ਅੱਛੀ ਜਗ੍ਹਾ ਸੀ, ਉਹ ਮੁੰਡਾ ਕੇ ਕੰਮ ਖਰਾਬ ਹੋ ਗਿਆ। ਤੁਸੀਂ ਮਿਰਜ਼ਾ ਸਾਹਿਬ ਉੱਤੇ ਤਸ਼ਰੀਫ ਲੈ ਕੇ ਗਏ ਸਨ, ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਸੀ ਉੱਤੇ। ਤੇ ਮੈਂ ਕਿਹਾ ਮੈਂ ਤਾਂ ਤੁਹਾਨੂੰ ਹਵਾਲਾ ਵੀ WhatsApp ਤੇ ਕਰ ਲਿਆ ਤੇ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਤੇ मैंने सादिक ने एक रिवायत पेश की मेरे सामने। मैं क्या सनद की, कहते क्यों मेरे को सनद क्यों मेरे को मंग रहे हैं, सनद ਉਹਦੇ ਕੋਲ ਮੰਗ ਜਿਹਨੇ किताब लिखी है। मैं क्या अगर ਇਹੋ ਜਿਹਾ काम करना है तो फिर मिर्ज़ा साहब ने अपनी किताब क्या दर्ज किया है कि मेरे मुखालिफिन इल्ज़ाम लगाते हैं कि मेरी बीवी के मेरे मुरीदों के साथ नाजायज़ ताल्लुकात हैं। ओ गाल वाई ने नवीद ने जिदी याद कोई नहीं। आप लाइव शेयर करके आप ड्रॉप करके कह रहे एनू कोई ना चुके, कोई ना एक्सेप्ट करे से यहाँ से ब्लॉक करें। तो मैं सवेरे उठा फजर में वेखे थे 1:45 ਵਜੇ राती ने फिर 2 बार मैंने लाइव शेयर की थी। तो मैं तो कहना नवीद बहुत अच्छा काम कर रहे हैं, जिथे चांस मिलता वित देख ले। मिर्ज़ा कदे नहीं दी आप मुझे ठकवांदा तो कैरी ऑन। छा गए बन गए मनाजर, तुसी भी बेहतरीन मनाजर बन गए, हौली हौली दिनां च छा गए। अस्सलामु अलैकुम वरहमतुल्लाहि वालेकुम वबरकातुहू। अस्सलाम। क्या हाल है जनाब, ठीक हो मुझे साहब? अल्हम्दुलिल्लाह, अल्लाह याद रखे। शुक्र मालिक दी ज़ात दा, मौला दा करम है, पाकां दी करम नवाज़ी है। ते उस्ताद मोहतरम खाना खा रहे, तो मैं तो इसलिए म्यूट ला लिया सी। मैं कहा खाना खा लें, फिर सलाम दो लैके खैरोफियत लैके ते दुआवां लैके वालेकुम सलाम भाई, अल्लाह पाक तुहानू खुश रखे। अल्लाह ही अमीन, अल्लाह ही अमीन। सारी अल्लाह पाक तुहानू भी खुश रखे, आबाद रखे, तंदुरुस्ती वाली सेहत वाली जिंदगी दे। मलक साहब आ गए ना, थले चैलेंज कबूल करने वाले दो मलक करो था जी ठीक है। मैं चैलेंज कबूल करना आए ने भाई आमर भाई मिर्जे ने ਜਿਹੜਾ ਬਟਾਲਵੀ ਸਾਹਿਬ ਨੂੰ ਚੈਲੰਜ ਦਿੱਤਾ ਸੀ ਵੀ ਇਹ ਸਿਰੁਲ ਖਲਾਫਾ ਦੇ ਮੁਕਾਬਲ ਚ ਰਿਸਾਲਾ ਲਿਖ ਤੇ ਤੈਨੂੰ 27 ਰੁਪਏ ਇਨਾਮ ਦੇਵਾਂਗਾ। ਇਹਦੇ ਪਿੱਛੇ ਕੋਈ ਕਹਾਣੀ ਆ ਕਿ ਮਤਲਬ ਨਾ 10 ਨਾ 20 ਨਾ 50 ਨਾ 100 ਨਾ 500 27 ਰੁਪਏ मतलब ਵਿੱਚੋਂ ਜਾ ਇੱਕ ਫਿਗਰ। वैसे मैं ਤੁਹਾਡੀ ਅਕਲ ਦੀ ਦਾਤ ਦੇਣਾ ਅਜ਼ਿਆ ਸਾਹਿਬ ਕਿ ਜਿਹੜਾ ਬੰਦਾ 500 ਦੀ 250 ਮੰਗਾਏ तो ਉਹਨੂੰ ਹੋਏਗਾ ਨਾ ਕਿ ਭਾਈ ਇਕੱਠੇ ਭੇਜਨੇ ਤੇ ਉਹਨੇ ਕਿਹਾ ਵੀ ਪਾੜ ਕੇ ਦਵਾਂਗੇ ਕੋਈ ਠੀਕ पे कुछ खाते नाल कि मनी वाले तो पैसे ना देने पैन की वागदाती दिमाग है कसम खुदा। नहीं मैं समझना चाह रहा भी ये 27 ਦੇ ਨੰਬਰ ਦੇ ਪਿੱਛੇ ਕੋਈ ਕਹਾਣੀ ਤਾਂ ਨਹੀਂ ਹੈ ਸਪੈਸ਼ਲ ਜਿਹੜਾ ਉਹਨੇ 27 ਦਾ ਨਾਮ ਲਿਆ। नहीं ड्रामा हिंदू है ना, ड्रामे बस 11 रुपए ਉਹ ਵੀ ਕਹਿੰਦੇ ਨੇ ਬਈ 1 ਰੁਪਏ ਸ਼ਗਨ ਦਾ ਹੁੰਦਾ, ਇਹਨੇ ਵੀ ਸ਼ਗਨ ਪਾਇਆ। दौड़ गए मलक साहब, उन्होंने कहा $10,000 का चैलेंज आ जाओ कबूल करो। ਤਾਂ ਦੇਖੋ ਉਸਤਾਦ ਦਾ ਮੈਂ ਤਾਂ ਕਹਿੰਦਾ ਇਹ $10,000 ਦਾ ਚੈਲੰਜ ਅਗਰ ਤੁਸੀਂ AI ਨੂੰ ਦਿੱਤਾ ਹੈ ਤੇ ਉਹ ਵੀ ਨਸ ਗਈ ਹੈ ਤੇ ਉਸ ਬੰਦੇ ਨੂੰ ਚੈਲੰਜ ਦਿੱਤਾ ਜਿਹੜਾ ਅਰਬੀ ਦੀ ਇਬਾਰਤ ਸਿੱਧੀ ਨਹੀਂ ਪੜ੍ਹ ਸਕਦਾ, ਕੁਰਾਨ ਦੀ ਆਇਤ ਨਹੀਂ ਪੜ੍ਹ ਸਕਦਾ, ਤੇ ਉਹਨੇ ਫਹਿਮ ਦੇਣਾ। ਜਦੋਂ ਆਪ ਕਹਿੰਦੇ ਮੈਂ ਫਹਿਮ ਦੱਸਾਂ ਦਾ ਦੱਸੇ ਨਾ ਇਹਨਾਂ ਦੋਵਾਂ ਚੀਜ਼ਾਂ ਦਾ ਫਹਿਮ, ਜੇ ਨੱਕ ਨਾਲ ਲੀਕਾਂ ਨਾ ਕੱਢ ਕੇ ਗਿਆ ਤਾਂ आसार है। और वो कह रहे ने देखो जी अल्लाह ताला ने हमें हर किस्म के मुजाहिदीन दिए हमारे जमात को ऐसा नाम मुजाहिद रखे है तीन ते दो वार नहीं है की आखेगा यार आसा ही आंदा। मैं कहना मैनू कार्टून भुल गए ने बचपन के जेडे वेखे सन ए जमात नू वेख के। अस्सलामु अलैकुम सबको। वालेकुम अस्सलाम, क्या हाल है जनाब, ठीक हो?